अस्सलाम वालेकुम सारे दोस्तों जी, सत श्री अकाल। ਜਿਹੜੇ ਸਾਡੇ ਸਰਦਾਰ ਵੀ ਸਾਡੇ ਨਾਲ ਜੁੜੇ ਨੇ ਵਾਹਵਾ ਦਿਨਾਂ ਬਾਅਦ ਅੱਜ ਸਾਂਝੀ ਸਾਥ ਦਾ ਪ੍ਰੋਗਰਾਮ ਦੁਬਾਰਾ ਤੋਂ ਲੈ ਕੇ ਹਾਜ਼ਰ ਹੋਏ ਆ। ਥੋੜੀ ਦੇਰ ਤੱਕ ਸਾਡੇ ਨਾਲ ਹੋਣਗੇ ਅਰੋੜਾ ਸਾਹਿਬ ਵੀ ਤੇ ਨਾਲ ਅੱਜ ਦਾ ਜਿਹੜਾ ਟੌਪਿਕ ਰੱਖਿਆ ਸੀ, ਚੂਜ਼ ਕੀਤਾ ਸੀ ਟੌਪਿਕ ਕਿੱਸਾ ਹੀਰ ਦਾ ਸੁਣਾਂਗੇ। ਕਿੱਸਾ ਹੀਰ ਦਾ ਸਾਨੂੰ ਸੁਣਾਉਣਗੇ बड़े फेमस रिसर्चर हिस्टोरीयन पंजाबी के लिखारी एहसान बाजवा साहब वो भी होंगे नाल साडे नाल। अरोड़ा साहब जिहड़े एक होर चैनल ते लाइव उन्हां दा चल रहा उधर बिजी ने, जिवें ही वो भी फारग होणगे वो भी साडे प्रोग्राम अज दा जिहड़ा प्रोग्राम है इहदा हिस्सा बनणगे। सो कुछ वाहवा दिन असीं ईद दी छुट्टियां करके कुछ की कहंदे मेरी थोड़ी तबीयत खराब सी, इस तो सांझी साथ दा प्रोग्राम कुछ दिन असीं नहीं लैके हाज़र होए। अज फिर संडे है 9:10 हो गए पाकिस्तान में, तो ਤੁਹਾਡੇ ਸਾਹਮਣੇ ਅੱਜ ਦਾ ਪ੍ਰੋਗਰਾਮ ਜਿਹੜਾ ਲਾਈਵ ਸੈਸ਼ਨ ਜਿਹੜਾ ਲੈ ਕੇ ਹਾਜ਼ਰ ਹਾਂ। ਸੋ ਬਹੁਤਾ ਟਾਈਮ ਨਾ ਲੈਂਦਾ ਮੈਂ ਸਦਾ ਦੇਣਾ ਆਪਣੇ ਜਿਹੜੇ ਸਾਡੇ ਅੱਜ ਦੇ ਸਪੈਸ਼ਲੀ ਗੈਸਟ ਨੇ ਜਿਹੜੇ ਸਾਡੇ ਸਾਥ ਦੇਣਗੇ। ਬੜੇ ਫੇਮਸ ਅੱਗੇ ਵੀ ਦੱਸਿਆ ਹਿਸਟੋਰੀਅਨ ਰਿਸਰਚਰ ਪੰਜਾਬੀ ਦੇ ਪੋਇਟ ਨੇ एहसान बाजवा साहब। भाई साहब वेलकम। भाई साहब आवाज आ रही ਤੁਹਾਨੂੰ? वालेकुम सलाम। ਕੀ ਹਾਲ ਚਾਲ भाई साहब? ठीक ठाक? खैर खैर ਤੁਹਾਡੀ आवाज को कट कट के आ रही है, पता नहीं की चक्कर है। अच्छा कर लेंगे, चेक कर लेंगे भाई साहब। सारे दोस्त जुड़े भी साडे नाल जुड़े ने सारिਆਂ ਨੂੰ अस्सलाम वालेकुम जी। बाजवा साहब वाली हीर सेवा सिंह चीमा साहब कहते जी बाजवा साहब वाली हीर। सो बाजवा साहब ਦਾ ਤੇ ਤਰਲਾ ਕਰਕੇ ਜੀ ਫੇਰ ਲੈਣ ਦਾ ਅਸੀਂ ਦੁਬਾਰਾ ਜਨਾਬ ਬਾਜਵਾ ਸਾਹਿਬ ਅੱਜ ਪੱਗ ਨਹੀਂ ਬਾਜਵਾ ਸਾਹਿਬ ਬੰਨੀ, ਕੀ ਗੱਲ? पग मैं असल जो टेलीफोन आ गया तो ओदी वजह ना नहीं बन्नी, बन लेना आंदे हो ते 1 मिनट पग ना ਅਸੀਂ ਉਨੀ ਦੇਰ ਜਿੰਨੀ ਦੇਰ ਤੁਸੀਂ ਪੱਗ ਬੰਨਦੇ ਹੋ ਮੈਂ ਸਾਵਲ ਆਪਣਾ ਕਜ਼ਨ ਹੈ ਮੇਰਾ, ਉਹ ਹੀਰ ਬੜੀ ਸੋਹਣੀ ਪੜਦਾ, ਉਹਨਾਂ ਦਿਨ ਮੈਂ ਇਹਨਾਂ ਨੂੰ ਹੀਰ ਸੁਣਾਉਣਾ, ਤੁਸੀਂ ਪੱਗ ਬੰਨ ਕੇ ਆਓ जी। ठीक ਹਾਂ, ਤੁਸੀਂ ਪੱਗ ਬੰਨ ਕੇ ਆਓ। ਜਿੰਨੀ ਦੇਰ ਤੱਕ ਬਾਜਵਾ ਸਾਹਿਬ ਆਉਂਦੇ ਨੇ ਦੁਬਾਰਾ ਮੁੜਦੇ ਨੇ ਅਸੀਂ ਉਹਨਾਂ ਦੇ ਤੁਹਾਨੂੰ ਹੀਰ ਸੁਣਾਵਾਂਗੇ ਸਾਵਲ ਢਿੱਲੋਂ ਦੀ ਆਵਾਜ਼ ਦੇ ਵਿੱਚ। ਰਿਕਾਰਡਡ ਆ, ਲਾਈਵ ਨਹੀਂ ਹੈ, ਰਿਕਾਰਡਡ ਆ। ਜਿੰਨੀ ਦੇਰ ਬਾਜਵਾ ਸਾਹਿਬ ਮੁੜਦੇ ਆ ਉਨੀ ਦੇਰ ਤੁਹਾਨੂੰ ਅਸੀਂ ਹੀਰ ਸੁਣਾਉਂਦੇ ਆ ਜਿਹੜੀ ਸਾਵਲ ਢਿੱਲੋਂ ਨੇ ਬਹੁਤ ਖੂਬਸੂਰਤੀ ਨਾਲ ਬਹੁਤ ਪਿਆਰੇ ਅੰਦਾਜ਼ ਦੇ ਨਾਲ ਪੜ੍ਹੀ ਹੈ। ਉਹ ਤੁਹਾਡੀਆਂ ਸਮਾਤਾਂ ਦੀ ਨਜ਼ਰ ਕਰਦੇ ਆ। सॉरी जी प्रॉब्लम आ गई, आवाज़ नहीं सी आ रही है। तो इस तो दोस्तों के कमेंट आए कि आवाज़ नहीं आ रही। सो आवाज़ ही बंद करने की। बाजवा साहब मेरा ख्याल साढ़े नाल जुड़ गए ने दोबारा। तो बाजवा साहब
ਮੈਂ ਕੋਸ਼ਿਸ਼ ਕੀਤੀ ਸੀ ਵੀ ਉਨੀ ਦੇਰ ਬੈਕਗ੍ਰਾਉਂਡ ਤੇ ਹੀਰ ਚਲਾਦਾ ਜਿੰਨੀ ਦੇਰ ਤੁਸੀਂ ਪੱਗ ਬੰਨ ਕੇ ਆਉਂਦੇ ਤੇ ਆਵਾਜ਼ ਨਹੀਂ ਸੀ ਆਈ ਤੇ ਪੱਗ ਬੰਨ ਕੇ ਤੁਸੀਂ ਮੋੜਾ ਮੇਰਾ ਖਿਆਲ। ਬਸ ਆਵਾਜ਼ ਆ ਰਹੀ ਤੁਹਾਨੂੰ? ਅੱਜ ਤੁਹਾਡੀ ਆਵਾਜ਼ ਕੱਟ ਦੀ ਏ, ਕਈ ਵਾਰੀ ਗੱਲ ਦੀ ਸਮਝ ਨਹੀਂ ਲੱਗਦੀ ਆ। ਹੁਣ ਆਈ ਆਵਾਜ਼। ਅੱਛਾ ਜੀ, ਹੋ ਸਕਦਾ ਕੋਈ ਪ੍ਰੋਬਲਮ ਹੋਵੇ ਵਿੱਚ, ਉਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰਦੇ ਆ। ਭਾਈ ਸਾਹਿਬ ਬਹੁਤ ਸ਼ੁਕਰੀਆ ਤੁਹਾਨੂੰ ਜ਼ਹਿਮਤ ਦਿੱਤੀ ਹੈ ਜੀ, ਫਿਰ ਸੱਦਿਆ ਦੁਬਾਰਾ ਪ੍ਰੋਗਰਾਮ ਦੇ ਵਿੱਚ। ਸੋ ਅੱਜ ਸੁਣਨਾ ਤੁਹਾਡੇ ਕੋਲ ਸੀ ਕਿੱਸਾ ਹੀਰ ਦਾ। ਸੋ ਉਹਦੇ ਵਿੱਚ ਅੱਗੇ ਬਹੁਤ ਸਾਰੇ ਲੋਕ ਤੁਹਾਡੇ ਜਾਣਦੇ ਨੇ, ਵਾਕਫ ਨੇ ਬਾਜਵਾ ਸਾਹਿਬ ਦੀ ਪਰਸਨੈਲਿਟੀ ਤੋਂ। ਬਾਜਵਾ ਸਾਹਿਬ ਦਾ YouTube ਚੈਨਲ ਦੀ ਰਾਹੀਂ ਵੀ ਕਿੱਸੇ ਜਿਹੜੇ ਲੋਕ ਜਿਹੜੇ ਕਿੱਸੇ ਕਰਦੇ ਸੁਣਾਉਂਦੇ ਰਹਿੰਦੇ ਨੇ। ਤੁਸੀਂ ਕਿੱਸਾ ਹੀਰ ਦਾ ਬਾਜਵਾ ਸਾਹਿਬ ਦਾ ਸੁਣਿਆ ਹੋਏਗਾ। ਬਾਜਵਾ ਸਾਹਿਬ ਅੱਜ ਜਿੰਨੀ ਦੇਰ ਰੋਣਾ ਸਾਹਿਬ ਨਹੀਂ ਆਉਂਦੇ ਉਨੀ ਦੇਰ ਸਕਰੀਨ ਜਿਹੜੀ ਤੁਹਾਡੇ ਕੋਲ ਹੈ। ਅਸੀਂ ਅੱਜ ਸਟਾਰਟ ਜਿਹੜਾ ਵਾ ਕਿੱਸਾ ਹੀਰ ਦਾ ਰੱਖਿਆ ਅੱਜ ਦਾ ਟੌਪਿਕ, ਉਹ ਹੀ ਤੁਸੀਂ ਸਾਨੂੰ ਸੁਣਾਓ। ਹਾਂਜੀ, ਗੱਲ ਇਹ ਹੈ ਕਿ ਜਿਹੜਾ ਹੀਰ ਦਾ ਕਿੱਸਾ ਲਿਖਿਆ ਗਿਆ ਨਾ ਜੀ, ਪਹਿਲਾ ਕਿੱਸਾ ਲਿਖਿਆ ਦਮੋਦਰ ਦਾਸ ਦਮੋਦਰ ਨੇ ਪੰਜਾਬੀ 'ਚ। ਅੱਛਾ, ਉਹ ਝੰਗ ਦੇ ਇਲਾਕੇ ਦਾ ਹੀ ਸੀ ਔਰ ਉਹਦੇ ਲਿਖਣ ਦੇ ਜਾਂ ਲਿਖਾਣ ਦੇ ਵਿੱਚ ਗਵਾਹੀਆਂ ਦੋ ਤਿੰਨ ਮਿਲਦੀਆਂ ਨੇ ਕਿ 1462 ਵਿੱਚ ਮੱਲ ਖਾਂ ਸਿਆਲ ਨੇ ਜਦੋਂ ਰਾਜ ਖੋਇਆ ਵਲੀਦਾਦ ਖਾਨ ਨੌਲ ਕੋਲੋਂ, ਤੇ ਉਸ ਵੇਲੇ ਜ਼ਾਹਰ ਨੌਲਾਂ ਨੂੰ ਬੜਾ ਗੁੱਸਾ ਸੀ ਸਿਆਲਾਂ ਦੇ ਉੱਤੇ, ਤੇ ਉਸ ਵੇਲੇ ਹੀ ਹੀਰ ਦੀ ਜਿਹੜੀ ਵਾਪਰਾ ਇਸ ਕਿੱਸੇ ਦੀ ਹੋਈ। ਤੇ ਉਹਨਾਂ ਨੇ ਇਹ ਗੱਲਾਂ ਦੀ ਮੈਨੂੰ ਦੋ ਬੰਦਿਆਂ ਗਵਾਹੀ ਦਿੱਤੀ ਹੈ ਕਿ ਉਹਨਾਂ ਨੇ ਕਹਿ ਕੇ ਉਹਨੂੰ ਦਮੋਦਰ ਦਾਸ ਨੂੰ ਤੇ ਕਿੱਸਾ ਲਿਖਵਾਇਆ ਸੀ। ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕਿੱਸੇ ਦੇ ਅੰਦਰ ਜਿਹੜਾ ਵਾਰਿਸ ਸ਼ਾਹ ਦਾ ਕਿੱਸਾ ਸੀ, ਭਾਵੇਂ ਉਹ ਵਾਰਿਸ ਸ਼ਾਹ ਦਾ ਜਿਹੜਾ ਕਿੱਸਾ ਹੈ ਉਹਦੇ ਨਾਲ ਕੋਈ 1000 ਕੁ ਸਫ਼ੇ ਦਾ ਮੈਟਰ ਸ਼ੇਰ ਲੋਕਾਂ ਨੇ ਕੋਲੋਂ ਘੜ ਕੇ ਵਿੱਚ ਪਾ ਲਏ ਵੇਲੇ ਕਵੇਲੇ, ਔਰ ਉਹਦੇ ਵੱਖ-ਵੱਖ ਐਡੀਸ਼ਨ ਜਿਹੜੇ ਨੇ ਉਹਨਾਂ ਦੇ ਅੰਦਰ ਇੰਨੇ ਵੀ ਸ਼ੇਰ ਪਾ ਦਿੱਤੇ ਔਰ ਉਹਦੇ ਵਿੱਚ ਇਸ ਤਰ੍ਹਾਂ ਦਾ ਗੰਦਮੰਦ ਘਚੋਲ ਦਿੱਤਾ ਕਿ ਵਾਰਿਸ ਸ਼ਾਹ ਵਰਗੇ ਨੇਕ ਔਰ ਪਵਿੱਤਰ ਆਦਮੀ ਨੂੰ ਮਤਲਬ ਇਸ ਤਰ੍ਹਾਂ ਦੇ ਵਿੱਚ ਸ਼ੇਰ ਪਾਤੇ ਕਿ ਜਿਹਦੇ ਤੇ ਲੋਕੀ ਜੁਗਤਾਂ ਕਰਦੇ ਸਨ ਕਿ ਵਾਰਿਸ ਸ਼ਾਹ ਇਹ ਵੀ ਆਖ ਸਕਦਾ। ਤੇ ਬਹਰਹਾਲ ਉਹ ਸਾਰਾ ਫਿਰ ਉਹਦੇ ਅੰਦਰ ਅਸਾਂ ਵੇਖਿਆ ਉਹ ਕਿਸੇ ਦੇ ਉਹ ਗੱਲ ਹੁਣ ਲੋਕਾਂ ਲਿਖੀ ਸੀ। ਮੈਂ ਹੁਣ ਵੀ ਮੇਰਾ ਦਾਵਾ ਇਹ ਹੀ ਹੈ ਕਿ ਉਹ ਗੱਲ ਜਿਹੜੇ ਬਾਅਦ ਕਿੱਸੇ ਦੇ ਵਿੱਚ ਰਲਾ ਕਰਨ ਵਾਲੇ ਸਨ ਉਹਨਾਂ ਨੇ ਇਹ ਗੱਲ ਵਿੱਚ ਪਾਈ ਕਿ ਬਹੁਤ ਜ਼ਿਆਦਾ ਪੰਜਾਬ ਦੇ ਕਬੀਲਿਆਂ ਨੂੰ ਉਹਦੇ ਚ ਨੌਲਿਆ ਗਿਆ। ਮਤਲਬ ਜੱਟ, ਡੋਗਰ, ਹਾਂਜੀ, ਕਸਾਈ, ਨਾਈ, ਮਤਲਬ ਜਿੰਨੇ ਵੀ ਕਬੀਲੇ ਨੇ ਉਹਨਾਂ ਨੂੰ ਮਜ਼ਾਕ ਕੀਤੇ ਗਏ, ਉਹਨਾਂ ਨੂੰ ਨੌਲਿਆ ਗਿਆ। ਤਾਂ ਮੈਂ ਸਮਝਦਾ ਸਾਂ ਕਿ ਪੰਜਾਬ ਦੇ ਅੰਦਰ ਸਾਰੇ ਹੀ ਲੋਕ ਇੱਜ਼ਤਵਾਰ ਨੇ, ਇੱਜ਼ਤ ਵਾਲੇ ਨੇ। ਉਹ ਕਿਸੇ ਵੀ ਕਮਿਊਨਿਟੀ ਦੇ ਨੇ, ਕਿਸੇ ਵੀ ਕਬੀਲੇ ਦੇ ਨੇ। ਕਿਸੇ ਵੀ ਕਬੀਲੇ ਦਾ ਕੋਈ ਇੱਕ ਬੰਦਾ ਤੇ ਬੁਰਾ ਹੋ ਸਕਦਾ ਹੈ, ਉਹ ਕੋਈ ਸ਼ੈਤਾਨ ਹੋ ਸਕਦਾ ਹੈ ਕਿਸੇ ਵੀ ਕਬੀਲੇ ਚੋਂ, ਲੇਕਿਨ ਸਾਰੀ ਕੌਮ ਨੂੰ ਨੌਲਣਾ ਨਹੀਂ ਚਾਹੀਦਾ। ਤੇ ਜਦੋਂ ਕਿ ਅਸੀਂ ਵੇਖਦੇ ਸਾਂ ਕਿ ਵਾਰਿਸ ਸ਼ਾਹ ਦੀ ਹੀਰ ਵਿੱਚ ਜ਼ਾਹਰ ਉਹ ਮਨਸੂਬ ਤੇ ਵਾਰਿਸ ਸ਼ਾਹ ਨਾਲ ਹੀ ਹੈ, ਤੇ ਉਹਦੇ ਵਿੱਚ ਖਾਸ ਕਰ ਸਾਡਾ ਜਿਹੜਾ ਜੱਟਾਂ ਦਾ ਕਬੀਲਾ ਹੈ ਉਹਨੂੰ ਇੱਥੋਂ ਤੱਕ ਕਿਹਾ ਕਿ ਧੀਆਂ ਨੂੰ ਦੋ ਦੋ ਖਸਮ ਦਿੰਦੇ ਨੇ, ਇਹਨਾਂ ਦਾ ਕੌਲ ਚ ਮੌਤ ਬਿਰ ਨਾ ਜਾਣੀਏ, ਕੌਲ ਜੱਟਾਂ ਸਨਿਆਰ ਕਸਾਈਆਂ ਦਾ, ਡੋਗਰ ਜੱਟ ਮਾਨ ਨੂੰ ਵੇਚ ਦਿੰਦੇ। ਤਾਂ ਮੈਂ ਸਮਝਦਾ ਹਾਂ ਕਿ ਇਹ ਸਾਡੇ ਨਾਲ ਜ਼ਿਆਦਤੀ ਹੈ ਕਿ 80% ਆਬਾਦੀ ਤਕਰੀਬਨ ਜੱਟ ਤੋਂ ਮੁਰਾਦ ਵਾਹੀਵਾਨ ਹੈ, ਉਹਦੇ ਚ ਸਾਰੇ ਕਬੀਲੇ ਜਿਹੜੇ ਵਾਹੀ ਨਾਲ ਜੁੜੇ ਹੋਏ ਨੇ ਉਹ ਆਉਂਦੇ ਨੇ। ਤੋ ਉਹ ਵੇਖਿਆ ਤੇ ਮੈਂ ਸਮਝਦਾ ਸਾਂ ਕਿ ਸ਼ਾਇਦ ਇਹੀ ਵਜ੍ਹਾ ਹੈ ਕਿ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਜਿਹੜੇ ਨੇ ਬਾਂਹ ਖਲੀ ਕਰਕੇ ਆਪਣੇ ਆਪ ਨੂੰ ਪੰਜਾਬੀ ਆਖਣ 'ਚ ਫਖਰ ਨਹੀਂ ਮਹਿਸੂਸ ਕਰਦੇ, ਕਿਉਂਕਿ ਜਦੋਂ ਇਹ ਕਿਤਾਬਾਂ ਟਰਾਂਸਲੇਟ ਹੁੰਦੀਆਂ ਨੇ ਕਿਸੇ ਹੋਰ ਜ਼ੁਬਾਨ 'ਚ ਤੇ ਉਸ ਵੇਲੇ ਲੋਕੀ ਇੱਕ ਜਿਹੜਾ ਸ਼ਾਇਰੀ ਦਾ ਸਵਾਦ ਲੈਂਦੇ ਨੇ ਉਹ ਆਪਣੀ ਜਗ੍ਹਾ ਤੇ ਹੈ, ਲੇਕਿਨ ਉਹ ਜਿਹੜੀ ਸਟੋਰੀ ਇਨਸਾਈਡ ਹੁੰਦੀ ਹੈ ਉਹਨੂੰ ਵੀ ਇਵੈਲੂਏਟ ਕਰਦੇ ਨੇ ਔਰ ਉਹ ਸਟੋਰੀ ਦੇ ਨਾਲ ਮੇਚਦੇ ਨੇ ਉੱਥੋਂ ਦੇ ਲੋਕਾਂ ਦੇ ਕਰੈਕਟਰ ਨੂੰ। ਜਦੋਂ ਉੱਥੋਂ ਦੇ ਲੋਕਾਂ ਦੇ ਕਿਰਦਾਰ ਨੂੰ ਮੇਚਦੇ ਨੇ
ਤੇ ਕਰਤਾਰ ਰਾਹੀਂ ਪਤਾ ਲੱਗਦਾ ਵੀ ਇਹੋ ਜਿਹੇ ਲੋਕ ਨੇ ਜਿਹੜੇ ਆਂਦੇ ਨੇ ਸਾਡੀ ਧੀ ਦਾ ਕੁਝ ਨਾ ਲਾ ਲੈਂਦਾ, ਸਭਾ ਟਹਿਲ ਟਕੋਰ ਕਰਾ ਲਈਏ, ਜਦੋਂ ਧੀ ਡੋਲੀ ਵਿੱਚ ਪਾ ਦਈਏ ਤੇ ਰੁੱਸ ਪਏ ਜਵਾਬ ਮੁਰਚਾ ਦਈਏ, ਤੇ ਵਾਰਸ ਸ਼ਾਹ ਅਸੀਂ ਜੱਟ ਹਾਂ ਸਦਾ ਖੋਟੇ, ਕੋਈ ਜਟਕਾ ਫੰਦ ਹੀ ਲਾ ਲਈਏ। ਤੋ ਇਹ ਮੈਂ ਸਮਝਦਾ ਸਾਡੀ ਸਦੀਆਂ ਤੀਕ ਪੰਜਾਬੀਆਂ ਦੀ ਤੋਹੀਨ ਕੀਤੀ ਗਈ, ਤੇ ਮੈਂ ਸਮਝਦਾ ਸਾਂ ਕਿ ਇਹ ਗਲਤ ਹੋਇਆ। ਚਲੋ ਮੈਨੂੰ ਅੱਲਾ ਨੇ ਕੀਤਾ ਤੇ ਸੈਯਦ ਤਾਲਿਬ ਬੁਖਾਰੀ ਸਾਹਿਬ ਦਾ ਥੀਸਿਸ ਮਿਲ ਗਿਆ। ਜਦੋਂ ਮੈਂ ਸਟੋਰੀ ਵੇਖੀ ਤੇ ਉਹਦੇ ਵਿੱਚ ਬਚਪਨੇ 'ਚ ਹੀਰ ਤੇ ਰਾਂਝੇ ਦਾ ਨਿਕਾਹ ਹੋਇਆ ਸੀ, ਔਰ ਮੈਨੂੰ ਗੱਲ ਦੀ ਸਾਰੀ ਦੀ ਸਮਝ ਆ ਗਈ। ਤੇ ਬਾਅਦ ਵਿੱਚ ਉਹ ਜਿਹੜੀ ਸੂਰਤ-ਏ-ਹਾਲ ਹੋਈ ਕਿ ਜਦੋਂ ਬੱਚੇ ਜਵਾਨ ਹੋਏ ਤੇ ਮਾਰ ਚੂਚਕ ਜਿਹੜਾ ਉਸ ਵੇਲੇ ਜਦੋਂ ਟੋਰਾ ਟਰਾਈ ਦਾ ਟਾਈਮ ਆਇਆ ਤੇ ਉਹ ਫੌਤ ਹੋ ਗਿਆ, ਔਰ ਉਹਦੇ ਤੋਂ ਬਾਅਦ ਉਹਨਾਂ ਨੇ ਅੱਖਾਂ ਫੇਰ ਲਈਆਂ। ਉਹਦੀ ਮਾਂ ਮਲਕੀ ਔਰ ਮਾਮਾ ਜਿਹੜਾ ਸੀ ਕਾਦਰ ਖਾਂ ਖੇੜਾ, ਕਾਦਰ ਖਾਂ ਖੇੜਾ ਜਿਹੜਾ ਸੀ ਜਿਹਨੂੰ ਕੈਦੋ ਲੰਗਾ ਤੇ ਕੈਦੋ ਪਤਾ ਨਹੀਂ ਬੂਟੀ ਪੀਣ ਵਾਲਾ ਤੇ ਕੀ ਦੱਸਿਆ ਗਿਆ, ਔਰ ਹੀਰ ਵਾਰਿਸ ਸ਼ਾਹ 'ਚ ਉਹਦਾ ਚਾਚਾ ਆਖਿਆ ਗਿਆ ਹੀਰ ਦਾ, ਉਹ ਅਸਲ 'ਚ ਮਾਮਾ ਸੀ, ਸੱਕਾ ਮਾਮਾ ਸੀ। ਹਾਂਜੀ, ਤੇ ਮਲਕੀ ਦਾ ਸੱਕਾ ਭਰਾ ਸੀ। ਹਾਂਜੀ। ਤੇ ਇਹ ਜਿਹੜੀ ਗੱਲ ਹੈ ਨਾ, ਉਹਨਾਂ ਦੋਵਾਂ ਨੇ ਇਹ ਸੋਚਿਆ ਕਿ ਹੀਰ ਦਾ ਭਰਾ ਕੋ ਨਹੀਂ, ਪਿਓ ਇਹਦਾ ਮਰ ਗਿਆ, 150-200 ਮਰਬਾ ਜ਼ਮੀਨ ਹੈ, ਔਰ ਇਹ ਸਾਰੀ ਰਾਂਝੇ ਲੈ ਜਾਣਗੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਢਿੱਲੋਂ ਸਾਹਿਬ, ਤੁਸੀਂ ਵੀ ਜੱਟ ਹੋ ਕੇ ਜੱਟ ਜ਼ਮੀਨ ਨਾਲ ਲੱਗ ਕੇ ਮਰ ਜਾਂਦੇ ਨੇ, ਇਹਨਾਂ ਸੋਚਿਆ ਵੀ ਇਹ ਜ਼ਮੀਨ ਤੇ ਰਾਂਝੇ ਲੈ ਜਾਣਗੇ ਸਾਰੀ, ਔਰ ਉਸ ਜ਼ਮੀਨ ਨੂੰ ਬਚਾਉਣ ਦੀ ਖਾਤਰ ਇਹਨਾਂ ਸੈਦੇ ਖੇੜੇ ਨਾਲ ਉਹਦਾ ਨਾਤਾ ਕਰ ਦਿੱਤਾ। ਪਹਿਲਾਂ ਜਿਹੜਾ ਨਿਕਾਹ ਹੋਇਆ ਸੀ ਹੀਰ ਤੇ ਰਾਂਝੇ ਦਾ, ਉਹਨੂੰ ਤੜਵਾਇਆ ਨੂਰਉਦੀਨ ਚਨਿਓਟੀ, ਜਿਹੜਾ ਚਨਿਓਟ ਦਾ ਮੁੱਲਾ ਸੀ ਜਿਹਦਾ ਫਤਵਾ ਚੱਲਦਾ ਸੀ, ਔਰ ਕਾਦਰ ਖਾਂ ਖੇੜਾ ਜਿਹੜਾ ਚੂੰਕਿ ਮਸ਼ੀਰੇ ਖਾਨ ਮੱਲ ਖਾਂ ਸਿਆਲ ਦਾ, ਮੱਲ ਖਾਂ ਸਿਆਲ ਨੇ 1462 ਚ ਰਾਜ ਸੰਭਾਲਿਆ ਸੀ। ਸਿਆਲ ਸਟੇਟ ਦਾ ਜਿਹੜਾ ਪਹਿਲਾ ਰੂਲਰ ਸੀ 1462 ਚ, ਉਹ ਚੂੰਕਿ ਕਾਦਰ ਖਾਂ ਖੇੜਾ ਸਾਲਾ ਸੀ, ਮਤਲਬ ਮਾਰ ਚੂਚਕ ਦਾ, ਇਸ ਵਾਸਤੇ ਉਹਨੂੰ ਚੀਫ ਐਡਵਾਈਜ਼ਰ ਲਾਇਆ ਗਿਆ ਸੀ ਮੱਲ ਖਾਂ ਸਿਆਲ ਦਾ, ਔਰ ਉਹ ਚੀਫ ਐਡਵਾਈਜ਼ਰ ਹੋਣ ਦੇ ਨਾਤੇ ਇਹ ਜਿਹੜੀ ਚਨਿਓਟ ਤੇ ਕਮਾਲੀਆ ਇਹ ਜ਼ੈਲੀ ਰਿਆਸਤਾਂ ਸਨ ਜੰਗ ਦੀਆਂ, ਔਰ ਜਿਹੜਾ ਭੱਤਾ ਇਕੱਠਾ ਕਰਦੀਆਂ ਸਨ ਉਹ ਫਿਰ ਪਹਿਲਾਂ ਇਹਨਾਂ ਕੋਲ ਆਉਂਦਾ ਸੀ ਸਿਆਲਾਂ ਕੋਲ, ਤੇ ਫਿਰ ਅੱਗੇ ਬਹਿਲੋਲ ਲੋਧੀ ਕੋਲ ਲਾਹੌਰ ਜਾਂਦਾ ਸੀ। ਤੇ ਉਹਨਾਂ ਉਸ ਮਤਲਬ ਵਾਕਫੀਅਤ ਨਾਲ ਜਾਂ ਉਸ ਅਸਰ ਨਾਲ ਮੁੱਲਾ ਨੂਰਉਦੀਨ ਚਨਿਓਟੀ ਕੋਲੋਂ ਫਤਵਾ ਲਿਆ ਕਿ ਬਚਪਨ ਦਾ ਨਿਕਾਹ ਜਿਹੜਾ ਉਹਦੀ ਕੋਈ ਸੀਅਤ ਨਹੀਂ ਹੁੰਦੀ। ਹਾਲਾਂਕਿ ਇਹਨਾਂ ਦਾ ਨਿਕਾਹ ਮਤਲਬ ਹੀਰ ਤੇ ਰਾਂਝੇ ਦਾ, ਰਾਂਝਾ ਉਦੋਂ 8 ਸਾਲਾਂ ਦਾ ਸੀ, ਹੀਰ 5 ਸਾਲਾਂ ਦੀ ਸੀ ਜਦੋਂ ਬਾਕਾਇਦਾ ਨਿਕਾਹ ਹੋਇਆ, ਔਰ ਕਾਜ਼ੀ ਸ਼ਮਸੁਦੀਨ ਨੇ ਨਿਕਾਹ ਕੀਤਾ, ਜਿਹੜਾ ਕੋਟਲੀ ਬਾਕਰ ਸ਼ਾਹ ਜਿੱਥੇ ਉਸ ਵੇਲੇ ਰਹਿੰਦੇ ਸਨ। ਕੋਟਲੀ ਬਾਕਰ ਸ਼ਾਹ ਜਿਹੜਾ ਅੱਜ ਦੀ 18 ਹਜ਼ਾਰੀ ਤੋਂ ਪਹਾੜ ਵਾਲੇ ਪਾਸੇ ਕਰਕੇ ਇੱਕ ਪਿੰਡ ਖਰਲ ਹੈ, ਉਹਦੇ ਲਾਗੇ ਪਿੰਡ ਸੀ, ਉਹ ਰੁੜ ਰੜ ਗਿਆ, ਤੇ ਅੱਜ ਕੱਲ ਨਵੀਂ ਕੋਟਲੀ ਬਾਕਰ ਸ਼ਾਹ ਉੱਥੇ ਜਿੱਥੋਂ ਥਲ ਸ਼ੁਰੂ ਹੁੰਦਾ ਹੈ ਖੁਸ਼ਾਬ ਨੂੰ ਸੜਕ ਜਾਂਦੀ ਹੈ 18 ਹਜ਼ਾਰੀ ਤੋਂ, ਉੱਥੇ ਬਣੀ ਹੋਈ ਹੈ। ਤੋ ਉਹ ਜਦੋਂ ਮਤਲਬ ਇਹ ਹੈ ਕਿ ਉਹਨੇ ਨਿਕਾਹ ਕੀਤਾ ਸੀ ਛੋਟੀ ਉਮਰੇ, ਤੇ ਇਹਨਾਂ ਨਿਕਾਹ ਤੋੜਨ ਦਾ ਫਤਵਾ ਲੈ ਲਿਆ ਤੇ ਬਾਅਦ ਚੋਂ ਰਿਸ਼ਤਾ ਜਿਹੜਾ ਤੈਅ ਕਰ ਦਿੱਤਾ ਕਿ ਹੁਣ ਬੜਾ ਮੁਸ਼ਕਲ ਹੋ ਗਿਆ ਰਾਂਝੇ ਵਾਸਤੇ ਵੀ। ਮੌਜਦਾਰ ਖਾਨ ਜਿਹੜਾ ਸੀ ਰਾਂਝੇ ਦਾ ਪਿਓ, ਉਹ ਵੀ ਬਹਿਲੋਲ ਲੋਧੀ ਦਾ ਕੁਰਸੀ ਨਸ਼ੀਨ ਸੀ। ਬਹਿਲੋਲ ਲੋਧੀ ਵੀ ਇੱਕ ਤੇ ਟੈਲੀਫੋਨ ਕਰਨ ਵਾਲਿਆਂ ਨੂੰ ਹਨੇਰ ਆਏ ਆ, ਤੇ ਉਹ ਬਹਿਲੋਲ ਲੋਧੀ ਜਿਹੜਾ ਸੀ ਉਹ ਕੁਰਸੀ ਨਸ਼ੀਨ ਸੀ ਆਪਣਾ ਬਹਿਲੋਲ ਲੋਧੀ ਦਾ, ਇਹ ਜਿਹੜਾ ਮੌਜਦਾਰ ਖਾਨ ਸੀ, ਔਰ ਮਾਰ ਚੂਚਕ ਵੀ ਕੁਰਸੀ ਨਸ਼ੀਨ ਸੀ, ਔਰ ਇਹ ਦੋਵੇਂ ਇਸ ਵਜ੍ਹਾ ਨਾਲ ਇਹਨਾਂ ਦੀ ਮਤਲਬ ਤਲਕਦਾਰੀ ਸੀ। ਦੂਜੀ ਤਲਕਦਾਰੀ ਇਹ ਸੀ ਕਿ ਧੀਦੋ ਰਾਂਝਾ ਜਿਹੜਾ ਮੌਜਦਾਰ ਖਾਨ ਦੀ ਤੀਸਰੀ ਬੀਵੀ ਵਿੱਚੋਂ ਸੀ, ਨਿਸਬਤ ਬਾਨੋ ਚੋਂ, ਜਿਹੜੀ ਸਲਮਾਨ ਖਾਂ ਬਲੋਚ ਦੀ ਭੈਣ ਸੀ ਔਰ ਮਰਾਦ ਬਲੋਚ ਦੀ ਸਕੀ ਫੁੱਫੀ ਸੀ। ਮਰਾਦ ਬਲੋਚ ਦੀ ਸਕੀ ਫੁੱਫੀ ਸੀ, ਉਸ ਵਜ੍ਹਾ ਨਾਲ ਤੇ ਮਰਾਦ ਬਲੋਚ ਦਾ ਨਿੱਕੀ ਉਮਰੇ ਨਿਕਾਹ ਹੋਇਆ ਸੀ ਸਹਿਤੀ ਨਾਲ। ਸਹਿਤੀ ਜਿਹੜੀ ਆ ਉਹ ਇਹਨਾਂ ਦੀ ਖੇੜਿਆਂ ਦੀ ਧੀ ਸੀ, ਆਪਣਾ ਅੱਜੂ ਖੇੜੇ ਦੀ ਧੀ ਸੀ। ਇੰਜ ਕਰਕੇ ਨਾ ਤੇ ਸਾਰੇ ਖਾਨਦਾਨ ਆਪਸ ਚ ਪਹਿਲਾਂ ਹੀ ਤਲਕਦਾਰੀਆਂ ਤੇ ਇਹਨਾਂ ਦੇ ਰਿਸ਼ਤੇਦਾਰ ਸਨ,
ਔਰ ਇਹ ਵੱਡੇ ਨਵਾਬ ਖਾਨਦਾਨ ਸਨ, ਬੜੇ ਵੱਡੇ ਜਾਗੀਰਦਾਰ ਸਨ ਤੇ ਉਹਨਾਂ ਦਾ ਮਤਲਬ ਮਿਲ ਵਰਤਨ ਵੀ ਇੱਕ ਦੂਜੇ ਨਾਲ ਇਸ ਤਰ੍ਹਾਂ ਦਾ ਸੀ। ਤੋ ਉਹ ਜਦੋਂ ਇਹਨਾਂ ਨਿਕਾਹ ਤੜਵਾ ਲਿਆ ਤੇ ਉਹਦੇ ਨਾਲ ਜਿਹੜਾ ਸੈਦੇ ਖੇੜੇ ਨਾਲ ਜਿਹੜਾ 5 ਬੱਚਿਆਂ ਦਾ ਬਾਪ ਸੀ ਤੇ 55 ਸਾਲਾਂ ਦਾ ਸੀ, ਉਹਦੇ ਨਾਲ ਰਿਸ਼ਤਾ ਜਿਹੜਾ ਤੈਅ ਕਰ ਦਿੱਤਾ। ਤੇ ਉਸ ਵਾਸਤੇ ਉਸ ਸ਼ਰਮ ਦੇ ਨਾਲ ਜਿਹੜਾ ਮੌਜਦਾਰ ਖਾਂ ਤੇ ਮਹੀਨੇ ਕੁ ਬਾਅਦ ਹੀ ਫੌਤ ਹੋ ਗਿਆ। ਵੈਸੇ ਵੀ ਉਦੋਂ ਉਹਦੀ ਉਮਰ 92 ਸਾਲ ਹੋਈ ਸੀ ਤੇ ਉਹਦੀ ਜਿਹੜੀ ਮਾਂ ਸੀ ਰਾਂਝੇ ਦੀ, ਉਹ ਵੀ ਵਿਚਾਰੀ ਨਮੋਸ਼ੀ ਨਾਲ ਬਿਮਾਰ ਪੈ ਕੇ ਉਹ ਆਸਾਂ ਮੁਰਾਦਾਂ ਪੂਰੀਆਂ ਨਾ ਹੋਈਆਂ ਤੇ ਉਹ ਵੀ ਫੌਤ ਹੋ ਗਈ। ਤੇ ਫਿਰ ਰਾਂਝਾ ਜਿਹੜਾ ਜੋਗੀ ਬਣਿਆ, ਔਰ ਜੋਗੀ ਬਣਨ ਦਾ ਜਿਹੜਾ ਉਹਦਾ ਅਰਜ਼ ਸੀ ਉਹ ਇਹ ਸੀ ਕਿ ਅਸੀਂ ਜੋਗੀ ਦੇ ਰੂਪ ਵਿੱਚ ਹੀਰ ਨੂੰ ਉੱਥੇ ਹੁਣ ਰਹਿਣ ਨਹੀਂ ਦੇਣਾ, ਕਿਉਂਕਿ ਸਾਨੂੰ ਦੁਨੀਆ ਦੀ ਕੋਈ ਅਦਾਲਤ ਸਾਨੂੰ ਫੇਵਰ ਨਹੀਂ ਕਰ ਰਹੀ, ਸਾਡੀ ਕਿਸੇ ਪਾਸਿਓਂ ਪੇਸ਼ ਨਹੀਂ ਜਾ ਰਹੀ। ਕਾਦਰ ਖਾਂ ਖੇੜੇ ਦਾ ਜ਼ੋਰ ਚੱਲਦਾ ਹੈ, ਉਹਨੇ ਨਿਕਾਹ ਤੜਵਾ ਲਿਆ, ਸਾਰਾ ਕੁਝ ਕਰ ਲਿਆ। ਤੇ ਹੁਣ ਇਹ ਵੇ ਕਿ ਜਿੱਦਣ ਹੀਰ ਉੱਥੇ ਆ ਜਾਏਗੀ, ਸਹਿਤੀ ਵੀ ਨਾਲ ਸੀ ਉਸ ਸਲਾਹ 'ਚ ਸ਼ਾਮਲ। ਤੇ ਫਿਰ ਇਹ ਹੋਇਆ ਕਿ ਜਿੱਦਣ ਸੈਦੇ ਖੇੜੇ ਨਾਲ ਹੀਰ ਦਾ ਨਿਕਾਹ ਕਰਨ ਦੀ ਇਹਨਾਂ ਕੋਸ਼ਿਸ਼ ਕੀਤੀ ਤੇ ਜਨਾਬ ਕਾਜ਼ੀ ਨੂਰਉদ্ਦੀਨ ਨੂੰ ਸੱਦਿਆ। ਹੀਰ ਨੇ ਨਿਕਾਹ ਤੋਂ ਇਨਕਾਰ ਕਰ ਦਿੱਤਾ। ਉਹਨੇ ਆਖਿਆ ਮੈਂ ਤੇ ਵਿਆਹੀ ਹੋਈਆਂ ਰਾਂਝੇ ਨਾਲ, ਧੀਦੋ ਰਾਂਝੇ ਨਾਲ, ਤੇ ਮੈਂ ਨਿਕਾਹ ਤੇ ਨਹੀਂ ਕਰਾਣਾ, ਮੈਂ ਤੇ ਤਖਤਜ਼ਾਰੇ ਜਾਣਾ ਹੈ। ਜਦੋਂ ਇਹ ਗੱਲ ਹੋਈ ਤੇ ਉਹਨੂੰ ਧੱਕੋ ਧੱਕੀ ਵਿਚਾਰੀ ਨੂੰ ਡੋਲੀ 'ਚ ਪਾ ਦਿੱਤਾ। ਉਹ ਜਦੋਂ ਡੋਲੀ 'ਚ ਪਾਇਆ ਤੇ ਉਹਦੇ ਤੋਂ ਬਾਅਦ ਮਤਲਬ ਇਹ ਵੇ ਕਿ ਉਸ ਵੇਲੇ ਜਦੋਂ ਉਸ ਰੰਗਪੁਰ ਖੇੜੇ ਆਪਣੀ ਤੇ ਉਹਦੇ ਤੋਂ ਪਹਿਲਾਂ 20 ਦਿਨ ਜਾ ਕੇ ਤੇ ਜੋਗੀ ਬਣ ਕੇ ਉਹਨਾਂ ਦੇ ਬਾਗ 'ਚ ਜਿਹੜਾ ਰਾਂਝਾ ਸੀ ਬਹਿ ਗਿਆ ਹੋਇਆ ਸੀ। ਤੇ ਉਹ ਰਾਂਝਾ ਜਿਹੜਾ ਉੱਥੇ ਬਹਿ ਗਿਆ ਸੀ ਜੋਗੀ ਦੇ ਰੂਪ 'ਚ, ਤੇ ਸਹਿਤੀ ਨੇ ਉਹਦੀ ਮਤਲਬ ਇਹ ਹੈ ਕਿ ਬਹੁਤ ਜ਼ਿਆਦਾ ਉੱਥੇ ਪੀਰੀ ਮਰੀਦੀ ਬਣਾਤੀ ਸੀ ਉਹਨਾਂ ਦੇ ਪਿੰਡ 'ਚ। ਤੇ ਤਾਂ ਉਹ ਦੱਸਿਆ ਸੀ ਕਿ ਜੋਗੀ ਬੜੀ ਕਰਨੀ ਵਾਲਾ ਹੈ। ਤੇ ਉਹ ਇਹ ਹੋਇਆ ਕਿ ਜਦੋਂ ਸ਼ਾਮ ਪਈ ਤੇ ਸਹਿਤੀ ਨੇ, ਕਿਉਂਕਿ ਸਾਰੇ ਆਪਸ 'ਚ ਪ੍ਰੋਗਰਾਮ ਸੀ ਕਿ ਇੱਥੋਂ ਅੱਜ ਚੱਲਿਆ ਜਾਣਾ, ਸਹਿਤੀ ਵੀ ਨਿੱਕਿਆਂ ਹੁੰਦਿਆਂ ਮੁਰਾਦ ਬਲੋਚ ਨਾਲ ਨਿਕਾਹੀ ਹੋਈ ਸੀ। ਔਰ ਉਹ ਟੋਰਦੇ ਇਸ ਵਾਸਤੇ ਨਹੀਂ ਹਨ ਪਏ ਵੀ ਪਹਿਲਾਂ ਸੈਦੇ ਖੇੜੇ ਲਈ ਉਹਨਾਂ ਸਾਕ ਬਲੋਚਾਂ ਕੋਲੋਂ ਮੰਗਿਆ ਸੀ, ਮੁਰਾਦ ਬਲੋਚ ਦੀ ਚਾਚੇ ਦੀ ਧੀ ਭੈਣ ਦਾ, ਉਹ ਉਹਨਾਂ ਦਿੱਤਾ ਕੋਈ ਨਾ, ਇਸ ਵਜ੍ਹਾ ਨਾਲ ਉਹ ਵਿਟਰ ਗਏ। ਉਹਨਾਂ ਆਖਿਆ ਜੀ ਹਾਂ ਫਿਰ ਆਪਣੀ ਧੀ ਨਹੀਂ ਟੋਰਨੀ। ਤੋ ਉਹ ਦੋਵਾਂ ਦਾ ਯਾਨੀ ਸਹਿਤੀ ਦਾ ਤੇ ਮੁਰਾਦ ਦਾ ਔਰ ਧੀਦੋ ਰਾਂਝੇ ਦਾ ਤੇ ਹੀਰ ਦਾ ਇੱਕੋ ਹੀ ਦੁੱਖ ਸੀ। ਔਰ ਉਹ ਫਿਰ ਇਹ ਹੋਇਆ ਕਿ ਜਿੱਦਣ ਉਹ ਸ਼ਾਮ ਵੇਲੇ ਬਰਾਤ ਖੇੜਿਆਂ ਦੀ ਉੱਥੇ ਆਪਣੀ ਸੈਦੇ ਖੇੜੇ ਦੀ, ਤਾਂ ਉਹਨਾਂ ਨੂੰ ਬੜੀ ਖੁਸ਼ੀ ਸੀ ਵੀ ਅਸੀਂ ਬੜਾ ਮਤਲਬ ਵੱਡਾ ਕਿਲਾ ਫਤਿਹ ਕਰਕੇ ਆਏ ਆ, ਨਾਲ ਇੰਨੀ ਜ਼ਮੀਨ ਆਏਗੀ ਤੇ ਨਾਲ ਇੰਨੀਆਂ ਰੌਣਕਾਂ ਲੱਗਣਗੀਆਂ ਤੇ ਚੌਧਰਾ ਮਿਲੇਗੀ ਤੇ ਸਾਰਾ ਕੁਝ। ਔਰ ਉਹ ਸਹਿਤੀ ਨੇ ਕਿਹਾ ਜੀ ਹੀਰ ਨੂੰ ਜੋਗੀਆਂ ਦੇ ਸਲਾਮ ਕਰਨ ਖੜਨਾ ਹੈ। ਉਹ ਡੂੰਘੀ ਸ਼ਾਮ ਨਾਲ ਨਾ ਉਹਨੇ ਹੀਰ ਨੂੰ ਨਾਲ ਲਿਆ ਤੇ ਉਂਗਲੀ ਲਾ ਕੇ ਤੇ ਉੱਥੇ ਸਿੱਧੀ ਲੈ ਗਈ ਕਾਲਾ ਬਾਗ ਵਿੱਚ। ਉੱਥੇ ਘੋੜੀਆਂ ਤਿਆਰ ਸਨ, ਘੋੜੀਆਂ ਤੇ ਬਹਿ ਕੇ ਤੇ ਮੁਰਾਦ ਨੇ ਸਹਿਤੀ ਨੂੰ ਨਾਲ ਬਿਠਾਇਆ ਤੇ ਹੀਰ ਨੂੰ ਧੀਦੋ ਰਾਂਝੇ ਨੇ ਨਾਲ ਬਿਠਾਇਆ ਤੇ ਉੱਥੋਂ ਅਲੀ ਪੰਜ ਹੋ ਗਏ। ਤੇ ਜਦੋਂ ਇਹ ਪਹਿਲੀ ਰਾਤ ਵਾਰਿਸ ਸ਼ਾਹ ਦੇ ਕਿਸੇ 'ਚ ਲਿਖਿਆ ਨਾ ਕਿ ਸਾਲ ਉੱਥੇ ਰਹੀ, ਜੋ ਮੁਰਾਦ ਉਹਦੀ ਮੰਜੀ ਕੋ ਆਇਆ ਤੇ ਉਹਨੂੰ ਪਤਾ ਨਹੀਂ ਫਲਜ ਹੋ ਗਿਆ। ਲੇਕਿਨ ਉਹ ਸਾਡੇ ਕਿਸੇ ਦੇ ਮੁਤਾਬਕ ਜਿਹੜੀ ਖੋਜ ਸੈਯਦ ਤਾਲਿਬ ਹੁਸੈਨ ਬੁਖਾਰੀ ਨੇ ਕੀਤੀ ਉਹਦੇ ਮੁਤਾਬਕ ਉਹ ਪਹਿਲੀ ਇੱਕ ਰਾਤ ਵੀ ਨਹੀਂ ਉੱਥੇ ਰਹੀ। ਔਰ ਉਹ ਉੱਥੋਂ ਜਦੋਂ ਚਲੇ ਗਏ ਤੇ ਉਹਨਾਂ ਨੂੰ ਪਤਾ ਸੀ, ਇਹ ਖੇੜਿਆਂ ਨੂੰ ਵੀ ਪਤਾ ਸੀ ਕਿ ਇਹਨਾਂ ਜਾਣਾ ਹੈ ਹੁਜਰੇ ਸ਼ਾਹ ਇੱਥੇ ਆਪਣਾ ਕੋਟ ਕਬੂਲੇ ਨੂੰ, ਕਿਉਂਕਿ ਕੋਟ ਕਬੂਲੇ ਦੇ ਲਾਗੇ ਪਿੰਡ ਕਾਲਾ ਪਠਾਣਾ ਵਿੱਚ ਧੀਦੋ ਰਾਂਝੇ ਦਾ ਵੱਡਾ ਭਰਾ ਰਮਜ਼ੇ ਖਾਂ ਵਿਆਹਿਆ ਹੋਇਆ ਸੀ, ਜਿਹੜਾ ਜ਼ਿਕਰ ਹੀਰ ਵਾਰਿਸ ਸ਼ਾਹ 'ਚ ਵੀ ਯਨਗਾ ਖਾਤੂਨ ਦਾ ਆਉਂਦਾ ਹੈ। ਉਹ ਰਾਂਝੇ ਦੀ ਸਭ ਤੋਂ ਵੱਡੀ ਭਰਜਾਈ ਸੀ ਤੇ ਉਹਦੇ ਪੇਕੇ ਉੱਥੇ ਸਨ ਸਾਹਿਬਦਾਦ ਟੁੱਡੀ ਤੇ ਵਲੀਦਾਦ ਟੁੱਡੀ। ਇਹ ਦੋਵੇਂ ਮਸ਼ੀਰ ਸਨ, ਉਹਦੇ ਐਡਵਾਈਜ਼ਰ ਸਨ। ਜਿਹੜਾ ਨਵਾਬ ਮਕਬੂਲ ਖਾਨ ਸੀ ਕੋਟ ਕਬੂਲੇ ਦਾ ਜਿਹੜਾ ਨਵਾਬ ਸੀ, ਉੱਥੇ ਵੀ ਛੋਟੀ ਰਿਆਸਤ ਸੀ ਔਰ ਉਹ ਇਹਨਾਂ ਦੀ ਠਾਰ ਸੀ, ਇਸ ਵਾਸਤੇ ਉਧਰ ਨੂੰ ਗਏ। ਖੇੜੇ ਵੀ ਉਹਨਾਂ ਦੇ ਮਗਰ ਨੱਠ ਪਏ। ਇਹ ਦਿਨ ਚੜ੍ਹਦੇ ਨੂੰ ਜਦੋਂ ਕਿਤੇ ਰਾਤੋਂ ਰਾਤ ਪੈਂਦਾ ਕਰਦੇ ਕਰਦੇ ਜਦੋਂ ਉੱਥੇ ਆਪਣੇ ਤੋਂ ਉੱਥੇ ਲਾਗੇ ਕਲੀ ਦੀ ਜੂਹ ਹੈ,
ਉੱਥੇ ਜਦੋਂ ਪਹੁੰਚੇ ਤੇ ਦੋਵੇਂ ਧਿਰਾਂ ਮਰਾਦ ਬਲੋਚਰਾਂ ਨਾਲ ਵੀ 250-300 ਬੰਦਾ ਇਹਨਾਂ ਆਪਣਾ ਸੱਜੇ ਖੱਬੇ ਗਨਮੈਨ ਨਾਲ ਖੜੇ ਸਨ ਤੇ ਹਾਂਜੀ ਖੇੜੇ ਵੀ ਡਾਂਗ ਚੋਟਾ ਲੈ ਕੇ ਅੱਪੜ ਗਏ। ਅਖੀਰ ਉੱਥੇ ਬੜੀ ਲੜਾਈ ਹੋਈ। ਜਦੋਂ ਲੜਾਈ ਹੋਈ ਤੇ ਉਸ ਵੇਲੇ ਨਾ ਉੱਥੇ ਚੱਦੜ ਸਨ ਕੋਲ, ਚੱਦੜ ਖਾਨਦਾਨ ਸੀ ਕੋਈ ਵਸਦਾ। ਉਹਨਾਂ ਆਖਿਆ ਵੀ ਇਹ ਪਤਾ ਨਹੀਂ ਕਿਉਂ ਲੜੀ ਜਾਂਦੇ ਨੇ, ਦੋਵੇਂ ਧਿਰਾਂ ਆਪਸ ਚ ਇੱਕ ਦੂਜੇ ਨੂੰ ਮਾਰੀ ਆਉਂਦੇ ਨੇ, ਭੈੜਾ ਹਾਲ। ਉਹਨਾਂ ਨਵਾਬ ਮਕਬੂਲ ਖਾਨ ਨੂੰ ਦੱਸ ਦਿੱਤਾ ਜਾ ਕੇ ਵੀ ਤੇਰੀ ਰਿਆਸਤ ਦੇ ਵਿੱਚ ਇਹ ਕੁਝ ਹੋ ਰਿਹਾ ਹੈ। ਅੱਛਾ ਜੀ ਤੇ ਨਵਾਬ ਮਕਬੂਲ ਖਾਨ ਸਿਪਾਹੀ ਭੇਜੇ, ਉਹਨਾਂ ਦੀ ਲੜਾਈ ਹਟਾ ਕੇ ਉਹਨਾਂ ਦੋਵਾਂ ਨੂੰ ਸੱਦਿਆ। ਸੱਦ ਕੇ ਤੇ ਜਨਾਬ ਲੈ ਗਿਆ ਤੇ ਆਖਿਆ ਤੁਹਾਡਾ ਮਸਲਾ ਕੀ ਹੈ, ਗੱਲ ਕੀ ਹੈ, ਦੱਸੋ ਸਾਨੂੰ। ਉਹਨਾਂ ਦੱਸਿਆ ਵੀ ਜੀ ਇਹ ਗੱਲ ਹੈ, ਸਾਡੇ ਬਚਪਨ ਚ ਨਿਕਾਹ ਹੋਏ ਨੇ ਤੇ ਸਾਡੀ ਕੋਈ ਗੱਲ ਨਹੀਂ ਸੁਣਦਾ ਤੇ ਇਹ ਮਸਲਾ ਹੈ। ਉਹ ਫਿਰ ਕਾਜ਼ੀ ਖੈਰੁদ্ਦੀਨ ਜਿਹੜਾ ਸੀ ਨਾ ਉੱਥੋਂ ਦਾ, ਕਾਜ਼ੀ ਕੋਟ ਕਬੂਲੇ ਦਾ, ਉਹਨੇ ਫੈਸਲਾ ਦਿੱਤਾ। ਕਾਜ਼ੀ ਖੈਰੁদ্ਦੀਨ ਨੇ ਮੁਰਾਦ ਤੇ ਸਹਿਤੀ ਦਾ ਫੈਸਲਾ ਸੁਣਿਆ ਤੇ ਉਹਨਾਂ ਦੇ ਹੱਕ 'ਚ ਫੈਸਲਾ ਦੇ ਦਿੱਤਾ। ਤੇ ਅਗਲੇ ਦਿਨ ਉਹਨੇ ਹੀਰ ਤੇ ਰਾਂਝੇ ਦਾ ਕੇਸ ਸੁਣਨਾ ਸੀ। ਜਦੋਂ ਹੀਰ ਤੇ ਰਾਂਝੇ ਦੀ ਵਾਰੀ ਆਈ ਤੇ ਕਾਜ਼ੀ ਖੈਰੁদ্ਦੀਨ ਜਿਹੜਾ ਸੀ, ਇਹ ਭਣਜਾ ਸੀ ਨੂਰੁੱਦੀਨ ਚਨਿਓਟੀ ਦਾ, ਜਿਹਨੇ ਨਿਕਾਹ ਤੋੜਿਆ ਸੀ, ਨਿਕਾਹ ਦਾ ਫਤਵਾ ਦੇ ਕੇ ਬੱਚੇ ਦਾ ਨਿਕਾਹ ਤਰੋੜਿਆ ਸੀ। ਉਹਨਾਂ ਰੁਕਾ ਘੱਲ ਦਿੱਤਾ, ਹੀਰ ਤੇ ਰਾਂਝੇ ਦੇ ਹੱਕ ਨਹੀਂ ਕਰਨਾ। ਇਹ ਕੀ ਆਵਾਜ਼ ਆ ਰਹੀ ਹੈ ਵਿੱਚ? ਇਹ ਤੁਹਾਡੇ ਲਈ ਆਉਣ ਰਹੀ ਹੈ? ਨਹੀਂ ਇੱਥੇ ਤੇ ਕੋਈ ਨਹੀਂ ਆਵਾਜ਼ ਕਿਸੇ ਕਿਸਮ ਦੀ, ਕੋਈ ਸ਼ੈ ਨਹੀਂ। ਇਹ ਤੇ ਪਿੰਡ ਥਾਂ ਹੈ, ਇੱਥੇ ਕੋਈ ਇਹੋ ਜਿਹੀ ਆਵਾਜ਼ ਆਉਂਦੀ ਨਹੀਂ ਐ ਇਸ ਵੇਲੇ। ਇੱਥੇ ਮਿੱਕੀ ਮਾਊਸ ਵਾਲਾ ਕੋਈ ਨਹੀਂ ਹੈਗਾ। ਇੱਥੇ ਵਿਕੀਆਂ ਵੁਕੀਆਂ ਮਾਊਸ ਨਹੀਂ ਹੈ ਤੁਹਾਡੇ ਵੱਲ ਕਿਤੇ, ਜਾਂ ਰਾਹ ਤੋਂ ਅੜ ਗਈ ਹੈ? ਰਾਜ ਕਿਤੇ ਬਿਮਾਰ ਨਹੀਂ ਲੱਗਦਾ। ਅੱਛਾ ਹਾਂਜੀ ਬਾਈ ਸਾਹਿਬ ਕਾ ਸਾਡਾ ਕੰਬੋਜ ਸਾਹਿਬ ਨੇ, ਕੰਬੋਜ ਸਾਹਿਬ ਕੀ ਕਹਿਣਾ ਚਾਹੁੰਦੇ, ਕੋਈ ਕੁਐਸਚਨ ਤੁਹਾਡਾ? ਹੈਲੋ ਹਾਂਜੀ ਅਮਰੀਸ਼ ਇਧਰੋਂ ਆਉਣ ਦੀ ਆਵਾਜ਼। ਹਾਂਜੀ ਕੰਬੋਜ ਨਾਸੀ ਸਾਹਿਬ। ਹਾਂਜੀ ਇਹ ਕੰਬੋਜ ਸਾਹਿਬ ਵੱਲੋਂ ਨਹੀਂ ਆ ਰਹੀ, ਉਧਰੋਂ ਬਿਰੀਆਂ ਦੀ ਆਵਾਜ਼ ਆਉਣ ਰਹੀ। ਅੱਛਾ ਸੌਰੀ ਜੀ, ਇਧਰ ਮੇਰੇ ਬੇਟੇ ਦੀ ਆਵਾਜ਼ ਆ ਰਹੀ ਸੀ ਥੋੜਾ ਜਿਹਾ। ਬਾਜਵਾ ਸਾਹਿਬ ਤੁਹਾਨੂੰ ਸੁਣ ਕੇ ਬਹੁਤ ਅੱਛਾ ਲੱਗਿਆ ਜੀ। ਤੁਹਾਡਾ ਧੰਨਵਾਦ ਜੀ, ਤੁਹਾਡਾ ਸ਼ੁਕਰੀਆ ਜਨਾਬ। ਹਾਂਜੀ ਮੈਨੂੰ ਐ ਜਾਪਦਾ ਜੀ ਜਿਵੇਂ ਅਸੀਂ ਹੀਰ ਰਾਂਝੇ ਦੇ ਦੌਰ ਵਿੱਚ ਪਹੁੰਚ ਗਏ ਹੋਈਏ। ਤੁਹਾਡੇ ਤੋਂ ਬਹੁਤ ਵਧੀਆ ਕਿੱਸਾ ਸੁਣਿਆ, ਮੈਨੂੰ ਕਾਫੀ ਟਾਈਮ ਹੋ ਗਿਆ ਸੁਣਦੇ ਨੂੰ ਤੁਹਾਨੂੰ। ਅਪੜਾ ਕੇ ਛੱਡਾਂਗਾ ਜੀ ਮੈਂ ਸਾਰਿਆਂ ਨੂੰ, ਅੱਲਾ ਚਾਹੇ ਤੇ ਜਿਉਂਦਾ ਰਿਹਾ। ਜ਼ਰੂਰ ਜੀ ਜ਼ਰੂਰ। ਅਸੀਂ ਹੀਰ ਰਾਂਝੇ ਦੀ ਜੋ ਹੈ ਥੋੜੀ ਬਹੁਤੀ ਹਿਸਟਰੀ ਦੇ ਗਾਣਿਆਂ ਦੇ ਤੌਰ ਤੇ ਹੀ ਸੁਣੀ ਹੋਈ ਸੀਗੀ ਇੱਧਰ ਪੰਜਾਬ ਵਿੱਚ, ਤਾਂ ਚੜ੍ਹਦੇ ਪੰਜਾਬ ਵਿੱਚ ਗੀਤ ਸੁਣ ਲਏ, ਗਾਣੇ ਸੁਣ ਲਏ। ਗੁਰਦਾਸ ਮਾਨ ਜੀ ਦਾ ਇੱਕ ਗੀਤ ਸੀਗਾ, ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ, ਬਸ ਉਸੇ ਨੂੰ ਸੁਣ ਕੇ ਥੋੜਾ ਜਿਹਾ ਮਨ ਪਰਚਾਵਾ ਜਿਹਾ ਕਰ ਲਈਦਾ ਜੀ। ਕੰਬੋਜ ਸਾਹਿਬ ਗੱਲ ਪਤਾ ਕੀ ਹੈ, ਗੱਲ ਇਹ ਵੇ ਕਿ ਉਹ ਜਿਹੜੇ ਖਾਨਦਾਨ ਸਨ ਨਾ, ਹੀਰ ਦਾ ਵੀ, ਰਾਂਝੇ ਦਾ ਵੀ, ਖੇੜਿਆਂ ਦਾ ਵੀ, ਦਾ, ਉਹ ਬਹੁਤ ਵੱਡੇ ਤਗੜੇ ਜਾਗੀਰਦਾਰ ਸਨ। ਔਰ ਉਹਨਾਂ ਨੂੰ ਜਿਸ ਤਰ੍ਹਾਂ ਪੇਂਟ ਕੀਤਾ ਗਿਆ, ਰਾਂਝੇ ਮੱਝੀਆਂ ਚਰਾਈਆਂ ਲੈ ਗਿਆ, ਡੋਲੀ ਲੈ ਗਿਆ ਨਹੀਂ ਖੇੜੇ, ਉਹ ਤੇ ਉਹਨਾਂ ਦਾ ਜਵਾਈ ਸੀ ਬਚਪਨੇ ਦਾ, ਉਹਨੇ ਕਿੱਥੇ ਮੱਝਾਂ ਚਰਾਣੀਆਂ ਸਨ। ਯਾਨੀ ਕਦਮ ਕਦਮ ਤੇ ਉਹਨਾਂ ਨੂੰ ਡੀਫੇਮ ਕਰਨ ਵਾਸਤੇ, ਪਤਾ ਨਹੀਂ ਇਹ ਸਾਡੇ ਕਿੱਸੇਕਾਰਾਂ ਕਿਹੋ ਜਿਹੇ ਕਿੱਸੇਕਾਰੀ ਕਰਦੇ ਨੇ। ਆਪਣੀ ਧਰਤੀ ਦੇ ਲੋਕਾਂ ਨੂੰ ਤੇ ਉੱਚੀਆਂ ਕਰਨਾ ਚਾਹੀਦਾ ਹੈ, ਪੰਜਾਬ ਦੇ ਲੋਕਾਂ ਦੀ ਇੱਜ਼ਤ ਵਧਾਣੀ ਚਾਹੀਦੀ ਹੈ, ਹਾਂਜੀ, ਨਾ ਕਿ ਘਟਾਣੀ ਚਾਹੀਦੀ ਹੈ। ਇਸ ਪਾਸੇ ਕਿੱਸਾਕਾਰਾਂ ਧਿਆਨ ਨਹੀਂ ਦਿੱਤਾ। ਔਰ ਇਹ ਜ਼ਰੂਰੀ ਸੀ ਕਿ ਅਸੀਂ ਵੇਖੋ ਨਾ ਜੀ, ਇਹ ਅੰਗਰੇਜ਼ੀ 'ਚ ਵੀ ਟਰਾਂਸਲੇਸ਼ਨਾਂ ਹੁੰਦੀਆਂ ਨੇ, ਹੋਰ ਜ਼ਬਾਨਾਂ 'ਚ ਵੀ ਹੁੰਦੀਆਂ ਨੇ। ਲੋਕੀ ਸਾਡੇ ਪੰਜਾਬੀਆਂ ਬਾਰੇ ਕੀ ਸੋਚਣਗੇ ਕਿ ਜੀ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਆਂਦੇ ਨੇ ਕਿ ਡੰਗਰ ਚਰਾਉਣ ਪਿੱਛੇ ਸਾਡੀ ਧੀ ਨਾਲ ਜੋ ਕੁਝ ਮਰਜ਼ੀ ਪਿਆ ਕਰੇ, ਉਹ ਕੁਝ ਸਾਡੀ ਧੀ ਦਾ ਕੁਝ ਨਾ ਲਾ ਲੈਂਦਾ, ਸਭੋ ਟਹਿਲ ਟਕੋਰ ਕਰਾ ਲਈਏ। ਮਤਲਬ ਇਹ ਬੜੇ ਅਫਸੋਸ ਦੀ ਗੱਲ ਹੈ ਜੋ ਕਿ ਸਾਡੇ ਨਾਲ ਸਦੀਆਂ ਤੀਕਰ ਹੋਇਆ। ਤੇ ਮੈਂ ਤੇ ਜਦੋਂ 8ਵੀਂ 'ਚ ਪੜ੍ਹਦਾ ਹਾਂ, ਮੈਨੂੰ ਬਾਜਵਾ ਸਾਹਿਬ ਤੁਹਾਡੀ ਰਿਸਰਚ ਦੇ ਮੁਤਾਬਕ ਵੀ ਜਿਹੜੀ ਮੱਝਾਂ ਚਰਾਉਣ ਵਾਲੀ ਗੱਲ, ਉਹ ਕਿੱਸਾ ਕਹਾਣੀ, ਉਹ ਬਿਲਕੁਲ ਗਲਤ ਹੈ। ਉਹ ਹੈ ਹੀ ਨਹੀਂ, ਉਹਦਾ ਤਲਕ ਹੀ ਨਹੀਂ। ਉਹਦਾ ਤਲਕ ਨਹੀਂ। ਗੁਲਸ਼ਨ ਕਪੂਰ ਜੀ ਵੀ ਇਹਨਾਂ ਦਾ ਕਮੈਂਟ ਲੈ ਲਈਏ, ਕੀ ਕਹਿੰਦੇ ਨੇ ਜੀ ਗੁਲਸ਼ਨ ਜੀ? ਨਾਸਰ ਇੱਕ ਤੇ ਭਾਪੇ ਹੋਰਾਂ ਨੂੰ ਸਲਾਮ ਮੇਰਾ। ਵਾਲੇਕੁਮ ਸਲਾਮ ਜੀ, ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ। ਬਾਜਵਾ ਸਾਹਿਬ, ਗੁਲਸ਼ਨ ਕਪੂਰ ਬੋਲ ਰਹੇ ਹਾਂ ਦਿੱਲੀ ਤੋਂ।
ਜੀ ਬਿਸਮਿਲ੍ਲਾ ਜੀ ਜਿਓ ਜਿਓ। ਹਾਂ, ਬਾਕੀ ਜੋ ਤੁਸੀਂ ਇਹ ਜਿਹੜੀ ਗੱਲ ਕਹਿ ਰਹੇ ਹੋ ਨਾ ਕਿ ਉਹਨਾਂ ਨੂੰ ਜਿਹੜਾ ਪ੍ਰਿੰਟ ਹੀ ਉਸ ਤਰੀਕੇ ਦਾ ਕੀਤਾ ਗਿਆ ਹੈ, ਪੋਰਟਰੇਟ ਹੀ ਉਸ ਸਮੇਂ ਦੇ ਜਿਹੜੇ ਰਾਈਟਰ ਸਨ ਉਹਨਾਂ ਨੇ ਪੋਰਟਰੇਟ ਹੀ ਉਸ ਤਰੀਕੇ ਦਾ ਕੀਤਾ ਗਿਆ ਹੈ। ਜੀ ਇਹ ਜੀ ਬਿਲਕੁਲ ਸਹੀ ਕਿਹਾ ਤੁਸੀਂ। ਜੀ ਮਿਹਰਬਾਨੀ। ਔਰ ਬਹੁਤ ਜਿਹੜਾ ਜਿਹੜੀ ਤੁਸੀਂ ਇਹ ਰਿਸਰਚ ਲਿਆਏ ਹੋ ਨਵੀਂ ਵਾਲੀ, ਇਹ ਕਾਫੀ ਹੱਦ ਤੱਕ ਠੀਕ ਲੱਗ ਰਹੀ ਹੈ। ਜੀ ਮਿਹਰਬਾਨੀ ਧੰਨਵਾਦ ਜੀ, ਬਹੁਤ ਜਿਉਂਦੇ ਸ਼ੁਕਰੀਆ ਰਹੋ। ਜੀ, ਬਹੁਤ ਸ਼ੁਕਰੀਆ ਬਾਜਾ ਸਾਹਿਬ ਗੱਲ ਕੋਈ ਲੱਗੀ ਸ਼ੁਕਰ ਹੈ ਜੀ ਆਪਾਂ। ਤੁਸੀਂ ਜੀ ਹਾਂਜੀ ਬਾਜਾ ਸਾਹਿਬ ਜੀ ਨਾਸਰ ਸਾਹਿਬ ਜੀ। ਅੱਛਾ, ਗੱਲ ਲੱਗੀ ਉੱਥੋਂ ਹੀ ਵਧਾਉਂਦੇ ਆ। ਫਿਰ ਮੇਰਾ ਜਿੱਥੋਂ ਜਿਹੜਾ ਕੁਐਸਚਨ ਮੈਨੂੰ ਇੰਨਾ ਨਹੀਂ ਪਤਾ ਹੈ, ਮੈਂ ਕੋਈ ਰਿਸਰਚਰ ਜਾਂ ਹਿਸਟੋਰੀਅਨ ਤੁਹਾਡੇ ਤੇ ਪੈਰਾਂ ਵਰਗੇ ਵੀ ਨਹੀਂ, ਵੀ ਜਿਹੜੀ ਗੱਲ ਇਹਦਾ ਮਤਲਬ ਵੀ ਜਿੱਥੇ ਪਹਿਲਾਂ ਆਪਾਂ ਗੱਲ ਕਰਨ ਆ ਵੀ ਇੱਕ ਤਾਂ ਮੱਝਾਂ ਚਰਾਉਣ ਵਾਲੀ ਹੋ ਗਈ, ਤੇ ਉਹਨੇ ਜਦੋਂ ਜੋਗ ਲਿਆ ਟਿੱਲੇ ਜੋਗੀਆਂ ਤੋਂ, ਫਿਰ ਦਰਿਆ ਕ੍ਰਾਸ ਕਰਕੇ ਆਪਣੇ ਜੋਗੀ ਨੂੰ ਵੀ ਉਹਨੇ ਆਂਦੇ ਵੀ ਉਦੋਂ ਗੇੜਾ ਦੇ ਗਿਆ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਕੀ ਤੁਸੀਂ ਅੱਗੇ ਗੱਲ ਤੁਸੀਂ ਜ਼ਰੂਰ ਤੋਰਦਾ ਆਪਣੀ ਜੀ ਜੋਗ ਉਹਨੇ ਜਿਹੜਾ ਲਿਆ ਸੀ ਸਿਰਫ ਬਹਿਰੂਪ ਬਣਾਇਆ ਸੀ ਕਿ ਮੈਂ ਕਿਸੇ ਬਹਾਨੇ ਜਾ ਕੇ ਤੇ ਰੰਗਪੁਰ ਖੇੜਾ ਬਹਿ ਸਕਾਂ, ਕਿਉਂਕਿ ਉਹਨਾਂ ਦਾ ਇਹ ਪ੍ਰੋਗਰਾਮ ਸੀ। ਲੇਕਿਨ ਨਾਥ ਜੋਗੀ ਨੇ, ਬਾਲਨਾਥ ਦੋਮ ਨੇ ਉਹਨੂੰ ਕਿਹਾ ਸੀ ਕਿ ਮੈਂ ਜਿਹਨੂੰ ਲੰਗੋਟ ਪਵਾ ਦੇਵਾਂ ਉਹ ਚਾਹੇ ਵੀ ਤੇ ਦੁਨੀਆਦਾਰੀ 'ਚ ਨਹੀਂ ਆ ਸਕਦਾ, ਤੂੰ ਚਾਹੇ ਵੀ ਤੇ ਪੱਤ ਕੇ ਦੁਨੀਆਦਾਰੀ 'ਚ ਹੁਣ ਨਹੀਂ ਆ ਸਕੇਗਾ। ਔਰ ਇਹੋ ਹੀ ਗੱਲ ਅੱਗੇ ਜਾ ਕੇ ਹੋਈ ਜਦੋਂ ਹੀਰ ਤੇ ਰਾਂਝੇ ਦੇ ਖਿਲਾਫ ਫੈਸਲਾ ਦੇ ਦਿੱਤਾ ਕਾਜ਼ੀ ਖੈਰੁद्दीन ਨੇ, ਉਹਦੇ ਤੋਂ ਬਾਅਦ ਹੀਰ ਜਿਹੜੀ ਹੈ ਖੇੜਿਆਂ ਨੂੰ ਫੜਾਤੀ ਕਾਜ਼ੀ ਖੈਰੁद्दीन ਨੇ, ਤੇ ਜਨਾਬ ਇਹਨਾਂ ਦੋਵਾਂ ਧਿਰਾਂ ਦੀ ਫੇਰ ਲੜਾਈ ਹੋ ਪਈ। ਮਰਾਦ ਬਲੋਚਰੀ ਤੋਂ ਤੇ ਸਾਹਿਬਦਾਦ ਢੁੱਡੀ ਵਾਲੀ ਬੰਦੇ ਲੈ ਕੇ ਜਾ ਪਏ ਖੇੜਿਆਂ ਨੂੰ। ਉਹਨਾਂ ਕੋਲੋਂ ਹੀਰ ਦੁਬਾਰਾ ਖੋਹ ਲਈ, ਜਿਸ ਵੇ ਹੀਰ ਖੋਹ ਕੇ ਤੇ ਕੋਲ ਹੀ ਪਿੰਡ 4 ਕਿਲੋਮੀਟਰ 5 ਕਾਲਾ ਪਠਾਣਾ, ਜਿੱਥੋਂ ਦੇ ਉਹ ਨਵਾਬ ਸਨ, ਜਾਗੀਰਦਾਰ ਸਨ, ਉੱਥੇ ਲੈ। ਤੇ ਅਗਲੇ ਦਿਨ ਮਰਾਦ ਬਲੋਚ ਨੇ ਦੁਬਾਰਾ ਕੇਸ ਕੀਤਾ, ਅਪੀਲ ਕੀਤੀ ਨਵਾਬ ਮਕਬੂਲ ਖਾਨ ਅੱਗੇ ਕਿ ਜੀ ਸਾਡਾ ਫੈਸਲਾ ਠੀਕ ਨਹੀਂ ਹੋਇਆ, ਸਾਡੀ ਇਸ ਕਾਜ਼ੀ ਸਾਹਿਬ ਨੇ ਗੱਲ ਹੀ ਨਹੀਂ ਸੁਣੀ। ਫਿਰ ਉਹਨਾਂ ਫੈਸਲਾ ਕਰਨ ਲਈ ਦਿੱਤਾ ਕਾਜ਼ੀ ਤੁਲ ਕਜ਼ਾਤ ਸ਼ਫੀਉद्दीन ਦੀਪਾਲਪੁਰੀ, ਜਿਹੜਾ ਚੀਫ ਜਸਟਿਸ ਤੇ ਰੈਂਕ ਤੇ ਸੀ ਉਸ ਵੇਲੇ। ਕਾਜ਼ੀ ਸ਼ਫੀਉद्दीन ਦੀਪਾਲਪੁਰੀ ਨੇ ਬਚਪਨ ਦੇ ਨਿਕਾਹ ਦੇ ਸਾਰੇ ਗਵਾਹ ਸੱਦੇ, ਜਿਹੜੇ ਦੀਵਾਨ ਸਨ, ਜਿਨ੍ਹਾਂ ਜਨਮ ਪੱਤਰੀਆਂ ਲਿਖੀਆਂ ਸਨ, ਉਹ ਸੱਦੇ। ਔਰ ਉਹ ਦੀਵਾਨ ਸੁੰਦਰਮਲ ਸੀ ਤੇ ਦੀਵਾਨ ਦੂਜੇ ਦਾ ਕੀ ਨਾਂ ਸੀ, ਅੱਛਾ, ਉਹ ਸਾਰੇ ਦੀਵਾਨ ਸੱਦੇ। ਔਰ ਉਹਨਾਂ ਕੋਲੋਂ ਮੌਲਾਨਾ ਸ਼ਮਸੁद्दीन ਕਾਜ਼ੀ ਸ਼ਮਸੁद्दीन ਨੂੰ ਸੱਦਿਆ, ਜਿਨੇ ਬਚਪਨ ਦਾ ਹੀਰ ਤੇ ਰਾਂਝੇ ਨਾਲ ਨਿਕਾਹ ਪੜਿਆ ਸੀ। ਉਹਨੇ ਜਦੋਂ ਸੱਦ ਕੇ ਸਾਰਿਆਂ ਕੋ ਗਵਾਹੀ ਲਈ ਤੇ ਹੀਰ ਕੋ ਵੀ ਗਵਾਹੀ ਲਈ। ਹੀਰ ਨੇ ਕਿਹਾ ਜੀ ਮੈਂ ਇਹਦੇ ਨਾਲ ਆਪਣੇ ਖਾਵਨ ਦੇ ਤੌਰ ਤੇ ਰਹਿਣਾ ਚਾਹੁੰਦੀ ਹਾਂ। ਉਹਨੇ ਉਹਨਾਂ ਦੇ ਹੱਕ 'ਚ ਫੈਸਲਾ ਦੇ ਦਿੱਤਾ, ਕਾਜ਼ੀ ਸ਼ਫੀਉद्दीन ਦੀਪਾਲਪੁਰੀ ਹੀਰ ਤੇ ਰਾਂਝੇ ਦੇ ਹੱਕ 'ਚ ਫੈਸਲਾ ਦੇ ਦਿੱਤਾ। ਜਦੋਂ ਫੈਸਲਾ ਦੇ ਦਿੱਤਾ ਉਹਦੇ ਤੋਂ ਬਾਅਦ ਇਹ ਖੁਸ਼ੀਆਂ ਮਨਾਉਂਦੇ ਕਾਲਾ ਪਠਾਣਾ ਵਿੱਚ ਆ ਗਏ। ਕਾਲਾ ਪਠਾਣਾ ਮੈਂ ਦੱਸਿਆ 4-5 ਕਿਲੋਮੀਟਰ ਦੂਰ ਹੈ ਕੋਟ ਕਬੂਲੇ ਤੋਂ। ਇੱਧਰ ਨਾ ਚੜ੍ਹਦੇ ਪਹਾੜ ਦੀ ਨੁੱਕਰ ਤੇ ਵੀ ਮੈਂ ਕਈ ਦਫਾ ਗਿਆ ਉੱਥੇ, ਕਈ ਦਫਾ ਮੈਂ ਕੋਟ ਕਬੂਲੇ ਗਿਆ। ਉੱਥੇ ਜਦੋਂ ਚਲੇ ਗਏ ਤੇ ਉੱਥੇ ਨਾ ਲਾਗੇ ਦਾਸ ਵਿਸ਼ਵਾਨਾਥ ਸੀ, ਜਿਹੜਾ ਬਾਲਨਾਥ ਦੋਮ ਦਾ ਚੇਲਾ ਸੀ, ਉਹਦਾ ਉੱਥੇ ਡੇਰਾ ਸੀ। ਇਹ ਨਾਥ ਜੋਗੀਆਂ ਦੇ ਨਾ ਜਿਹੜੇ ਚੇਲੇ ਸਨ, ਕਈਆਂ ਜਗ੍ਹਾ ਦੇ ਉੱਤੇ ਡੇਰੇ ਲਾ ਕੇ ਬਹਿ ਜਾਣ। ਅੱਛਾ, ਉਹ ਜਿਹੜਾ ਸੀ ਜਦੋਂ ਉੱਥੇ ਚਲਾ ਗਿਆ ਰਾਂਝਾ ਤੇ ਉੱਥੇ 2-3 ਦਿਨ ਜਾ ਕੇ ਬਹਿ ਰਿਹਾ। ਤੇ ਇਹਨੇ ਜਾ ਕੇ ਮਗਰੋਂ ਮਰਾਦ ਬਲੋਚ ਨੇ ਉਹਨੂੰ ਆਖਿਆ ਵੀ ਭਲਿਆ ਲੋਕਾ, ਹੁਣ ਆਪਣੇ ਆਪਣੇ ਘਰ ਚੱਲੀਏ, ਮੇਰੀ ਵੀ ਬੀਵੀ ਮੈਨੂੰ ਮਿਲ ਗਈ ਹੈ, ਤੇਰੀ ਵੀ ਤੈਨੂੰ ਮਿਲ ਗਈ ਹੈ। ਤੇ ਉਸ ਵੇਲੇ ਰਾਂਝੇ ਨੇ ਕਿਹਾ ਕਿ ਗੱਲ ਇਹ ਵੇ ਕਿ ਮੈਨੂੰ ਜਦੋਂ ਲੰਗੋਟ ਪਵਾਇਆ ਸੀ ਬਾਲਨਾਥ ਦੋਮ ਨੇ, ਬਾਲਨਾਥ ਵੀ 2 ਹੋਏ ਨੇ, ਇੱਕ ਅਬਲ ਹੋਇਆ ਇੱਕ ਦੋਮ ਹੋਇਆ। ਇਹ ਜਿਹੜਾ ਇਹਦਾ ਸੀ ਉਹ ਦੋਮ ਸੀ। ਅੱਛਾ,
ਉਹ ਬਾਲਨਾਥ ਦੋਮ ਨੇ ਜਦੋਂ ਮੈਨੂੰ ਲੰਗੋਟ ਪਵਾਇਆ ਸੀ ਫਕੀਰੀ ਦਾ, ਤੇ ਉਹਨੇ ਆਖਿਆ ਸੀ ਕਿ ਹੁਣ ਤੂੰ ਚਾਹੇ ਵੀ ਤੇ ਦੁਨੀਆਦਾਰੀ 'ਚ ਨਹੀਂ ਪਰਤ ਸਕਦਾ। ਇਸ ਵਾਸਤੇ ਮੈਂ ਹੁਣ ਦੁਨੀਆਦਾਰੀ 'ਚ ਨਹੀਂ ਪਰਤ ਸਕਦਾ। ਇਹ ਰਾਂਝੇ ਨੇ ਕਿਹਾ ਮੁਰਾਦ ਬਲੋਚ ਨੂੰ, ਹੀਰ ਨੂੰ ਆਖ ਜੇ ਮਲੰਗਣੀ ਬਣ ਕੇ ਰਹਿ ਸਕਦੀ ਹੈ ਤੇ ਮੇਰੇ ਨਾਲ ਰਹਿ ਲੈ। ਜਦੋਂ ਇਹ ਗੱਲ ਹੋਈ ਤੇ ਇਹ ਬੜੀ ਨਿਰਾਸ਼ਤਾ ਦੀ ਗੱਲ ਸੀ, ਬੜੀਆਂ ਖੁਸ਼ੀਆਂ ਦੇ ਵਿੱਚ, ਚਾਵਾਂ ਦੇ ਵਿੱਚ ਭੰਗ ਪੈ ਗਈ। ਔਰ ਉਹਨੇ ਜਾ ਕੇ ਮੁਰਾਦ ਬਲੋਚ ਨੇ ਜਦੋਂ ਗੱਲ ਦੱਸੀ ਪਈ ਜੀ ਧੀਦੋ ਤੇ ਆਹ ਗੱਲ ਆਂਦਾ, ਤੇ ਉਹ ਜੀ ਹੀਰ ਨਮਾਜ਼ ਪੜ੍ਹਦੀ ਸੀ ਕਿ ਉਸ ਵੇਲੇ, ਤੇ ਸਜਦੇ 'ਚ ਗਈ ਸੀ, ਉਹਨੇ ਚੀਕ ਮਾਰੀ ਤੇ ਉਹਦੀ ਰੂਹ ਜਿਹੜੀ ਹੈ ਪ੍ਰਵਾਸ ਕਰ ਗਈ। ਜਦੋਂ ਉਹਦੀ ਰੂਹ ਪ੍ਰਵਾਸ ਕਰ ਗਈ ਤੇ ਉਹਦੇ ਤੋਂ ਬਾਅਦ ਕਿਸੇ ਨੇ ਯਾਦ ਦੱਸਿਆ ਰਾਂਝੇ ਨੂੰ ਬਈ ਯਾਰ ਕੋਈ ਚੰਗੀ ਗੱਲ ਸੁਣਾਈ ਹੈ, ਉਹ ਹੀਰ ਤੇ ਜਿਹੜੀ ਆ ਉਹਦੀ ਰੂਹ ਪ੍ਰਵਾਸ ਕਰ ਗਈ ਹੈ। ਉਹਨੇ ਆਖਿਆ ਹੀਰ ਦੀ ਰੂਹ ਪ੍ਰਵਾਸ ਕਰ ਗਈ ਏ। ਉਹਨੇ ਵੀ ਹੱਕ ਦਾ ਨਾਰਾ ਮਾਰਿਆ ਤੇ ਉਹਦੀ ਵੀ ਜਾਨ ਉੱਥੇ ਹਵਾ ਹੋ ਗਈ ਦਾਸ ਵਿਸ਼ਵਾਨਾਥ ਦੇ ਡੇਰੇ ਤੇ, ਜਿਹੜਾ ਉੱਥੇ ਲਾਗੇ ਹੀ ਸੀ ਕਾਲਾ ਪਠਾਣਾ ਦੇ ਕੋਈ ਕਿਲੋਮੀਟਰ ਜਾਂ ਅੱਧਾ ਕਿਲੋਮੀਟਰ। ਔਰ ਉੱਥੇ ਅੱਜ ਵੀ ਨਾ ਢਿੱਲੋਂ ਸਾਹਿਬ ਇੱਕ ਪੁਲ ਬਣਿਆ ਜਿਹੜਾ ਪੁਰਾਣਾ ਵਿਆਹ ਸੀ ਨਾ, ਜਿਹਨੂੰ ਵਿਆਹ ਆਂਦੇ ਸਨ, ਬਿਆਸ ਦਰਿਆ ਦਾ ਪੁਰਾਣਾ ਬੈੱਡ, ਉਹ ਪੁਰਾਣੀਆਂ ਨਿੱਕੀਆਂ ਇੱਟਾਂ ਦਾ ਪੁਲ ਬਣਿਆ, ਉਹਨੂੰ ਹੀਰ ਤੇ ਰਾਂਝੇ ਦਾ ਪੁਲ ਆਂਦੇ ਨੇ, ਅੱਜ ਵੀ ਉੱਥੇ ਮੌਜੂਦ ਹੈ, ਜਾ ਕੇ ਵੇਖ ਸਕਦੇ ਹੋ। ਅੱਛਾ, ਉਹ ਜਦੋਂ ਦੋਵੇਂ ਫੌਤ ਹੋ ਗਏ ਤੇ ਫਿਰ ਜਨਾਬ ਇਹਨਾਂ ਨੂੰ ਉੱਥੋਂ ਊਠਾਂ ਦੇ ਊਠ ਲਿਆ ਤੇ ਉਹਦਾ ਕਚਾਵਾ ਬਣਵਾ ਕੇ ਤੇ ਉਹਦੇ ਦੋਵੇਂ ਲਾਸ਼ਾਂ ਪਾ ਕੇ ਤੇ ਇਹਨਾਂ ਨੂੰ ਤਖਤ ਹਜ਼ਾਰੇ ਲਿਆ ਕੇ ਤੇ ਦਫਨਾਇਆ ਗਿਆ। ਤਖਤ ਹਜ਼ਾਰੇ ਦਾ ਜਿਹੜਾ ਜੱਦੀ ਕਬਰਸਤਾਨ ਹੈ ਉਹਦੇ ਥੱਲੇ ਤਹਿਖਾਨਾ ਬਣਵਾ ਕੇ ਤੇ ਤਹਿਖਾਨੇ ਦੇ ਵਿੱਚ ਜ਼ਮੀਨ ਦੇ ਵਿੱਚ ਇਹਨਾਂ ਦੀ ਦੋਵਾਂ ਦੀ ਇੱਕ ਕਬਰ ਸਾਂਝੀ ਬਣਾ ਦਿੱਤੀ ਗਈ। ਔਰ ਉਹਦੇ ਉੱਤੇ ਉਹ ਜਿਹੜਾ ਪੋਰਾ ਬਣਾ ਕੇ ਤੇ ਪੋਰੇ ਦੇ ਉੱਤੇ ਮਸੀਤ ਬਣਾ ਦਿੱਤੀ ਗਈ। ਤੇ ਮਸੀਤ ਦੀ ਜਿਹੜੀ ਤੀਜੀ ਮੰਜ਼ਿਲ ਸੀ, ਇਹ ਇਹਦੀਆਂ ਜਿਹੜੀਆਂ ਭਾਬੀ ਸੀ ਉਹਨਾਂ ਨੇ ਉਹ ਗੋਲ ਮਸਜਿਦ ਬਣਵਾਈ, ਜਿਹੜੀ ਅੱਜ ਵੀ ਤਖਤ ਹਜ਼ਾਰੇ 'ਚ ਮਸਜਿਦ ਮੀਆਂ ਰਾਂਝਾ ਦੇ ਨਾਂ ਤੋਂ ਮੌਜੂਦ ਹੈ, ਨਿੱਕੀਆਂ ਇੱਟਾਂ ਦੀ ਮਸਜਿਦ। ਬਾਈ ਸਾਹਿਬ ਉਹ ਦਫਨਾਇਆ ਉੱਥੇ ਗਿਆ ਤਖਤ ਹਜ਼ਾਰੇ ਦੋਵਾਂ ਨੂੰ? ਤਖਤ ਹਜ਼ਾਰੇ ਦਫਨਾਏ ਗਏ ਦੋਵੇਂ ਹੀਰ ਤੇ ਰਾਂਝਾ। ਔਰ ਉਹਦੇ ਬਾਅਦ ਉਹਦੇ ਉੱਤੇ ਮਸਜਿਦ ਬਣਵਾਈ 3 ਮੰਜ਼ਿਲਾਂ, ਯਾਨੀ ਇੱਕ ਤੇ ਉਹ ਕਬਰ ਦੇ ਉੱਤੇ ਭੋਰਾ ਬਣਾ ਦਿੱਤਾ ਗਿਆ ਨਾ ਜ਼ਮੀਨ ਤੱਕ, ਹਾਂਜੀ ਭੋਰਾ ਸਮਝਦੇ ਹੋ ਨਾ, ਸੈੱਲ। ਅੱਛਾ, ਉਹਦੇ ਉੱਤੇ ਮਸਜਿਦ ਬਣਾਈ ਗਈ। ਗੱਲ ਤਾਂ ਕਰਦਾ ਜਿਹੜਾ ਝੰਗ ਦੇ ਵਿੱਚ ਹੁਣ ਮਜ਼ਾਰ ਹੈ ਹੀਰ ਦਾ ਜੀ, ਮੈਂ ਉਹਦੀ ਵੀ ਗੱਲ ਕਰਨਾ, ਉਹਦੀ ਵੀ ਮੈਂ ਗੱਲ ਕਰਨਾ ਜੀ। ਅੱਛਾ, ਉਹ ਸਾਰੇ ਵੇਖ ਕੇ ਇੱਥੇ ਜਦੋਂ ਦਫਨਾ ਦਿੱਤੇ ਗਏ ਤਖਤ ਹਜ਼ਾਰੇ ਦੇ ਵਿੱਚ, ਦਫਨਾ ਕੇ ਤੇ ਇਹਨਾਂ ਦੀ ਜਿਹੜੀ ਭਾਬੀ ਯਨਗਾ ਖਾਤੂਨ ਸੀ, ਉਹਨੇ 3 ਮੰਜ਼ਿਲਾ ਮਸਜਿਦ, ਯਾਨੀ ਪਹਿਲੀ ਮੰਜ਼ਿਲ ਤੇ ਜਿਹੜੀ ਸੀ ਉਹ ਤੇ ਇਹਨਾਂ ਦੀ ਕਬਰ ਦੇ ਉੱਤੇ ਬਣਾ ਦਿੱਤੀ ਗਈ, ਦੀਵਾਰ ਦੇ ਨਾਲ ਕਬਰ ਸੀ, ਉਹਦੇ ਵਿੱਚੋਂ ਪੌੜੀਆਂ ਕੱਢ ਕੇ ਤੇ ਮਸਜਿਦ ਦੀ ਜਿਹੜਾ ਮਸਜਿਦ ਦਾ ਫਰਜ਼ ਸੀ ਨਾ, ਉਹਦੇ ਮਸਜਿਦ ਦੇ ਫਰਜ਼ ਤੋਂ ਥੱਲੇ ਪੌੜੀਆਂ ਤਾਰੀਆਂ ਗਈਆਂ। ਦੂਜੀ ਮੰਜ਼ਿਲ ਜਿਹੜੀ ਸੀ ਉਹਦੇ ਉੱਤੋਂ ਤੀਜੀ ਮੰਜ਼ਿਲ ਬਣਾਈ ਗਈ ਤੇ ਪੌੜੀਆਂ ਉਤਾਂ ਚਾੜੀਆਂ ਗਈਆਂ। ਉੱਤੇ ਗੋਲ ਮਸਜਿਦ ਦਾ ਹਿੱਸਾ ਸੀ, ਉਹਦੇ ਵਿੱਚ ਲਾਇਬ੍ਰੇਰੀ ਵਗੈਰਾ ਕੁਤਬਖਾਨਾ ਸੀ, ਜਾਂ ਕਿਸੇ ਨੇ ਆਰਾਮ ਕਰਨਾ ਹੋਏ ਤੇ ਘੜੀ ਜਾ ਕੇ ਉਹ ਲੇਟ ਜਾਏ, ਤੋ ਉਹ ਬਣਵਾਈ ਗਈ। ਨਾਲ ਇਹਦੀਆਂ ਜਿਹੜੀਆਂ ਭਾਬੀਆਂ ਭੈਣਾਂ ਸਨ, ਆਕਲਾ ਖਾਤੂਨ ਤੇ ਬਖਤਾਵਰੀ ਖਾਤੂਨ, 2 ਭੈਣਾਂ ਸਨ। ਵਾਰਿਸ ਸ਼ਾਹ ਦੇ ਕਿੱਸੇ 'ਚ ਲਿਖਿਆ ਹੋਇਆ 8 ਪੁੱਤਰ 2 ਬੇਟੀਆਂ ਤੇ ਸਦੀਆਂ ਸਨ, ਵੱਡਾ ਟੱਬਰ ਤੇ ਵੱਡਾ ਪਰਿਵਾਰ ਰਹਾ। ਮੈਂ ਉਹਨਾਂ 8 ਪੁੱਤਰਾਂ ਦੇ ਨਾਮ ਹੀ ਆਪਣੀ ਕਿਤਾਬ ਸੱਚ ਬਾਣੀ 'ਚ ਦਿੱਤੇ ਨੇ, ਔਰ ਇਹ ਵੀ ਦੱਸਿਆ ਕਿ ਬੱਚੇ ਕਿਹੜੀ ਕਿਹੜੀ ਮਾਂ ਚੋਂ ਸਨ। ਤੇ ਪਹਿਲੇ 4 ਪੁੱਤਰ ਇੱਕ ਮਾਂ ਚੋਂ ਸਨ, ਤੇ ਦੂਜੇ ਜਿਹੜੇ ਸਨ 3 ਪੁੱਤਰ ਤੇ 2 ਧੀਆਂ ਇੱਕ ਮਾਂ ਚੋਂ ਸਨ। ਔਰ ਰਾਂਝਾ ਜਿਹੜਾ ਹੈ ਧੀਦੋ ਰਾਂਝਾ, ਇਹ ਤੀਸਰੀ ਮਾਂ ਚੋਂ ਸੀ। ਵਾਰਿਸ ਸ਼ਾਹ ਦੀ ਹੀਰ 'ਚ ਲਿਖਿਆ ਕਰੇ ਬਾਪ ਪਿਆਰ ਤੇ ਵੈਰ ਭਾਈ, ਖੌਫ ਰੱਬ ਦੇ ਥੀ ਨਾਹੀਂ ਸੰਗਦੇ ਨੀ। ਹੁਣ ਮੈਂ ਸੋਚਦਾ ਸਾਂ ਕਿ ਉਹ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਨੇ ਆਖਿਆ ਸੀ ਲਾਈ ਲੱਗ ਮੋਮਨ ਦੇ ਨਾਲੋਂ ਫੌਜੀ ਕਾਫਰ ਚੰਗਾ, ਮੈਂ ਸੋਚਦਾ ਸਾਂ ਵੀ ਛੋਟੇ ਭਰਾ ਨਾਲ ਦੇ ਲੋਕੀ ਪਿਆਰ ਕਰਦੇ ਨੇ, ਉਹਦੇ ਨਾਲ ਵੈਰ ਕਿਸ ਤਰ੍ਹਾਂ ਕਰਨ ਦੀ ਇਹ ਗੱਲ ਸਮਝ ਨਹੀਂ ਸੀ ਆਉਂਦੀ। ਉਹ ਮੈਨੂੰ ਉਦੋਂ ਆਈ ਜਦੋਂ ਮੈਂ ਸੈਯਦ ਤਾਲਿਬ ਹੁਸੈਨ ਬੁਖਾਰੀ ਦਾ ਥੀਸਿਸ ਪੜ੍ਹਿਆ ਤੇ ਫਿਰ ਮੈਂ ਸੱਚ ਬਾਣੀ ਲਿਖੀ ਕਿ ਉਹ ਤੇ ਤੀਸਰੀ ਮਾਂ ਚੋਂ ਸੀ, ਮਤਰੇਆ ਭਰਾ ਸੀ ਉਹਨਾਂ ਦਾ, ਹਾਂਜੀ। ਇਸ ਵਜ੍ਹਾ ਨਾਲ ਉਹਦੇ ਨਾਲ ਵੈਰ ਕਰਦੇ ਸਨ। ਉਹ ਗੱਲ ਕੀ, ਹਾਂ, ਉਹ ਫੌਤ ਹੋ ਗਿਆ ਜਦੋਂ ਤੋਂ ਉਹਨਾਂ ਨੂੰ ਦਫਨਾ ਦਿੱਤਾ ਗਿਆ।
ਉਹ ਜਿਹੜੀਆਂ ਭੈਣਾਂ ਸਨ ਦੋਵੇਂ, ਉਹਨਾਂ ਇੱਕ ਖੂਹ ਬਣਵਾਇਆ ਤੇ ਨਾਲ ਹਮਾਮ ਬਣਵਾਇਆ, ਔਰ ਉਹ ਹਮਾਮ ਦੇ ਮਿੱਟੀ ਦੇ ਪਾਈਪ ਸਨ। ਉੱਥੇ 2 ਬੰਦੇ ਮੈਨੂੰ ਮਿਲੇ ਸਨ, ਪਿਛਲੇ ਸਾਲ ਮੈਂ ਗਿਆ ਤਖਤਦਾਰੇ, ਉਹਨਾਂ ਦੱਸਿਆ ਜੀ ਕਿ ਅਸੀਂ ਜਦੋਂ 47 ਚ ਆਏ ਹਾਂ ਤੇ ਉਸ ਵੇਲੇ ਵੀ ਉਹ ਖੂਹ ਜਿਹੜਾ ਮੌਜੂਦ ਸੀ, ਔਰ ਉਹਦੇ ਚ ਸਿਫਤ ਇਹ ਸੀ ਕਿ ਪਾਣੀ ਪਿੱਛੋਂ ਸਿਆਲ ਦੇ ਵਿੱਚ ਪੈਂਦਾ ਸੀ ਤੇ ਅੱਗੋਂ ਗਰਮ ਨਿਕਲਦਾ ਸੀ, ਤੇ ਜੇ ਗਰਮੀਆਂ 'ਚ ਮਤਲਬ ਅੱਗੋਂ ਠੰਡਾ ਪਾਣੀ ਨਿਕਲਦਾ ਸੀ। ਅੱਗੇ ਇੱਕ ਤਲਾਬ ਬਣਿਆ ਸੀ, ਉਹ ਫਿਰ 1953 'ਚ ਇੱਕ ਸੈਲਾਬ ਆਇਆ, ਉਹ ਉਹਨੂੰ ਸਾਰੇ ਨੂੰ ਕੋਈ ਅਗਾਂਹ ਪਿਛਾਂਹ ਕਰ ਗਿਆ, ਕੋਈ ਰੁੜ ਗਿਆ ਤੇ ਉਹ ਮਸਜਿਦ ਨੂੰ ਵੀ ਤਰੇੜਾਂ ਪੈ ਗਈਆਂ। ਉਹ ਫਿਰ ਮਸਜਿਦ ਦਾ ਉਤਲਾ ਹਿੱਸਾ ਢੇੜ ਦਿੱਤਾ ਗਿਆ, ਜਿਹੜੀ ਮਸਜਿਦ ਦੇ ਮੀਆਂ ਰਾਂਝਾ ਹੈ, ਔਰ ਉਹਦੀ ਅਗਲੀ ਜਿਹੜੀ ਕੰਧ ਹੈ ਉਹ ਵੀ ਖਰਾਬ ਹੋ ਗਈ, ਉਹ ਵੀ ਦੁਬਾਰਾ ਬਣਾਈ। ਲੇਕਿਨ ਉਹਦੀ ਜਿਹੜੀ ਬੈਕ ਵਾਲੀ ਕੰਧ ਹੁਣ ਵੀ ਨਿੱਕੀਆਂ ਇੱਟਾਂ ਦੀ ਬਣੀ ਹੋਈ ਹੈ, ਔਰ ਉਹਦਾ ਮਹਿਰਾਬ ਤੇ ਪਿਛਲੀ ਸਾਰੀ ਕੰਧ ਔਰ ਸਾਈਡ ਦੇ ਉੱਤੇ 2 ਬਰਾਂਡੇ ਵੀ ਨਿੱਕੀਆਂ ਇੱਟਾਂ ਦੇ। ਨਿੱਕੀਆਂ ਇੱਟਾਂ ਜਿਹੜੀਆਂ ਨਾਨਕਸ਼ਾਹੀ ਨੇ ਉਹ ਬੋਲ ਕੇ ਦੱਸਦੀਆਂ ਨੇ ਕਿ 500 ਤੋਂ 600 ਸਾਲ ਪੁਰਾਣੀ ਸੀ। ਹਾਂਜੀ ਹਾਂਜੀ। ਅੱਛਾ, ਹੁਣ ਰਹਿ ਗਈ ਗੱਲ ਦੂਜੀ ਕਿ ਜਿਹੜਾ ਚੰਗ 'ਚ ਹੀਰ ਤੇ ਰਾਂਝੇ ਦਾ ਮਜ਼ਾਰ ਹੈ। ਚੰਗ 'ਚ ਜਿਹੜਾ ਹੀਰ ਤੇ ਰਾਂਝੇ ਦਾ ਮਜ਼ਾਰ ਹੈ ਨਾ ਜੀ, ਉਹ ਇਸ ਤਰ੍ਹਾਂ ਹੈ ਕਿ 840 ਹਿਜਰੀ 'ਚ, ਹਾਂਜੀ, ਤੇ ਇਹ 865 ਚ ਪੈਦਾ ਹੋਈ ਸੀ ਹੀਰ ਜਿਹੜੀ ਹੈ, 865 ਹਿਜਰੀ 'ਚ, ਯਾਨੀ ਇਹਦੇ ਤੋਂ 25 ਸਾਲ ਪਹਿਲਾਂ ਦੀ ਗੱਲ ਹੈ। ਤੇ 40 ਸਾਲ ਪਹਿਲਾਂ ਦੀ ਗੱਲ ਹੈ ਕਿ ਜਿਹੜੇ ਹਨ ਨਾ ਹਜ਼ਰਤ ਕਬੀਰ ਸਾਨੀ ਉੱਚ ਸ਼ਰੀਫ ਵਾਲੇ, ਹਜ਼ਰਤ ਅਹਿਮਦ ਕਬੀਰ ਸਾਨੀ ਉੱਚ ਸ਼ਰੀਫ ਵਾਲੇ ਬੜੀ ਵੱਡੀ ਹਸਤੀ ਹੋਏ ਨੇ, ਉਹ ਆਏ ਸਨ ਮਿੱਢ ਰਾਂਝੇ। ਮਿੱਢ ਰਾਂਝੇ ਆਏ ਸਨ ਤੇ ਉਹਨਾਂ ਦੇ ਕੋਲ ਮੁਰਾਦ ਬਖਸ਼ ਰਾਂਝਾ ਨਾਂ ਦਾ ਇੱਕ ਬੰਦਾ ਆਇਆ, ਬੱਚਾ ਆਇਆ, ਉਹਨੇ ਕਿਹਾ ਜੀ ਮੈਨੂੰ ਬੈਤ ਕਰੋ। ਅੱਛਾ, ਉਹਨਾਂ ਕਿਹਾ ਵੀ ਤੇਰਾ ਜਿਹੜਾ ਬੈਤ ਦਾ ਬਖਰਾ ਹੈ ਨਾ ਉਹ ਵੇ ਮਾਈ ਹੀਰ ਕੋਲ, ਔਰ ਮਾਈ ਹੀਰ ਜਿਹੜੀ ਹੈ ਮਜਜ਼ੂਬ ਹੈ, ਔਰਤ ਹੈ, ਉਹਦੇ ਕੋਲ ਚਲਾ ਜਾ ਚੰਗ। ਅੱਛਾ, ਉਹ ਫਿਰ ਜਨਾਬ ਉੱਥੇ ਗਿਆ। ਇਹ ਜਿਹੜੀ ਚੰਗ ਵਾਲੀ ਮਾਈ ਹੀਰ ਹੈ ਇਹ 25-30 ਸਾਲ ਪਹਿਲਾਂ ਹੋਈ ਹੈ, ਇਸ ਦਾ ਉਸ ਕਿਸੇ ਨਾਲ ਕੋਈ ਦੂਰ ਦੂਰ ਦਾ ਵੀ ਤਲਕ ਨਹੀਂ, ਹਾਂਜੀ। ਔਰ ਇਹ ਕਰੈਕਟਰ ਹੀ ਹੋਰ ਹੋਏ ਨੇ, ਇਹਦਾ ਨਾਮ ਹੀ ਹੋਰ ਹੈ। ਇਹ ਮੁਰਾਦ ਬਖਸ਼ ਰਾਂਝਾ ਹੈ, ਉਹ ਹੀਰ ਜਿਹੜਾ ਕਿੱਸੇ ਵਾਲਾ ਸੀ ਉਹ ਧੀਦੋ ਰਾਂਝਾ ਸੀ, ਹਾਂਜੀ। ਉਹਦਾ ਪਿਓ ਮੌਜਦਾਰ ਸੀ, ਇਹਦੇ ਪਿਓ ਦਾ ਕੋਈ ਨਹੀਂ ਪਤਾ ਵੀ ਕੌਣ ਸੀ, ਮਤਲਬ ਇਹ ਕਿਹੜੀ ਬਰਾਦਰੀ ਚੋਂ ਸੀ ਜਾਂ ਕਿਹੜੇ ਥਾਂ ਦਾ ਸੀ। ਤੇ ਇਹ ਲੋਕਾਂ ਨੇ ਨਾ ਇਸ ਤਰ੍ਹਾਂ ਹੀ ਮਿਸਕਨਸੈਪਸ਼ਨ ਜਿਹਾ ਬਣਾ ਲਿਆ ਕਿ ਜੀ ਹੀਰ ਰਾਂਝੇ ਦੇ ਮਜ਼ਾਰ ਤੇ ਚੱਲੇ ਆ, ਉਹ ਐਕਚੁਅਲ ਹੋਰ ਦਰਵੇਸ਼ ਔਰਤ ਸੀ। ਇੱਕ ਹੋਰ ਗੱਲ ਨਾਸਰ ਢਿੱਲੋਂ ਸਾਹਿਬ, ਜਦੋਂ ਇੱਥੇ ਸਿਕੰਦਰ ਯੂਨਾਨੀ ਆਇਆ, ਸਿਕੰਦਰ ਯੂਨਾਨੀ ਆਇਆ 326 BC ਚ, ਅੱਛਾ ਜੀ, 326 BC ਚ ਆਇਆ, ਤੇ ਉਹਦੇ ਨਾਲ ਜਿਹੜਾ ਵੈਂਸ ਕਬੀਲਾ ਨਾ ਜੱਟਾਂ ਦਾ ਪੰਜਾਬ ਚ ਬੜਾ ਵੱਡਾ, ਇੰਡੀਆ ਵਾਲੇ ਬੈਂਸ ਆਂਦੇ ਨੇ ਤੇ ਸਾਡੇ ਵੈਂਸ ਆਂਦੇ ਨੇ, ਇਹ ਯੂਨਾਨੀਅਲ ਨਸਲ ਨਹੀਂ, ਇਹ ਉਹਦੇ ਨਾਲ ਆਏ ਸਨ। ਔਰ ਜਦੋਂ ਇੱਥੇ ਉਹਨੂੰ ਮੱਲੀ ਜੱਟਾਂ ਨੇ, ਮਤਲਬ ਅੱਜ ਹੀ ਮੇਰੀ ਉਹ ਪੋਸਟ ਜਿਹੜੀ ਸੀ ਕਿ ਮੱਲੀ ਜੱਟਾਂ ਮਾਰਿਆ ਖੰਜਰ, ਉਹਨੂੰ ਮੁਲਤਾਨ ਵਿੱਚ ਮਾਰ ਦਿੱਤਾ ਉਹਨੂੰ, ਤੇ ਉਸ ਵੇਲੇ ਇਹਦੀ ਕਾਫੀ ਇਹ ਜਿਹੜੇ ਬੈਂਸ ਕਬੀਲਾ ਇੱਥੇ ਰਹਿ ਗਿਆ ਸੀ। ਇਹ ਜਦੋਂ ਇੱਥੇ ਰਹਿ ਗਿਆ ਸੀ ਤੇ ਯੂਨਾਨ ਵਿੱਚ ਇਹਨਾਂ ਦੀ ਇੱਕ ਹੀਰਾ ਦੇਵੀ ਸੀ ਜਿਹਨੂੰ ਪੂਜਦੇ ਹੁੰਦੇ ਸਨ, ਇਹ ਜਿਹੜੇ ਬੈਂਸ ਕਬੀਲਾ ਜਾਂ ਵੈਂਸ ਕਬੀਲਾ। ਔਰ ਇੱਥੇ ਦੱਸਦੇ ਨੇ ਚੰਗ ਵਿੱਚ ਵੀ ਬਹੁਤ ਜ਼ਿਆਦਾ ਇਸ ਜਗ੍ਹਾ ਤੇ ਹੀਰਾ ਦੇਵੀ ਦਾ ਇਹਨਾਂ ਮੰਦਿਰ ਬਣਾਈ ਰੱਖਿਆ ਬੜਾ ਚਿਰ। ਅੱਛਾ, ਉਹ ਜਦੋਂ ਫਿਰ ਉਹ ਵੈਂਸ ਕਬੀਲਾ ਮੁਸਲਮਾਨ ਹੋ ਗਿਆ ਤੇ ਉਹ ਦੁਬਾਰਾ, ਮਤਲਬ ਇਹਦੇ ਬਾਰੇ ਚ 2-3 ਮਿੱਥਾਂ ਨੇ, ਔਰ ਜਿੰਨੇ ਵੀ ਰਾਈਟਰ ਨੇ, ਮਸਲ ਨੂਰ ਮੁਹੰਮਦ ਚੇਲਾ ਹੈ, ਹਾਂਜੀ, ਬਲਾਲ ਜ਼ਬੈਰੀ ਹੈ, ਇਹ ਸਾਰੇ ਕਨਫਿਊਜ਼ ਨੇ ਇਹਦੇ ਬਾਰੇ ਚ, ਹਾਂਜੀ। ਕੋਈ ਅੱਗੜ ਪਿਛੜ ਕੋਈ ਇੰਜ ਦੀਆਂ ਗੱਲਾਂ ਕਰਦੇ ਨੇ ਵੀ ਜਿਹਦੇ ਤੋਂ ਕੱਖ ਵੀ ਨਹੀਂ ਨਿਕਲਦਾ ਬਾਹਰ ਜੀ। ਅੱਛਾ, ਉਹਦੇ ਚ ਇਹਦਾ ਮਤਲਬ ਵੀ ਝੰਗ, ਅਸੀਂ ਲਾਸਟ ਟਾਈਮ ਮੈਂ ਵੀ ਗਿਆ ਸੀ, ਇੱਕ ਆਇਆ ਸੀ ਕੈਨੇਡਾ ਅਮਰੀਕਾ ਤੋਂ ਦੋਸਤ, ਤੇ ਉੱਥੇ ਫਿਰ ਜਿਹੜੀ ਸਟੋਰੀ ਦੱਸੀ ਜਾਂਦੀ ਉਹ ਤੇ ਬਿਲਕੁਲ ਹੀਰ ਰਾਂਝੇ ਵਾਲੀ ਇਹਦੇ ਨਾਲ ਜੋੜ ਕੇ ਦੱਸੀ ਜਾਂਦੀ ਹੈ ਕਿ ਆ ਉੱਤੇ ਇਹਦੇ ਛੱਤ ਆ ਤੇ ਪੋਤੇ ਮੀਂਹ ਨਹੀਂ ਪੈਂਦਾ, ਤੇ ਇਸ ਤਰ੍ਹਾਂ ਦੀਆਂ ਹੋਰ ਤਰ੍ਹਾਂ ਦੀਆਂ ਹੋਰ ਟਾਈਪ ਦੀਆਂ ਵੀ ਗੱਲਾਂ। ਉਹ ਮੈਂ ਨਾਸਰ ਸਾਹਿਬ ਉੱਥੇ, ਮੈਂ ਨਾਸਰ ਸਾਹਿਬ ਗਿਆ ਸਾਂ ਮੁਮਤਾਜ਼ ਬਲੋਚ ਕੋਲ, ਤੇ ਮੈਂ ਮੁਮਤਾਜ਼ ਬਲੋਚ ਨੂੰ ਕਿਹਾ ਵੀ ਚੱਲ ਯਾਰ ਉੱਥੇ ਹੀਰ ਦੇ ਚੱਲੀਏ। ਅਸੀਂ ਉੱਥੇ ਗਏ ਤੇ ਉਹ ਉੱਤੋਂ ਜਿਹੜਾ ਉਹ ਗੁੰਬਦ ਕੱਟਿਆ ਨਾ, ਉੱਥੇ ਬੈਠੇ ਹਾਂ, ਤੇ ਉਹ ਜਿਹੜਾ ਉੱਥੇ ਮੁਜਾਵਰ ਸੀ ਉਹਨੇ ਆਖਿਆ ਮੈਂ ਚਾਹ ਤੁਹਾਨੂੰ ਪਿਆਨਾ।
ਉਹ ਚਾਹ ਪਿਆਣ ਡੱਠਾ ਤੇ ਉਸ ਵੇਲੇ ਕਣੀਆਂ ਲੱਥੀਆਂ ਸਨ ਤੇ ਸਾਡੇ ਕੱਪੜਿਆਂ ਤੇ ਪਈਆਂ ਪੈਂਦੀਆਂ ਸਨ। ਇਹ ਅਜੀਬ ਪਖੰਡ ਹੈ, ਇਹੋ ਜਿਹੀਆਂ ਗੱਲਾਂ ਬਣਾਉਣ ਦਾ। ਮੀਂਹ ਨਹੀਂ ਪੈਂਦਾ ਉੱਥੇ। ਮੈਂ ਮਤਲਬ ਆਪ ਗਵਾਹ ਵੀ ਕਣੀਆਂ ਲੱਥੀਆਂ ਹਨ ਤੇ ਸਾਡੇ ਉੱਤੇ ਪਈਆਂ ਪੈਂਦੀਆਂ ਹਨ ਥੱਲੇ ਪਈ। ਅੱਛਾ ਭਾਈ ਸਾਹਿਬ, ਸਾਡੇ ਨਾਲ ਦੋ ਦੋਸਤ ਨੇ, ਇਹਨਾਂ ਦੇ ਕਮੈਂਟ ਲੈ ਲਈ, ਕੀ ਪੁੱਛਣਾ ਚਾਹੁੰਦੇ ਨੇ। ਰਜੀਤ ਕੁਮਾਰ ਜੀ ਨੇ। ਰਜੀਤ ਜੀ ਕੀ ਕਹਿਣਾ ਚਾਹੁੰਦੇ ਹੋ? जी आया नु जी आया नमस्ते जी। जी नमस्ते हाल है जी। जी खैरा जी। मैं कह रहा था जी, आप में से कोई सियालकोट गए हो जी? मैं जम्मिया ही सियालकोट का, मेरा जिला ही सियालकोट है। अच्छा रजीत जी, मेरे परदादा जो परदादा थे वे सियालकोट के ही रहने वाले थे। सियालकोट शहर दे या किसी मेरे परदादा थे प्रॉपर शहर के थे, और तहसील जो सियालकोट की कचहरी है उसके सामने उनका घर था। अच्छा कुमार जी, ਤੁਸੀਂ ਇਹ ਮੈਨੂੰ ਨਾ ਪਰਸਨਲ 'ਚ ਮੈਸੇਜ ਕਰ ਦਿਓ। ਇਹ ਅਸੀਂ ਜਿਹੜੇ ਟੌਪਿਕ ਤੇ ਲੱਗੇ ਆ ਅਸੀਂ ਉਹ ਤੋਂ ਉਖੜ ਜਾਣਾ ਵਾ। ਅਗਰ ਉਹਦੇ ਰਿਗਾਰਡਿੰਗ ਤੁਸੀਂ ਕੁਝ ਕਹਿਣਾ ਚਾਹੁੰਦੇ ਤਾਂ ਜ਼ਰੂਰ ਕੁਐਸਚਨ ਕਰ ਲਓ। ਅਗਰ ਤੁਸੀਂ मतलब हीर रांझा के टॉपिक के रिगार्डिंग नाले पंजाबी च गल करो। मुंडे तुसी सियालकोट दे हो ते पंजाबी इतनी तरह से नौदी जुबान च पे करदे हो। मुझे पंजाबी इतनी अच्छी तरह से नहीं आती है। दरअसल यूपी, मैं उत्तर प्रदेश में रहता हूँ ना। अच्छा, तो किस देश च? मैं यूपी में रहता हूँ, तो मुझे पंजाबी मैं यूपी में रहता हूँ, उत्तर प्रदेश में। ਉੱਥੇ ਤੇ ਮਸ਼ੀਨਾਂ ਲੱਗੀਆਂ ਉਰਦੂ ਪੈਦਾ ਕਰਨ मेरठ के मेरा मेरठ के पास मुजफ्फरनगर है, वहां पे रहता हूँ मैं। तो यहाँ पंजाबी मुझे इतनी अच्छी तरह आती नहीं है। चलो कोई गल नहीं, साडे नाल लोग ते आ जाएगी। आज के टॉपिक के रिलेटेड आप कुछ कहना चाहते हैं तो बता दें। आपकी मगर उर्दू या हिंदी में ही मैं अच्छी तरह से बात कर पाता हूँ। हाँ जी हाँ जी। चलो कोई बात, क्योंकि हमारे यहाँ बोली हिंदी या उर्दू, हिंदी उर्दू बोली जाती है, इधर पंजाबी नहीं बोली जाती है ना। मुझे समझ आ गई है सारी। कोई बात नहीं, आपकी मजबूरी है भाई, ठीक है। हाँ, बात ये है ना कि अगर ये 47 का पार्टीशन नहीं होता ना, तो फिर आपके वहीं सियालकोट में ही हम भी वहीं रह रहे होते। ये तो दिल पे तलवार चल गई हमारे, 47 का पार्टीशन हो गया। सियालकोट जिले का पूरन भगत का किस्सा जो है वो आजकल मैंने शुरू किया है। जी जी भाई साहब, साढ़े औलख साहब साढ़े ते मुंह ढीले हो गए हैं उर्दू बोल बोल के। हाँ जी, नासिर सैन बाजवा साहब जी, ਤੁਹਾਨੂੰ ਦੋਵਾਂ ਨੂੰ अस्सलाम वालेकुम। वालेकुम सलाम जी अस्सलाम वालेकुम। हाँ जी, बड़ा मनपसंद, बड़ा स्वाद आ रहा ਸੀ ਵੈਸੇ ਗੱਲ ਸੁਣਨ ਦਾ। जी मैं ਗੱਲ ਐਂਦਾ ਜੀ, ਮਤਲਬ ਹੀਰ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ, ਸੁਣਦੇ ਆ ਰਹੇ ਹਾਂ। ਪਹਿਲੀ ਗੱਲ, ਇੱਕ ਬੜੀ ਕੰਟਰੋਵਰਸੀ ਹੈ। ਕਈ ਲੋਕ ਇਹ ਕਹਿ ਰਹੇ ਨੇ ਕਿ ਇਹ ਜਿਹੜਾ ਸੀ ਨਾ ਜੀ ਆਪਣੇ ਇੱਕ ਮਨ ਘੜਤ ਕਹਾਣੀ ਹੈ। ਕਹਿੰਦੇ ਜੀ ਹੀਰ ਹੋਈ ਨਹੀਂ ਕੋਈ ਵੀ। ਮਤਲਬ ਇਹ ਵਾਰਿਸ ਸ਼ਾਹ ਦੀ ਆਪ ਬੀਤੀ ਸੀ, ਜਾਂ ਵਾਰਿਸ ਸ਼ਾਹ ਨੇ ਘੜੀ ਕਢਾਈ ਕੋਈ ਕਹਾਣੀ ਲਿਖੀ ਸੀ। ਜਿਵੇਂ ਇੰਡੀਆ 'ਚ ਕਈ ਵਾਰੀ ਕਹਿੰਦੇ ਨੇ ਰਮਾਇਣ ਇੱਕ ਮਤਲਬ ਵਾਲਮੀਕ ਦੀ ਮਿੱਥ ਕਹਾਣੀ ਹੈ, ਇੱਕ ਅਸਲੀ ਨਹੀਂ। ਪਰ ਉਹ ਖੈਰ ਇੱਕ ਵੱਖਰੀ ਗੱਲ ਹੈ। ਮੈਨੂੰ ਨਹੀਂ ਪਤਾ ਕਿ ਕਿੱਥੋਂ ਤੱਕ ਸੱਚ ਹੋਏਗੀ। ਅਸੀਂ ਪੰਜਾਬੀ ਹੀਰ ਨੂੰ ਅੱਜ ਕੱਲ, ਮੈਂ ਸੁਣਿਆ ਉੱਥੇ ਹੀਰ ਮਾਈ ਲਿਖਿਆ, ਮੈਂ ਵੇਖਿਆ ਉਹਦੀ ਸਮਾਧ ਤੇ ਹੀਰ ਮਾਈ ਝੰਗ ਵਾਲੀ ਤੇ। ਪਤਾ ਨਹੀਂ ਝੰਗ ਵਾਲੀ ਸਮਾਧ ਅਸਲੀ ਹੈ ਕਿ ਨਕਲੀ ਹੈ, ਪਰ ਉਹ ਹੀਰ ਮਾਈ ਲਿਖਿਆ ਹੈ। ਕੀ ਇੱਕ ਇਹ ਤਾਂ ਮੇਰੀ ਪਹਿਲੀ ਗੱਲ ਕਿ ਕੀ ਹੀਰ ਨੂੰ ਵਾਕਈ ਉੱਥੇ ਮਾਈ ਦਾ ਦਰਜਾ ਪ੍ਰਾਪਤ ਹੈ ਅੱਜ ਕੱਲ ਝੰਗ ਦੇ ਇਲਾਕੇ 'ਚ? मैं अर्ज किया अगे दसिया भी जेड़ा वो जंग च मजार है माई हीर दा, ओदा तलक ही कोनी इस किसे वाली हीर नाल। ये अलहदा करैक्टर ने, और इन्हां च 40-35-40 साल दा फर्क होया। एक गल, दूजा जेड़ा ओदा मुरीद सी मुराद बख्श रांझा, ओ ਇਹਦਾ ਜਿਹੜਾ ਇਸ ਹੀਰ ਦਾ ਜਿਹੜਾ ਮਤਲਬ ਹੈ ਸੀ ਆਸ਼ਿਕ ਜਾਂ ਉਹਦਾ ਖਾਮਦ, ਸਾਡੇ ਕਿਸੇ ਦੇ ਮੁਤਾਬਕ ਤੇ ਬਚਪਨ ਨਾਲ ਉਹਦੇ ਨਾਲ ਨਿਕਾਹ ਹੋਇਆ। ਉਹਦਾ ਨਾਂ ਸੀ ਧੀਦੋ ਰਾਂਝਾ ਜੀ। ਇਸ ਵਾਸਤੇ ਰਾਂਝਾ ਤੇ ਬਹੁਤ ਬੜੀ ਕੌਮ ਹੈ, ਹੁਣ ਜਿਹਦੇ ਨਾਮ ਹੀ ਰਾਂਝਾ ਲੱਗੇ ਉਹ ਹੀਰ ਦਾ ਹੀ ਆਸ਼ਿਕ ਤੇ ਨਹੀਂ ਨਾ ਹੋ ਸਕਦਾ। ਉਹ ਮੈਂ ਅਰਜ਼ ਕੀਤਾ ਹੈ ਕਿ ਉਹ ਬਿਲਕੁਲ ਕਰੈਕਟਰ ਹੀ ਵੱਖਰੇ ਨੇ। ਉਹ ਕਰੈਕਟਰ ਹੀ ਵੱਖਰੇ ਨੇ, ਔਰ 25 ਤੋਂ 30 ਸਾਲ ਪਹਿਲਾਂ ਹੋਏ ਨੇ। ਇੱਕ ਬੜੀ ਵੱਡੀ ਕਨਫਿਊਜ਼ਨ ਸੀ ਜਿਹੜੀ ਤੁਸੀਂ ਦੂਰ ਕੀਤੀ ਹੈ। ਅੱਛਾ, ਇੱਕ ਗੱਲ, ਮੈਂ ਕਦੀ ਪਾਕਿਸਤਾਨ, ਮੈਨੂੰ ਪੰਜਾਬ ਜਾਣ ਦਾ ਮੌਕਾ ਨਹੀਂ ਮਿਲਿਆ, ਪਰ ਮੇਰੇ ਖਿਆਲ 'ਚ ਸਾਡੀ ਸੋਚ ਅੱਜ ਵੀ ਉੱਥੇ ਦੀ ਉੱਥੇ ਹੀ ਖੜੀ ਹੋਏਗੀ।
ਅਸੀਂ ਪੰਜਾਬ ਵਾਲੇ ਪਾਸੇ ਆਮ ਤੌਰ ਤੇ ਮੈਂ ਇਹ ਗੱਲ ਸੁਣਦਾ ਕਿ ਸ਼ਹੀਦ ਭਗਤ ਸਿੰਘ ਦਾ ਅਸੀਂ ਬੜਾ ਨਾਂ ਲੈਂਦੇ ਹਾਂ। ਅਸੀਂ ਕਹਿੰਦੇ ਹਾਂ ਭਗਤ ਸਿੰਘ ਘਰ ਘਰ ਜੰਮਣ ਪਰ ਸਾਡੇ ਘਰ ਨਾ ਜੰਮੇ। ਹੀਰ ਜਿਹੜੀ ਅਸੀਂ ਉਹਨੂੰ ਕਿੱਸਿਆਂ ਕਹਾਣੀਆਂ 'ਚ ਸੁਣਦੇ ਹਾਂ, ਗੀਤਾਂ 'ਚ ਸੁਣਦੇ ਹਾਂ, ਪਰ ਕੋਈ ਵੀ ਪੰਜਾਬੀ ਇਹ ਨਹੀਂ ਚਾਹੁੰਦਾ ਕਿ ਹੀਰੋ ਦੇ ਘਰ 'ਚ ਜੰਮੇ। ਉਹ ਕਹਿੰਦੇ ਗੁਆਂਢੀਆਂ ਦੇ ਘਰ ਜੰਮੇ ਪਰ ਸਾਡੇ ਘਰ ਨਾ ਜੰਮੇ। ਹਾਂਜੀ, ਵਾਹ, ਸੋਹਣੀ ਗੱਲ ਕੀਤੀ ਜੇ। ਜਦੋਂ ਸੋਹਣਿਓ ਮੇਰੀ ਹੀਰ ਦਿੱਲੀ ਤੋਂ ਛਪਦੀ ਹੈ ਪਈ, ਬਲਕਿ ਛਪ ਜਾਣੀ ਸੀ। ਹੁਣ ਤੱਕ ਆ ਕਰੋਨਾ ਜਿਹੜਾ ਨਾ ਇਹ ਨਾ ਪੈਂਦਾ ਤੇ ਮਨਪ੍ਰੀਤ ਪ੍ਰਕਾਸ਼ਨ ਦਿੱਲੀ ਦੇ ਵਿੱਚ ਗੀਤਾ ਕਾਲੋਨੀ 'ਚ ਉਹਨੇ ਹੁਣ ਤੱਕ ਛਾਪ ਦੇਣੀ ਸੀ। ਜਦੋਂ ਉਸ ਹੀਰ ਨੂੰ ਪੜ੍ਹੋਗੇ ਤੇ ਜਿਹੜੀ ਮਰਜ਼ੀ ਸਾਡੀ ਧੀ ਭੈਣ ਵੀ ਪੜ੍ਹੇ ਤੇ ਉਦੋਂ ਮਗਰੋਂ ਹਰ ਬੰਦਾ ਦੁਆ ਕਰੇਗਾ, ਯਾ ਮੌਲਾ ਮੇਰੇ ਘਰ ਇੰਜ ਦੀ ਸੱਚੀ ਧੀ ਔਰ ਇੰਜ ਦੇ ਕਿਰਦਾਰ ਦੀ ਧੀ ਰੱਬ ਪੈਦਾ ਕਰੇ। ਤੁਸੀਂ ਇਹਨੂੰ ਦੂਰ ਕਰ ਰਹੇ ਹੋ ਕਿ ਉਹ ਜਿਹੜੇ ਕਿਸੇ ਕਹਾਣੀਆਂ ਅਸੀਂ ਪੜ੍ਹੇ ਨੇ ਉਹ ਸਹੀ ਨਹੀਂ ਸਨ। ਵੇਖੋ ਜੀ, ਮੈਂ ਇਹ ਅਰਜ਼ ਕਰਨਾ ਕਿ ਸਾਡਾ ਇਹ ਫਰਜ਼ ਹੈ ਕਿਸੇ ਕਾਰ ਦਾ ਫਰਜ਼ ਹੁੰਦਾ ਹੈ ਕਿ ਉਸ ਜਿਹੜਾ ਧਰਤੀ ਦੇ ਵਿੱਚ ਉਹ ਜਿਹੜੀ ਧਰਤੀ ਦਾ ਕਿੱਸਾ ਰਚ ਰਿਹਾ, ਜਿਹੜੇ ਜਿੱਥੋਂ ਦੇ ਲੋਕ ਉਹਦੇ ਕਰੈਕਟਰ ਨੇ, ਉਹਨਾਂ ਕਰੈਕਟਰਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਨਾ ਕਰੇ, ਉਹਨਾਂ ਦੀ ਇੱਜ਼ਤ ਬਹਾਲ ਰੱਖੇ। ਬੁਰੇ ਬੰਦੇ ਨੂੰ ਜ਼ਰੂਰ ਬੁਰਾ ਆਖੇ ਲੇਕਿਨ ਸਾਰੀ ਕੌਮ ਨੂੰ ਬੁਰਾ ਨਾ ਕਰਦੇ। ਔਰ ਜਿਹੜੀ ਸਾਡੇ ਕਿੱਸੇ ਦੇ ਹੀਰ ਹੈ, ਉਹਦਾ ਬਚਪਨ ਦੇ ਵਿੱਚ ਨਿੱਕੀ ਉਮਰੇ ਨਿਕਾਹ ਹੋਇਆ ਸੀ ਧੀਦੋ ਰਾਂਝੇ ਨਾਲ। ਉਹਨੇ ਨਾ ਤੇ ਕੋਈ ਭੱਤਾ ਖੜਿਆ ਉਹਦੇ ਲਈ ਚਾਹ ਕੇ, ਨਾ ਰਾਂਝਾ ਇੱਕ ਦਿਨ ਵੀ ਤੱਕ ਰਾਂਝੇ ਚੰਗ ਗਿਆ, ਸਾਰੀ ਉਮਰ ਨਹੀਂ ਗਿਆ ਰਾਂਝਾ, ਇਸ ਵਾਸਤੇ ਕਿ ਉਹਨਾਂ ਤੇ ਉਹਦਾ ਹੱਕ ਖੋਹ ਲਿਆ, ਉਹਦਾ ਕੀਤਾ ਨਿਕਾਹ ਤੜਾ ਕੇ ਤੇ ਧੱਕੇ ਨਾਲ ਉਹਦਾ ਵਿਆਹ ਦਿੱਤੀ। ਔਰ ਉਹ ਆਪਣੇ ਹੱਕ ਦੀ ਜੰਗ ਲੜਦਾ ਆ। ਉਹਦੀ ਅਖੀਰ ਗੱਲ ਨਾ ਸੁਣੀ ਤੇ ਫਿਰ ਅਖੀਰ ਮਰਾਦ ਬਲੋਚ ਤੇ ਸੈਤੀ ਨੂੰ ਲੈ ਗਿਆ ਤੇ ਹੀਰ ਤੇ ਜਿਹੜਾ ਉਹ ਰਾਂਝਾ ਲੈ ਕੇ ਉਥੋਂ ਰੰਗਪੁਰ ਖੇੜਿਆਂ ਤੋਂ ਚਲੇ ਗਏ। ਤੋ ਨਾ ਕੋਈ ਮੱਝਾਂ ਚਰਾਉਣ ਵਾਲੀ ਕਹਾਣੀ ਤੇ ਨਾ ਕੋਈ ਜਨਾਬ ਵੰਝਲੀ ਵਜਾਉਣ ਵਾਲੀ ਕਹਾਣੀ, ਇਹ ਸਾਰੀਆਂ ਲੋਕਾਂ ਨੇ ਘੜੀਆਂ ਹੋਈਆਂ ਨੇ। ਹੀਰ ਦਾ ਕਿੱਸਾ ਬਿਲਕੁਲ ਐਗਜ਼ੈਕਟ ਹੈ। ਹੀਰ 1461 ਚ ਪੈਦਾ ਹੋਈ ਸੀ, 1461 ਈਸਵੀ ਵਿੱਚ, ਔਰ ਰਾਂਝਾ ਜਿਹੜਾ 1458 ਈਸਵੀ ਚ ਪੈਦਾ ਹੋਇਆ ਸੀ। ਔਰ ਜਦੋਂ ਮੱਲ ਖਾਂ ਸਿਆਲ ਨੇ ਰਾਜ ਸਾਂਭਿਆ 1462 ਚ, ਉਦੋਂ ਹੀਰ 1 ਸਾਲ ਦੀ ਸੀ। ਉਹਦੇ ਪਿਓ ਦੀ ਕਬਰ ਮੌਜੂਦ ਹੈ ਉੱਥੇ 18 ਹਜ਼ਾਰੀ ਦੇ ਕੋਲ। ਕੋਟਲੀ ਬਾਕਰ ਸ਼ਾਹ ਦਾ ਜਿਹੜਾ ਕਬਰਸਤਾਨ ਹੈ ਮਾਛੀ ਵਾਲਾ, ਮਾਰ ਚੂਚਕ ਦੀ ਕਬਰ ਉੱਥੇ ਮੌਜੂਦ ਹੈ, ਮੈਂ ਉੱਥੋਂ ਹੀ ਹੋ ਕੇ ਆਇਆ। ਤੇ ਇਹ ਸਾਰੇ ਕਰੈਕਟਰ ਅਸਲੀ ਨੇ, ਇਹਨਾਂ ਦੇ ਬਾਕਾਇਦਾ ਸ਼ਿਜਰੇ ਸਾਡੇ ਕੋਲ ਮੌਜੂਦ ਨੇ। ਔਰ ਇਹ ਸਾਰਾ ਕੁਝ ਤਾਲਿਬ ਬੁਖਾਰੀ ਸਾਹਿਬ ਨੇ, ਸੈयद ਤਾਲਿਬ ਬੁਖਾਰੀ ਸਾਹਿਬ ਨੇ 50 ਸਾਲ ਦਾ ਜਿਹੜਾ ਮਿਹਨਤ ਕਰਕੇ 1000 ਸਫੇ ਦਾ ਜਿਹੜਾ ਥੀਸਿਸ ਹੈ, ਇਹ ਜਿਹੜਾ ਇਹ ਜਨਾਬ ਉਹਨਾਂ ਨੇ ਲੋਕਾਂ ਦੇ ਸਾਹਮਣੇ ਲਿਆਂਦਾ ਤੇ ਇਹ ਇੱਕ ਇਨਕਲਾਬ ਇਹਨੇ ਲੈਣ ਦਾ। ਇਹਨੂੰ ਜੋ ਮਰਜ਼ੀ ਕੋ ਆਖੀ ਜਾਏ, ਇਹ ਥੀਸਿਸ ਹੈ, ਇਹ 1000 ਸਫੇ ਦਾ ਪੂਰਾ ਥੀਸਿਸ ਹੈ। ਤੋ ਇਸ ਨੂੰ ਹਾਂਜੀ ਇਹ 50 ਸਾਲਾਂ ਚ PhD ਉਹਨਾਂ ਕੀਤੀ। ਜੀ ਇੱਕ ਸਵਾਲ ਹੈ, ਸਾਡੇ ਪੰਜਾਬ ਦੇ ਵਿੱਚ ਇੱਕ ਜਗ੍ਹਾ ਹੈ, ਉਹਦਾ ਨਾਂ ਹੈ ਸਮਾਣਾ। ਸਮਾਣਾ ਇੱਕ ਬਹੁਤ ਹੀ ਪੁਰਾਣਾ ਸ਼ਹਿਰ ਗਿਣਿਆ ਜਾਂਦਾ ਹੈ, ਮੁਗਲਾਂ ਵੇਲੇ ਵੱਡਾ ਸ਼ਹਿਰ ਸੀ। ਅੱਛਾ, ਇਹ ਸੁਣਿਆ ਜਾਂਦਾ ਹੈ ਕਿਉਂਕਿ ਮੇਰੇ ਪਿੰਡਾਂ ਦੇ ਲਾਗੇ ਆ, ਮੇਰੀ ਤਹਿਸੀਲ ਹੈ ਸਮਾਣਾ ਵੈਸੇ। ਉੱਥੇ ਇੱਕ ਜਗ੍ਹਾ, ਉੱਥੇ ਕਹਿੰਦੇ ਸੀ ਕਿ ਹੀਰ ਦਾ ਫੈਸਲਾ ਇਸ ਜਗ੍ਹਾ ਤੇ ਹੋਇਆ ਸੀ। ਫੈਸਲਾ? ਹਾਂਜੀ, ਜਦੋਂ ਵਿਆਹ ਤੋਂ ਬਾਅਦ ਕਾਜ਼ੀ ਨੇ ਕੋਈ ਫੈਸਲਾ ਸੁਣਾਇਆ ਸੀ ਨਾ, ਕਿਉਂਕਿ ਸਮਾਣਾ ਇੱਕ ਮੁਸਲਿਮ ਟਾਊਨ ਸੀ ਬਹੁਤ ਵੱਡਾ, ਉੱਥੇ ਦਾ ਮੇਰੀ ਗੱਲ ਸੁਣੋ, ਇਹ ਇੱਕ ਮਿੱਥ ਹੈ। ਉਹਦਾ ਫੈਸਲਾ ਕੋਟ ਕਬੂਲੇ ਹੋਇਆ ਸੀ। ਕੋਟ ਕਬੂਲੇ ਕਾਜ਼ੀ ਸ਼ਫੀਉদ্ਦੀਨ ਦਿਪਾਲਪੁਰੀ, ਉਹਦਾ ਜਿਹੜਾ ਉਹ ਫੈਸਲਾ ਕੀਤਾ ਹੈ ਨਾ ਫਾਰਸੀ ਚ, ਉਹਦਾ ਪੂਰਾ ਮਤਨ ਵੀ ਸਾਡੇ ਕੋਲ ਹੈ, ਥੀਸਿਸ ਦੇ ਵਿੱਚ ਮੌਜੂਦ ਹੈ। ਫਾਰਸੀ ਚ ਫੈਸਲਾ ਕੀਤਾ ਹੋਇਆ, ਕਿਉਂਕਿ ਉਦੋਂ ਜ਼ੁਬਾਨ ਫਾਰਸੀ ਲਿਖਦੇ ਪੜ੍ਹਦੇ ਸੀ। ਬਿਲਕੁਲ। ਅੱਛਾ, ਇਹ ਵੀ ਮਤਲਬ तो बड़ा कोई के सामने आएगा। ਔਲਖ ਸਾਹਿਬ ਇੱਕ ਮਿੰਟ ਜਰਾ, ਔਲਖ ਸਾਹਿਬ ਨੇ ਇੱਕ ਗੱਲ ਕੀਤੀ ਸੀ ਕਿ ਹੀਰ ਵਾਰਿਸ ਸ਼ਾਹ, ਜਿਵੇਂ ਸ਼ੁਰੂ ਦੇ ਵਿੱਚ ਸਟਾਰਟ ਦੇ ਵਿੱਚ ਔਲਖ ਸਾਹਿਬ ਬਾਜਾ ਸਾਹਿਬ ਦੱਸਿਆ ਸੀ
ਵੀ ਬਾਅਦ ਦੇ ਵਿੱਚ ਜਿਵੇਂ ਆਪਾਂ ਕਈ ਗੱਲ ਕਰਨੀ ਵੀ ਆਪਾਂ ਸਿੱਖ ਧਰਮ ਦੀ ਗੱਲ ਕਰ ਲਈਏ, ਉਹਦੇ ਵਿੱਚ ਆਂਦੇ ਵੀ ਪੁਰਾਤਨ ਕੋਈ ਚੀਜ਼, ਪੁਰਾਣੀ ਚੀਜ਼ ਨੂੰ ਨਾ ਉਹਦੀ ਕੋਟ ਕਰਦੇ ਵੀ ਉਸ ਬਾਣੀ ਦੇ ਵਿੱਚ, ਬਾਣੀ ਸੋਰੀ ਕਹਿ ਦਿੱਤਾ ਵਾ, ਉਹਦੇ ਵਿੱਚ ਆਹ ਲਿਖਿਆ ਵਾ। ਇਹ ਬਾਜਵਾ ਸਾਹਿਬ ਦਾ ਕਹਿਣ ਆ ਵੀ ਉਹਦੇ ਵਿੱਚ ਬਾਅਦ 'ਚ ਉਹਨਾਂ ਦੇ ਵਿੱਚ ਜਿਹੜੀ ਹੀਰ ਵਾਰਿਸ ਸ਼ਾਹ ਲਿਖੀ ਹੈ ਤੇ ਹੁਣ ਤੱਕ ਜਿਹੜੀ ਪਹੁੰਚੀ ਉਹਦੇ ਵਿੱਚ ਕੋਈ ਰਲਿਆ ਪਿਆ, ਉਹਦੇ ਵਿੱਚ ਕੋਈ ਰਲਾਵਾ। ਬਾਜਵਾ ਸਾਹਿਬ ਇਹ ਵੀ ਕਿਹਾ ਤੁਸੀਂ? ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ ਨਾਸਰ ਸਾਹਿਬ। ਗੱਲ ਇਹ ਹੈ ਕਿ ਅੱਜ ਤੱਕ ਕੋਈ ਅਰੋੜਾ ਸਾਹਿਬ ਵੀ ਜੁੜ ਗਏ ਨੇ, ਅਰੋੜਾ ਸਾਹਿਬ ਤੁਹਾਨੂੰ ਦੱਸਣਗੇ ਕੀ ਮੈਂ ਕਿਹਾ। ਅਰੋੜਾ ਸਾਹਿਬ ਵੈਲਕਮ। ਉਹ ਇਹਨਾਂ ਦੀ ਆਵਾਜ਼ ਤੇ ਕਿਸੇ ਖੂਹ ਚੋਂ ਆ ਰਹੀ ਹੈ, ਖੂਹ ਚੋਂ। ਤੁਹਾਡੀ ਵੀ ਆਵਾਜ਼ ਨਹੀਂ ਆ ਰਹੀ। ਅਰੋੜਾ ਸਾਹਿਬ ਤੁਸੀਂ ਦੱਸਿਓ। ਹਾਂਜੀ ਬਾਜਵਾ ਸਾਹਿਬ, ਨਾਸਰ ਇਹ ਕਹਿ ਰਿਹਾ ਹੈ ਕਿ ਜਦੋਂ ਹੀਰ ਜਿਹੜੀ ਹੋਈ ਹੈ ਸ਼ੁਰੂ 'ਚ ਤੁਸੀਂ ਕਹਿੰਦੇ ਹੋ, ਤਾਂ ਉਹਦੇ ਤੋਂ ਬਾਅਦ ਜਦੋਂ ਵਾਰਿਸ ਸ਼ਾਹ ਨੇ ਹੀਰ ਲਿਖੀ ਹੈ ਉਦੋਂ ਤੱਕ ਉਸ ਪੂਰੀ ਕਹਾਣੀ ਦੇ ਵਿੱਚ ਰਲਾ ਮਲਾ ਹੋ ਗਿਆ, ਬੜਾ ਕੁਝ ਮਿਲ ਗਿਆ ਸੀ। ਸੋ ਵਾਰਿਸ ਸ਼ਾਹ ਨੇ ਜਦੋਂ ਹੀਰ ਲਿਖੀ ਹੈ ਤਾਂ ਮਿਲਾਵਟ ਹੋ ਚੁੱਕੀ ਸੀ ਕਾਫੀ ਉਹਦੇ 'ਚ। ਮੈਂ ਅਰਜ਼ ਕਰਾਂਗਾ ਕਿ ਜਿਹੜੀ ਕਹਾਣੀ ਦਮੂਦਰ ਦਾਸ ਦਮੂਦਰ ਲਿਖੀ ਜੀ, ਉਹ ਚਿਰਾਗ ਅਵਾਨ ਨੇ ਬਾਅਦ ਚ ਲਿਖੀ, ਉਹਦੇ ਨਾਲ ਨਹੀਂ ਰਲਦੀ, ਥੋੜਾ ਜਿਹਾ ਫਰਕ ਹੈ। ਉਹਦੇ ਬਾਅਦ ਮੁਕਬਲ ਨੇ ਲਿਖੀ ਤੇ ਮੁਕਬਲ ਵਿੱਚ ਵੀ ਫਰਕ ਹੈ। ਵਾਰਿਸ ਵਾਲੀ ਚ ਵੀ ਉਹਨਾਂ ਸਾਰੀਆਂ ਨਾਲੋਂ ਯਾਨੀ ਐਗਜ਼ੈਕਟ ਕਹਾਣੀ ਕੋਈ ਵੀ ਇੱਕ ਦੂਜੀ ਨਾਲ ਨਹੀਂ ਰਲਦੀ। ਠੀਕ, ਸਾਰਿਆਂ ਨੇ ਆਪੋ ਆਪਣਾ ਰਲਾ ਮਲਾ ਕੀਤਾ ਥੋੜਾ ਬਹੁਤ। ਮਸਲਨ ਦਮੂਦਰ ਲਿਖਦਾ ਹੈ ਕਿ ਦਮੂਦਰ ਨੇ ਸਾਰੇ ਕਰੈਕਟਰ ਹਿੰਦੂ ਬਣਾਤੇ ਆਪਣੇ ਮਜ਼ਹਬ ਦੇ ਹਿਸਾਬ ਨਾਲ ਜੀ। ਅੱਗੋਂ ਜਿਹੜਾ ਅਹਿਮਦ ਗੁੱਜਰ ਆਇਆ ਉਹਨੇ ਦਮੂਦਰ ਦੇ ਹਿੰਦੂਆਂ ਕਰੈਕਟਰਾਂ ਨੂੰ ਮੁਸਲਮਾਨ ਬਣਾਤਾ। ਅੱਗੋਂ ਮੁਕਬਲ ਆਇਆ ਤੇ ਮੁਕਬਲ ਨੇ ਜਿਹੜੀ ਕਹਾਣੀ ਲਿਖੀ ਉਸੇ ਦੀ ਬੁਨਿਆਦ ਉੱਤੇ ਵਾਰਿਸ ਸ਼ਾਹ ਨੇ ਬਲਕਿ ਬਹਿਰ ਵੀ ਉਹ ਇਸਤੇਮਾਲ ਕੀਤੀ। ਤੇ ਇਹ ਮਤਲਬ 1761 ਚ ਲਿਖੀ। ਅੱਛਾ, ਤੇ ਇਹ ਜਨਾਬ ਸਾਰਿਆਂ ਜਿਹੜੀਆਂ ਲਿਖੀਆਂ ਨੇ ਨਾ ਹੀਰਾਂ, ਉਹਦੇ ਚ ਥੋੜਾ ਥੋੜਾ ਫਰਕ ਮੌਜੂਦ ਹੈ ਔਰ ਉਹਨਾਂ ਕੋਈ ਫਰਕ ਮੇਰੇ ਵਾਲੀ ਹੀਰ ਚ ਮੌਜੂਦ ਹੈ। ਵਾਹ। ਲੇਕਿਨ ਮੇਰੇ ਵਾਲੀ ਹੀਰ ਜਿਹੜੀ ਹੈ ਉਹਨੂੰ ਜਸਟੀਫਾਈ ਕਰ ਦਿੰਦੀ ਹੈ ਕਿ ਗੱਲ ਇਹ ਹੈ ਕਿ ਗੱਲ ਕਹਾਣੀ ਅਸਲ ਚ ਇਹ ਸੀ, ਨਿੱਕੇ ਹੁੰਦਿਆਂ ਇਹਨਾਂ ਦਾ ਨਿਕਾਹ ਹੋਇਆ ਸੀ। ਇਹ ਗੱਲ ਵਾਰਿਸ ਸ਼ਾਹ ਦੀ ਹੀਰ ਤੋਂ ਵੀ ਢਿੱਲੋਂ ਸਾਹਿਬ ਦਿਸਦੀ ਹੈ। ਜਦੋਂ ਯਨਗਾ ਖਾਤੂਨ ਉਹਨੂੰ ਆਂਦੀ ਏ ਸਾਡਾ ਹੁਸਨ ਪਸੰਦ ਨਾ ਲਿਆਵਣਾ ਏ। ਪਹਿਲਾਂ ਇਹ ਦੱਸੋ ਨਾ ਢਿੱਲੋਂ ਸਾਹਿਬ, ਪੰਜਾਬ ਚ ਤੇ ਵੱਡੀ ਭਰਜਾਈ ਨੂੰ ਮਾਂ ਦੇ ਦਰਜੇ ਤੇ ਜਾਂ ਵੱਡੀ ਭੈਣ ਦੇ ਦਰਜੇ ਤੇ ਵੇਖਿਆ ਜਾਂਦਾ। ਉਹ ਭਰਜਾਈ ਵੀ ਸਾਡਾ ਹੁਸਨ ਪਸੰਦ ਨਾ ਲਿਆਵਣਾ ਏ, ਉਹ ਕਾਹਦਾ ਸਬਕ ਦੇ ਰਹੀ ਸੀ ਅਖਲਾਕ ਦਾ? ਇੱਕ ਗੱਲ ਇਹ ਵਾਰਿਸ ਸ਼ਾਹ ਦੀ ਹੀਰ ਚ ਲਿਖਿਆ ਹੈ, ਜਾਂ ਨੱਡੀ ਸਿਆਲਾਂ ਦੀ ਵਿਆਹ ਲਿਆਵੀਂ ਤੇ ਦਿਨੇ ਵੇੜਿਓਂ ਕੱਢਣੀ ਮਿਲੇ ਨਹੀਂ, ਰਾਤੀ ਕੰਧ ਪਿਛਵਾੜਿਓਂ ਢਾ ਲਿਆਵੀਂ। ਇਹ ਦੱਸੋ ਕਿ ਯਨਗਾ ਖਾਤੂਨ ਬੈਠੀ ਹੈ ਤਖਤ ਹਜ਼ਾਰੇ, ਜੰਗ ਉੱਥੋਂ 125 ਮੀਲ ਦੂਰ ਹੈ ਤੇ ਦੌਰ 1461 ਦਾ, ਹਾਂਜੀ, ਜਾਂ 1470 ਦਾ, 1470 ਈਸਵੀ ਦਾ, ਜਦੋਂ ਕੋਈ ਟੈਲੀਫੋਨ ਨਹੀਂ, ਕਿਸੇ ਕਿਸਮ ਦਾ ਕੋਈ ਰਾਬਤਾ ਨਹੀਂ। 125 ਮੀਲਾਂ ਤੇ ਉਹਨੂੰ ਕਿਹੜੀ ਖਾਬ ਆਈ ਸੀ ਉੱਥੇ ਸਿਆਲਾਂ ਦੀ ਬੜੀ ਸੋਹਣੀ ਨੱਡੀ, ਹਾਂਜੀ, ਬੈਠੀ ਹੈ ਤੇ ਜਾ ਕੇ ਉਹਨੂੰ ਘੁਲਿਆ ਵੀ ਕੰਧ ਢਾਹ ਕੇ। ਗੱਲ ਸਿਰਫ ਇਹ ਸੀ, ਭਾਬੀ ਨੇ ਮਿਹਣਾ ਮਾਰਿਆ ਸੀ, ਉਹਨੇ ਦੱਸਿਆ ਸੀ ਇਹਦਾ ਨਿਕਾਹ ਹੋਇਆ ਸੀ, ਉਹਨੇ ਜਵਾਬ ਦੇ ਦਿੱਤਾ ਸੀ ਤੇ ਉਹਨੇ ਮਿਹਣਾ ਮਾਰਿਆ ਸੀ ਕਿ ਜਾ ਆਪਣੀ ਬੀਵੀ ਜਾ ਕੇ ਲਿਆ। ਇਹ ਤੇ ਗੱਲ ਦਾ ਸਬੂਤ ਵਾਰਿਸ ਸ਼ਾਹ ਦੀ ਤੋਂ ਵੀ ਮਿਲਦਾ ਸਾਨੂੰ ਕਿ ਨਿੱਕਿਆਂ ਹੁੰਦਿਆਂ ਉਹਦਾ ਬਚਪਨਾ ਰਿਸ਼ਤਾ ਹੋਇਆ ਸੀ। ਬਾਜਵਾ ਸਾਹਿਬ, ਇੱਕ ਗੱਲ ਹੋਰ ਹੈ ਕਿ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਇਹਨੂੰ ਨਵੀਂ ਗੱਲ ਕਰ ਰਹੇ ਹੋ, ਕਿਉਂਕਿ ਟ੍ਰੈਡੀਸ਼ਨ ਦਮੋਦਰ ਤੋਂ ਲੈ ਕੇ ਜਿੰਨੇ ਤੁਸੀਂ ਨਾਂ ਗਿਣਾਏ ਨੇ ਸਾਰਿਆਂ ਨੇ ਥੀਮ ਉਹਦਾ ਇੱਕੋ ਹੀ ਰੱਖਿਆ ਸਾਰਿਆਂ ਨੇ। ਅੱਛਾ, ਹੁਣ ਤੁਸੀਂ ਨਵੀਂ ਗੱਲ ਕਰ ਰਹੇ ਹੋ, ਤੁਹਾਨੂੰ ਲੱਗਦਾ ਇਹਦੇ ਨਾਲ ਕਨਫਿਊਜ਼ਨ ਹੋਰ ਵਧੇਗੀ, ਭੰਬਲ ਭੂਸਾ ਵਧੇਗਾ ਥੋੜਾ ਜਿਹਾ ਹੋਰ ਸੱਚ ਨਿਤਾਰਨ ਲਈ ਲੋਕਾਂ ਨੂੰ? ਨਹੀਂ, ਭੰਬਲ ਭੂਸਾ ਨਹੀਂ ਵਧੇਗਾ। ਇਹਦੇ ਮੇਰੇ ਵਾਲੀ ਕਿਤਾਬ ਦੇ 2 ਐਡੀਸ਼ਨ ਛਪ ਚੁੱਕੇ ਨੇ। ਤੀਜਾ ਐਡੀਸ਼ਨ ਦਿੱਲੀ ਤੋਂ ਤਕਰੀਬਨ ਛਪਣ ਵਾਲਾ ਸੀ ਤੇ ਆ ਕਰੋਨੇ ਦੀ ਬਿਮਾਰੀ ਪੈ ਗਈ। ਇਹ ਜਨਾਬ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ, ਇਨਸ਼ਾਅੱਲਾ ਕਨਫਿਊਜ਼ਨ ਮੈਂ ਜਿਉਂਦਾ ਰਿਹਾ ਤੇ ਸਾਰੇ ਕੱਢ ਕੇ ਜਾਵਾਂਗਾ।
ਤੇ ਬਹੁਤ ਜ਼ਿਆਦਾ ਆਵਾਮ ਦੇ ਵਿੱਚ ਆਵਾਮ ਨੇ ਇਹਨੂੰ ਮੰਨਿਆ ਹੈ, ਕਿਉਂਕਿ ਇਹ ਜਿਹੜੀ ਮੇਰੇ ਵਾਲੀ ਕਿਤਾਬ ਹੈ, ਇਹਨੂੰ ਜਿਹੜੀ ਮਰਜ਼ੀ ਧੀ ਭੈਣ ਕਾਲਜ ਯੂਨੀਵਰਸਿਟੀ 'ਚ ਬਹਿ ਕੇ ਹਾਂਜੀ ਮਾਪਿਆਂ ਦੇ ਸਾਹਮਣੇ ਪੜ੍ਹ ਕੇ ਸੁਣਾਏ, ਉਹ ਮਾਪਿਓ ਫਖਰ ਕਰਨਗੇ ਕਿ ਧੀ ਇੰਝ ਦੀ ਹੋਣੀ ਚਾਹੀਦੀ ਹੈ। ਲੇਕਿਨ ਵਾਰਿਸ ਸ਼ਾਹ ਦੀ ਹੀਰ ਨੂੰ ਕੋਈ ਧੀ ਭੈਣ ਮਾਪਿਆਂ ਦੇ ਸਾਹਮਣੇ ਬਹਿ ਕੇ ਨਹੀਂ ਪੜ੍ਹ ਸਕਦੀ। ਅੱਛਾ ਭਾਈ ਸਾਹਿਬ, ਹਿਸਟਰੀ ਦੀ ਗੱਲ ਕਰਦੇ ਆ, ਪਰ ਰਿਸਰਚ ਦੀ ਜਦੋਂ ਰਿਸਰਚ ਤੇ ਆ ਜਾਂਦੇ ਆ, ਉਹਦੇ ਚ ਤੁਸੀਂ ਇਹ ਜਿਹੜੇ ਆਪਣੀ ਕਿਤਾਬ ਦੇ ਵਿੱਚ ਕੋਡ ਕਿੱਥੋਂ ਰੈਫਰੈਂਸ ਕਿੱਥੋਂ ਲਏ ਆ, ਜਾਂ ਤੁਹਾਡੀ ਰਿਸਰਚ ਜਿਹੜੀ ਆ ਕਿ ਰੈਫਰੈਂਸ ਨਹੀਂ ਲਏ ਤੇ ਰਿਸਰਚ ਨੂੰ ਤੁਸੀਂ ਕਿਵੇਂ ਇਹਦੇ ਤੇ ਰਿਸਰਚ ਕੀਤੀ ਆ? ਜੇ ਉਹ ਤੁਸੀਂ ਰਿਸਰਚ ਉੱਤੇ ਕੀਤੀ ਉਹਦੇ ਰੈਫਰੈਂਸ ਕਿੱਥੋਂ ਲਏ ਨੇ, ਤੇ ਕਿਵੇਂ ਤੁਹਾਨੂੰ ਸਾਰਾ ਕੁਝ ਇਕੱਠਾ ਕੀਤਾ? ਵੇਖੋ ਜੀ, ਮੇਰੀ ਰਿਸਰਚ ਦਾ ਜਿਹੜਾ ਸੋਰਸ ਸੀ, ਇੱਕ ਤੇ ਸੈਯਦ ਤਾਲਿਬ ਹੁਸੈਨ ਬੁਖਾਰੀ ਦਾ ਥੀਸਿਸ, ਜਿਹਦੇ ਉੱਤੇ ਉਹਨਾਂ ਨੂੰ 1993 ਚ PhD ਦੀ ਡਿਗਰੀ ਮਿਲੀ ਪੰਜਾਬ ਯੂਨੀਵਰਸਿਟੀ। ਕਦੋਂ ਦੀ ਲਿਖੀ ਆ ਤਾਲਾ ਇਹਨਾਂ ਦੀ ਇਹ ਥੀਸਿਸ ਇਹਨਾਂ ਦੇ? 1993 ਚ ਡਿਗਰੀ 1993 ਠੀਕ। ਹਾਂ, 1993 ਚ ਉਹਨਾਂ ਨੂੰ ਡਿਗਰੀ ਮਿਲੀ ਹੈ। 2003 ਚ ਬਾਬਾ ਜੀ ਫੌਤ ਹੋ ਗਏ ਸਨ। ਅੱਛਾ ਜੀ। ਹੋਰ ਅਦਰ ਔਰ ਉਹ ਇਸ ਤੋਂ ਹਟ ਕੇ ਅੱਛਾ, ਉਹ ਜਿਹੜਾ ਇੱਕ ਤੇ ਸੋਰਸ ਇਹ ਹੈ, ਦੂਜਾ ਜਾ ਕੇ ਤੇ ਮੈਂ ਸੱਜਿਓਂ ਖੱਬਿਓਂ ਆਪਣੇ ਤੌਰ ਤੇ ਤਹਿਕੀਕ ਕੀਤੀ। ਮੈਂ ਇਹਨਾਂ ਸਾਰਿਆਂ ਥਾਂ ਟਿਕਾਣਿਆਂ ਤੇ ਗਿਆ। ਮੈਂ ਉਹਨੂੰ ਜਿਹੜੀ ਬਲਾਲ ਜ਼ਬੈਰੀ ਦੀ ਤਾਰੀਖ ਵੀ ਪੜ੍ਹੀ, ਨੂਰ ਮੁਹੰਮਦ ਚੇਲੇ ਦੀ ਵੀ ਪੜ੍ਹੀ, ਹਾਂਜੀ, ਖਾਨ ਮੁਹੰਮਦ ਭਰਵਾਣੇ ਦੀ ਤਾਰੀਖ ਹੈ। ਭਰਵਾਣਾ ਸਿਆਲ ਉਦੋਂ ਜਿਉਂਦਾ ਸੀ, ਉਦੋਂ ਜਾ ਕੇ ਮਿਲਿਆ ਚੰਗ, ਲੇਕਿਨ ਇਹ ਵੇ ਕਿ ਕੋਈ ਵੀ ਇਹਦੇ ਬਾਰੇ ਕਲੀਅਰ ਨਹੀਂ ਸੀ। ਔਰ ਫਿਰ ਇੱਕ ਦੂਜੀ ਗੱਲ ਇਹ ਵੇ ਕਿ ਮੇਰੀ ਹੀਰ ਲਿਖੀ ਜਿਹੜੀ ਹੈ, ਉਹਦੇ ਬਾਅਦ ਸਿਆਲ ਮੇਰਾ ਸ਼ੁਕਰੀਆ ਅਦਾ ਕਰ ਰਹੇ ਨੇ ਕਿ ਤੂੰ ਸਾਡੇ ਸਿਰ ਦੇ ਉੱਤੇ ਲੱਗੀ ਸਾਲਕ ਸਦੀਆਂ ਦੀ ਲਾਤੀ ਹੈ। ਹਾਂ ਬਾਜਵਾ ਸਾਹਿਬ, ਜੀ ਬਾਜਵਾ ਸਾਹਿਬ ਇੱਕ ਸਵਾਲ ਹੈ ਕਿ ਤੁਸੀਂ ਜਿਹੜੀ ਆਪਣੀ ਕਿਤਾਬ ਰੋਣਾ ਸਾਹਿਬ ਸਾਡੇ ਨਾਲ ਜੁੜੇ ਨੇ। ਰੋਣਾ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਜੀ ਬਿਲਕੁਲ ਆ ਰਹੀ ਹੈ ਜੀ ਮੈਨੂੰ ਆਵਾਜ਼। ਹਾਂਜੀ, ਤੁਸੀਂ ਇਹ ਕਿਤਾਬ ਕਿਹੜੀ ਫਾਰਮ 'ਚ ਲਿਖੀ ਹੈ? ਤੁਸੀਂ ਇਹ ਦੇਰ ਨਾਲ ਜੁਆਇਨ ਕੀਤਾ ਵਾ ਰੋਣਾ ਸਾਹਿਬ ਨੇ। ਰੋਣਾ ਸਾਹਿਬ ਬਾਬਾ ਜੀ ਸਾਡੇ ਨਾਲ ਨੇ, ਬੜੀਆਂ ਜ਼ਬਰਦਸਤ ਸਾਨੂੰ ਹਿਸਟਰੀ ਦੀਆਂ ਹੀਰ ਦੀਆਂ ਨਵੀਂ ਜਿਹੜੀ ਇਹਨਾਂ ਖੋਜ ਕੀਤੀ ਆ, ਉਹਦੇ ਤੇ ਸਾਨੂੰ ਦੱਸ ਰਹੇ ਨੇ, ਤੇ ਤੁਸੀਂ ਵੀ ਜ਼ਰੂਰ ਹਿੱਸਾ ਬਣੋ ਪ੍ਰੋਗਰਾਮ। ਜੀ ਜ਼ਰੂਰ। ਇਹ ਕਿਤਾਬ ਹੈ, ਇਹਦੀ ਫਾਰਮ ਹੁਣ ਮੈਂ ਦੱਸਣਾ। ਇਹਨੂੰ ਜਾਣ ਬੁੱਝ ਕੇ ਮੈਂ ਵਾਰਿਸ ਸ਼ਾਹ ਵਾਲੀ ਬਹਿਰ 'ਚ ਨਹੀਂ ਸੀ ਲਿਖਿਆ। ਮੈਂ ਇਹਦੇ ਤੋਂ ਬਾਅਦ ਕਿੱਸਾ ਮਿਰਜ਼ਾ ਸਾਹਿਬਾਂ ਲਿਖਿਆ, ਉਹ ਮੈਂ ਵਾਰਿਸ ਸ਼ਾਹ ਵਾਲੀ ਬਹਿਰ 'ਚ ਲਿਖਿਆ। ਇਹਨੂੰ ਮੈਂ ਰਾਗ ਤਲੰਗ 'ਚ ਲਿਖਿਆ ਸੀ, ਹਾਂਜੀ। ਔਰ ਇੱਕ ਸ਼ੇਰ ਇਹਦਾ, ਇੱਕ ਬੰਦ ਮੈਂ ਤੁਹਾਨੂੰ ਸੁਣਾਨਾ। ਮੁੜ ਧੀ ਡੋਰਾਂ ਜਾ ਪਰਤ ਕੇ ਬੈਠਾ ਸੀ ਉੱਥੇ ਆਣ, ਤੇ ਉਹ ਹਰ ਵੱਲ ਝਾਤੀ ਮਾਰਦਾ ਓ ਮੇਰੇ ਓ ਬੇਲੀਓ, ਉਹ ਹਰ ਵੱਲ ਝਾਤੀ ਮਾਰਦਾ, ਵਿੱਚ ਕਰਦਾ ਖੂਬ ਧਿਆਨ, ਤੇ ਜਾ ਦਵੇ ਸਲਾਮੀ ਉਸ ਨੂੰ, ਵਿੱਚ ਕਰਦਾ ਖੂਬ ਪਛਾਣ, ਤੇ ਆਖ ਇਨਸਾਨਾਂ ਸੱਚੀਆਂ ਇਹ ਜੀਵਨ ਦਾ ਨਿਰਵਾਣ। ਇਹ ਹੈ ਜੀ ਬੈਰ ਜੀ। ਬਿਲਕੁਲ ਦਰੁਸਤ ਜੀ। ਔਲਖ ਸਾਹਿਬ ਤੁਸੀਂ ਕੁਝ ਕਹਿ ਰਹੇ ਹੋ? ਹਾਂਜੀ, ਨਹੀਂ ਮੈਂ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਬਾਜਵਾ ਸਾਹਿਬ। ਔਲਖ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। ਜੀ ਮਿਹਰਬਾਨੀ ਜੀ। ਮੈਂ ਜੀ ਧੰਨਵਾਦ ਬਾਜਵਾ ਸਾਹਿਬ, ਇੱਕ ਸਵਾਲ ਪੁੱਛਣਾ ਚਾਹੁੰਦਾ, ਤੇ ਕਿਉਂਕਿ ਸਾਨੂੰ ਬਹੁਤ ਸਾਰੇ ਉਹ ਦੋਸਤ ਵੀ ਸੁਣ ਰਹੇ ਹੁੰਦੇ ਨੇ ਜਿਨ੍ਹਾਂ ਕੋਲ ਕਵਿਤਾ ਲਿਖਣ ਦਾ ਜਾਂ ਗੁਲੂਕਾਰੀ ਦਾ ਕੋਈ ਚੱਜ ਨਹੀਂ, ਜਾਂ ਜਿਹਨੂੰ ਕੋਈ ਸਮਝ ਨਹੀਂ, ਜਿਨ੍ਹਾਂ ਨੇ ਪਿੰਗਲ ਕਦੇ ਵੀ ਪੜ੍ਹਿਆ। ਇਹ ਬਹਿਰ ਕੀ ਹੈ ਪਤਾ ਉਹਨਾਂ ਦੱਸੋ, ਜਿਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਬਹਿਰ ਕੀ ਹੈ, ਤੇ ਰਾਗ ਤੁਸੀਂ ਕਿ ਤਲੰਗ ਹੈ, ਇਹ ਰਾਗ ਹੈ ਕੀ? ਇਹ ਸਮਝਾ ਦਿਓ ਜੀ ਸਾਡੇ ਦੋਸਤਾਂ ਨੂੰ, ਉਹਨਾਂ ਨੂੰ ਵੀ। ਮੈਨੂੰ ਵੇਖੋ ਜੀ, ਮੈਂ ਤੁਹਾਨੂੰ ਦੱਸਾਂ ਕਿ ਮੈਂ ਮੌਸੀਕਾਰ ਨਹੀਂ ਆ। ਮੈਨੂੰ ਜਿਨ੍ਹਾਂ ਲੋਕਾਂ ਨੇ ਇਹਨੂੰ ਗਾਇਆ ਨਾ, ਜਿਹੜੇ ਲੋਕਾਂ ਨੇ, ਉਹਨਾਂ ਕਿਹਾ ਜੀ ਕਿ ਤੁਸੀਂ ਰਾਗ ਤਲੰਗ 'ਚ ਲਿਖਿਆ ਹੈ, ਔਰ ਰਾਗ ਦੇਸ 'ਚ ਵੀ ਇਹਨੂੰ ਗਾਇਆ ਜਾ ਸਕਦਾ ਹੈ, ਹਾਂਜੀ। ਤੇ ਬਾਕੀ
ਇਹ ਜਿਹੜਾ ਨਾ ਜੀ 4 ਮਿਸਰਿਆਂ ਦੀ ਸ਼ਾਇਰੀ ਔਰ ਜਿਸ ਤਰ੍ਹਾਂ ਜਿਹੜੀ ਬਹਿਰ ਸੀ ਨਾ ਮਿਰਜ਼ੇ ਦੀ ਜਿਹਦੇ ਚੋਂ ਕਿੱਸਾ ਸੀ ਪੀਲੂ ਦਾ ਬਿਲਕੁਲ ਉਸੇ ਬਹਿਰ ਚ ਹੈ ਜੀ। ਠੀਕ ਹੈ ਜੀ, ਠੀਕ। ਬਾਕੀ ਉਹ ਜਿਹੜਾ ਨਾ ਮਾਤਰਿਆਂ ਦਾ ਮੈਂ ਨਾ ਉਹ ਕਦੀ ਉਹਨੂੰ ਮੰਨਿਆ, ਉਹ ਜਿਹੜਾ ਫਾਇਲਨ ਫਾਇਲਨ ਫੇਲਨ 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 ਕਰਦੇ ਨੇ, ਇਸ ਵਾਸਤੇ ਸ਼ੇਰ ਬੋਲ ਕੇ ਆਪਣਾ ਆਪ ਦੱਸ ਦਿੰਦਾ ਹੈ ਜਦੋਂ ਉਹਨੂੰ ਗਾ ਕੇ ਲਿਖੀਏ ਕਿ ਮੈਂ ਵਜ਼ਨ ਚ ਜਾਂ ਬੇਵਜ਼ਨ ਆ। ਹਾਂਜੀ ਅਰੋੜਾ ਸਾਹਿਬ ਤੁਹਾਡੀ ਆਵਾਜ਼ ਬੰਦ ਹੋ ਗਈ ਮੇਰਾ ਖਿਆਲ। ਹਾਂਜੀ ਬਾਈ ਤੁਹਾਡੀ ਆਵਾਜ਼ ਤੇ ਆ ਰਹੀ ਹੈ ਠੀਕ। ਜਿੱਥੇ ਪਹੁੰਚੇ ਸਾਂ ਉਸ ਤੋਂ ਅੱਗੇ ਹੁਣ ਜੇ ਔਲਖ ਸਾਹਿਬ ਤੁਹਾਨੂੰ ਆਵਾਜ਼ ਆ ਰਹੀ ਹੈ, ਕੋਈ ਪੁੱਛਣਾ ਚਾਹੁੰਦੇ ਠੀਕ ਹੈ, ਨਹੀਂ ਤੇ ਅੱਗੇ ਗੱਲ ਤੋਰਦੇ। ਹਾਂਜੀ ਨਹੀਂ ਮੈਂ ਠੀਕ ਹਾਂ ਬਾਜਵਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਆਵਾਜ਼ ਨਹੀਂ ਤੁਹਾਡੀ ਆ ਰਹੀ ਔਲਖ ਸਾਹਿਬ, ਆਵਾਜ਼ ਨਹੀਂ ਆ ਰਹੀ ਜੀ। ਮਿਹਰਬਾਨੀ, ਓਕੇ ਸ਼ੁਕਰੀਆ। ਉਹਨਾਂ ਦੀ ਆਵਾਜ਼ ਆ ਰਹੀ ਹੈ ਨਾਸਿਰ ਸਾਹਿਬ, ਤੁਹਾਡੀ ਪਤਾ ਨਹੀਂ ਤੁਹਾਨੂੰ ਉਹਨਾਂ ਦੀ ਨਹੀਂ ਆ ਰਹੀ ਜਾਂ ਕੋਈ ਇਸ ਤਰ੍ਹਾਂ। ਹਾਂ ਠੀਕ ਹੋ ਗਿਆ, ਠੀਕ ਹੋ ਗਿਆ, ਠੀਕ ਹੋ ਗਿਆ। ਇੱਕ ਹੋਰ ਦੋਸਤ ਨੂੰ ਵੀ ਨਾਲ ਜੋੜ ਲਈਏ ਭਾਈ ਸਾਹਿਬ, ਇੱਕ ਦੋਸਤ ਸਾਡੇ ਨਾਲ, ਉਹਨਾਂ ਨੂੰ ਜੋੜ ਲਈਏ ਜੀ। ਹਾਂਜੀ ਇਮਰਾਨ ਭਾਈ, ਜੋ ਮਰਜੀ ਜੋੜ ਲਓ, ਤੁਸੀਂ ਜੋੜਨ ਤੇ ਆਏ ਹੋ, ਤੁਹਾਂ ਮੁੜਨਾ ਜੋੜਨ। ਹਾਂਜੀ ਇਮਰਾਨ ਜੀ। अस्सलाम वालेकुम। वालेकुम सलाम। मैं ते 2 सूटे ला ला ते फिर स्टार्ट हो जाने। सर मैं बड़े चेर ਤੁਹਾਡਾ ਪ੍ਰੋਗਰਾਮ ਵੇਖਣਾ, ਬਹਾਵਲਪੁਰ ਤੋਂ ਮੇਰਾ ਤਲਕ ਹੈ, ਪੰਜਾਬ ਪਾਕਿਸਤਾਨ ਤੋਂ ਨਾ। ਹਾਂਜੀ ਤੇ ਇੱਕ ਤੇ ਤੁਹਾਡਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਤੁਸੀਂ ਸਾਡੀ ਪੰਜਾਬੀ ਜ਼ਬਾਨ ਦੀ ਬੜੀ ਖਿਦਮਤ ਕਰ ਰਹੇ ਹੋ। ਕੁਝ ਵੀ ਹੋ ਚਲੋ ਹੋਇਆ ਤੇ ਪਾਕਿਸਤਾਨ ਦੇ ਵਿੱਚ ਕੁਝ ਤੇ ਦੂਸਰਾ ਇਹ ਵੇ ਕਿ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਅਕਸਰ ਇੱਥੇ ਅਸੀਂ ਇਹ ਜਿਹੜੇ ਸਾਡੇ ਲੋਕ ਦਾਸਤਾਨ ਅਸੀਂ ਇਹਨੂੰ ਆਖਦੇ ਹਾਂ, ਅਕਸਰ ਮਿਸਾਲ ਤੌਰ ਤੇ ਇਹ ਹੀਰ ਰਾਂਝਾ ਹੋ ਗਿਆ, ਮਿਰਜ਼ਾ ਸਾਹਿਬਾ, ਇਹਨੂੰ ਅਕਸਰ ਅਸੀਂ ਆਖੀਏ ਤੇ ਲੋਕ ਆਖਦੇ ਨੇ ਉਹ ਨਹੀਂ ਯਾਰ ਇਹ ਐਵੇਂ ਗੱਲਾਂ ਬਣੀਆਂ ਨੇ, ਇਹਨਾਂ ਦਾ ਤੇ ਕੋਈ ਮੁੱਢ ਪਾਉਣ ਦੀ ਕੋਈ ਨਹੀਂ ਹੈ। ਤੇ ਅਕਸਰ ਲੋਕ ਇਸ ਚੀਜ਼ ਨੂੰ ਆਖ ਕੇ ਤੇ ਇਸ ਚੀਜ਼ ਨੂੰ ਛੁਪਾਉਂਦੇ ਨੇ। ਤੁਹਾਡੀ ਗੱਲ ਸੁਣੋ, ਇਹ ਗੱਲ ਦਾ ਸਬੂਤ ਹੈ ਕਿ ਜਿਹੜੀਆਂ ਇਹਨੂੰ ਪਹਿਲਾਂ ਦੋਸਤ ਲੋਕ ਦਾਸਤਾਨਾਂ ਲਿਖੀਆਂ ਨੇ ਉਹਨਾਂ ਦਾ ਮੁੱਢ ਪੁਆਂਦ ਕੋਈ ਨਹੀਂ ਸੀ, ਲੇਕਿਨ ਅੱਲਾ ਦੇ ਫਜ਼ਲ ਨਾਲ ਮੇਰੀ ਕਿਤਾਬ ਦਾ ਮੁੱਢ ਪੁਆਂਦ ਹੈ। ਇਹਦੇ ਚ ਸੰਨ ਵੀ ਲਿਖੇ ਨੇ, ਕਿਹੜੇ ਸੰਨ ਚ ਕੋਈ ਪੈਦਾ ਹੋਇਆ ਸੀ, ਕਿਹੜੇ ਸੰਨ ਨੂੰ ਫੈਸਲਾ ਹੋਇਆ ਸੀ, ਹਾਂਜੀ, ਕਿਹੜੇ ਸੰਨ ਨੂੰ ਕੋਈ ਫਲਾਣਾ ਕਰੈਕਟਰ ਫੌਤ ਹੋਇਆ ਸੀ। ਇਹਨੂੰ ਪੜਨ ਤੋਂ ਬਾਅਦ ਨਾ ਕੋਈ ਜੁਰਤ ਕਰੇਗਾ ਆਖਣ ਦੀ ਕਿ ਐਵੇਂ ਹੀ ਗੱਲ ਹੈ। ਚਲੋ ਜੀ ਵੀ ਜੋ ਤੁਸੀਂ ਜਿਵੇਂ ਹੁਣ ਤੁਸੀਂ ਦੱਸਿਆ ਸਾਰਾ ਹੀਰ ਵਾਲੀ ਹੀਰਾ ਕਿੱਸਾ ਚੱਲਣ ਡਿਆ ਸੀ, ਇਹਦੇ ਚ ਤੁਹਾਡੇ ਨਾਲ ਮੁਮਾਸਲਤ ਰੱਖਦਾ ਵੀ ਕਿਸੇ ਨੇ ਕੁਝ ਲਿਖਿਆ? ਜਿਹੜੇ ਦੋ ਨਹੀਂ ਮੇਰੇ ਨਾਲ ਮੁਮਾਸਲਤ, ਮੇਰਾ ਖਿਆਲ ਹੈ ਕਿ ਇਹਦੇ ਨਾਲ ਮਿਲਦਾ ਜੁਲਦਾ, ਮਸਲਨ ਇੱਕ PhD ਥੀਸਿਸ ਕੀਤਾ ਸੀ ਉਹ ਜਿਹੜੀ ਬੀਬੀ ਸੀ ਨਾ ਸ਼ਾਇਸਤਾ ਨੂਰਤ, ਉਹਨੂੰ ਕੋਈ ਟਾਪਿਕ ਮਿਲਿਆ ਸੀ ਵਾਰਿਸ ਸ਼ਾਹ ਦੀ ਇਹਦੇ ਕਿਰਦਾਰਾਂ ਦੇ ਦੇ ਬਾਰੇ ਚ, ਔਰ ਉਹਨੇ ਵੀ ਐਗਜ਼ੈਕਟ ਇਸ ਤਰ੍ਹਾਂ ਹੀ ਲਿਖਿਆ ਸੀ ਕਿ ਉਹਨਾਂ ਦਾ ਨਿੱਕੇ ਹੁੰਦਿਆਂ ਨਿਕਾਹ ਹੋਇਆ ਸੀ, ਔਰ ਉਹਨੂੰ ਵੀ PhD ਦੀ ਡਿਗਰੀ ਮਿਲੀ ਸੀ। ਸ਼ਾਇਸਤਾ ਨੂਰਤ ਜਿਹੜੀ ਪਹਿਲੀ ਡਾਇਰੈਕਟਰ ਸੀ ਪਲਾਕ ਅਦਾਰੇ ਦੀ। ਠੀਕ ਜੀ, ਹਾਂਜੀ। ਲੇਕਿਨ ਇਹਦੋਂ ਬਾਅਦ ਮੈਂ ਸਮਝਣਾ ਕਿ ਮੇਰੇ ਤੋਂ ਬਾਅਦ ਹਾਲੀ ਸ਼ਾਇਦ ਕਿਸੇ ਕਿੱਸਾ ਅਗਰ ਲਿਖਿਆ ਤਾਂ ਮੇਰੇ ਇਲਮ ਚ ਨਹੀਂ, ਹਾਂਜੀ, ਜਾਂ ਮੇਰੇ ਮਤਲਬ ਮੇਰੇ ਨਾਲ ਰਾਬਤਾ ਨਹੀਂ ਜੇ ਕੀਤਾ ਇਸ ਨਾਲ। ਅੱਛਾ ਭਾਈ ਸਾਹਿਬ, ਫਿਰ ਜਿਵੇਂ ਕਿ ਗੱਲ ਹੋ ਰਹੀ ਸੀ, ਔਲਖ ਸਾਹਿਬ ਨੇ ਪੁੱਛਿਆ ਸੀ ਹੀਰ ਵਾਰਿਸ ਸ਼ਾਹ ਨੇ ਜਿਹੜੀ ਹੀਰ ਲਿਖੀ ਆ, ਉਹਦਾ ਜੇ ਆਪਾਂ ਉਹਦੀ ਸੈਂਸ ਕਹਿੰਦੇ ਆ ਵੀ ਆਪਾਂ ਉਹ ਕਿਸ ਪਾਸੇ ਨੂੰ ਆਪਣੇ ਤਖਯਲ ਨੂੰ ਮੱਦੇ ਨਜ਼ਰ ਰੱਖਦਾ, ਜਾਂ ਵੀ ਉਹ ਹੀਰ ਤੇ ਸਾਰੀ ਸਟੋਰੀ ਲਿਖੀ ਆ, ਉਹਨੂੰ ਤੁਸੀਂ ਕਿਵੇਂ ਵੇਖਦੇ ਹੋ? ਗੱਲ ਇਹ ਜੀ ਕਿ ਅਸੀਂ ਇਹ ਹੁੰਦੇ ਨੇ ਲੋਕ ਬਾਅਦ ਵਿੱਚ ਜਿਹੜਾ ਬੰਦਾ ਲਿਖ ਜਾਂਦਾ ਨਾ, ਜਿਹੜੇ ਸ਼ੇਰ ਮੈਂ ਲਿਖ ਛੜੇ ਨੇ ਨਾ ਜੀ, ਇਹਨਾਂ ਨੂੰ ਜਦੋਂ ਮੈਂ ਮਰ ਜਾਣਾ ਤੇ ਮੇਰੇ ਤੋਂ ਮਗਰੋਂ ਇਹਨਾਂ ਦੇ ਜੋ ਮਰਜ਼ੀ ਮਹਿਣੇ ਕੱਢਣੇ ਨੇ, ਕਿਸੇ ਨੇ ਆਖਿਆ ਜੀ ਇਹ ਮਾਰਫਤ ਲਿਖ ਛੜੀਏ, ਕਈ ਲੋਕ ਮੁਹੱਬਤ ਚ ਆ ਕੇ ਆਂਦੇ ਨੇ ਕਿ ਕੁਰਾਨ ਸ਼ਰੀਫ ਹੀ ਲਿਖਿਆ ਜੀ, ਹਾਂਜੀ, ਵਾਰਿਸ ਸ਼ਾਹ ਦੀ ਹੀਰ ਨੂੰ, ਹਾਂਜੀ,
ਹਾਲਾ ਵਾਰਿਸ ਸ਼ਾਹ ਦੀ ਹੀਰ ਚ ਏਡੇ ਏਡੇ ਅਸ਼ਲੀਲ ਸ਼ੇਰ ਵੀ ਨੇ ਕਿ ਫਿਰ ਉਹਨਾਂ ਨੂੰ ਜੇ ਨੌਜ਼ੁ ਬਿੱਲਾ ਆਖੀਏ ਵੀ ਆ ਵੀ ਉਹੀ ਹੈ ਤੇ ਫਿਰ ਧੌਣ ਨੀਵੀਂ ਹੋ ਜਾਂਦੀ ਹੈ। ਅੱਛਾ, ਇਹਨੇ ਅਕੀਦਤ ਦੀਆਂ ਗੱਲਾਂ। ਅਸੀਂ ਲੋਕ ਜਾਂ ਹੱਥੀ ਪੈਂਦੇ ਆ ਜਾਂ ਪੈਰੀ ਪੈਂਦੇ ਆ। ਅਸੀਂ ਗੁਲਾਮ ਰਹੇ ਆ ਬੜਾ ਚਿਰ, ਹੁਣ ਵੀ ਸਾਡੇ ਚੋਂ ਗੁਲਾਮੀ ਨਿਕਲੀ ਨਹੀਂ। ਹਾਂਜੀ, ਅਸੀਂ ਜਿਉਂਦੇ ਬੰਦੇ ਨੂੰ ਬੜਾ ਔਖਾ ਮੰਨਦੇ ਆ ਤੇ ਮਰ ਜਾਏ ਤੇ ਕਬਰਾਂ ਤੇ ਦੀਵੇ ਬਾਲਨੇ ਆ। ਇਸੇ ਤਰ੍ਹਾਂ ਹੀ। ਹਾਂਜੀ ਭਾਈ ਸਾਹਿਬ, ਆਪਾਂ ਇਹ ਦੱਸੋ ਵੀ ਇਹਦੇ ਚ ਜਿਹੜਾ ਆਪਾਂ ਕਿੱਸਾ ਕਰਨੇ, ਇਹਦੇ ਚ ਹੋਰ ਕੁਝ ਸ਼ੇਅਰ ਕਰਨਾ ਚਾਹੋ ਤਾਂ ਜ਼ਰੂਰ ਅੱਗੇ ਨੂੰ ਜਿੱਥੇ ਪਹੁੰਚੇ ਸਾਹਿਬ, ਜਾਂ ਆਪਣੀ ਕਿਤਾਬ ਗੱਲ ਦੇ ਇਹ ਹੈ ਹਵਾਲੇ ਜੀ ਕਿ ਨਾਲ। ਮੈਂ ਹਾਂਜੀ ਜੋ ਮੁਕਤਸਰ ਕੀਤਾ ਉਹਦੇ ਉੱਤੇ ਅੱਜ ਮੈਂ ਜਨਾਬ ਹੁਣ 2 ਮਿੰਟ ਪਹਿਲਾਂ ਮੈਂ WhatsApp ਕੀਤੇ ਨੇ। ਜਿਹੜਾ ਇਹ ਵੇਖੋ ਨਾ ਜੀ, ਇਹ ਜਨਾਬ ਤਾਲਿਬ ਬੁਖਾਰੀ ਨੇ ਉਹਨਾਂ ਦੀ ਕਬਰ ਦਾ ਨਕਸ਼ਾ ਬਣਾਇਆ ਸੀ 1945 ਚ। ਹਾਂਜੀ, ਅੱਛਾ, ਇਹ ਮੈਂ ਦਰਖਾਸਤ ਲਿਖੀ ਅੱਜ ਸੈਕਟਰੀ ਅਸਾਰੇ ਕਦੀਮਾ ਨੂੰ। ਹਾਂਜੀ, ਸੈਕਟਰੀ ਅਸਾਰੇ ਕਦੀਮਾ ਨੂੰ ਦਰਖਾਸਤ ਲਿਖੀ ਹੈ ਕਿ ਜਨਾਬ ਉਸ ਜਗ੍ਹਾ ਤੋਂ ਉਹਨਾਂ ਦੀ ਹੀਰ ਤੇ ਰਾਂਝੇ ਦੀ ਕਬਰ ਜਿਹੜੀ ਹੈ ਡਿਸਕਵਰ ਕੀਤੀ ਜਾਏ। ਇਹ ਜਨਾਬ ਜਿਹੜਾ ਡਾਇਰੈਕਟਰ ਜਨਰਲ ਹੈ ਉਹਦੀ ਕਾਪੀ ਉਹਨੂੰ ਭੇਜੀ ਹੈ। ਔਰ ਇਹ ਮੇਰਾ ਇੱਕ ਦੋਸਤ ਹੈ, ਉਹਨੇ ਮੈਨੂੰ ਕਿਹਾ ਸੀ ਮੈਨੂੰ WhatsApp ਕਰ ਦੇ, ਔਰ WhatsApp ਕਰਦਿਆਂ ਉਹਨੇ ਆਖਿਆ ਮੈਂ ਉਹਨਾਂ ਨੂੰ ਫਾਰਵਰਡ ਕਰ ਦਿੱਤੀ ਹੈ। ਔਰ ਉਹਨੂੰ ਮੈਂ ਆਰਡਰ ਦਿੱਤਾ, ਉਹ ਤਗੜਾ ਬੰਦਾ ਸਾਡਾ ਯਾਰ ਹੈ। ਉਹਨੇ ਆਖਿਆ ਮੈਂ ਉਹਨਾਂ ਨੂੰ ਆਰਡਰ ਦਿੱਤਾ ਕਿ ਇਹਦੇ ਉੱਤੇ ਫੌਰੀ ਤੌਰ ਤੇ ਅਮਲ ਕਰਕੇ ਤੇ ਵਿਖਾਣਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੋਂ ਉਹਦੀ ਕਬਰ ਨੂੰ, ਉਹ ਜਿੱਥੇ ਲੋਕੇਸ਼ਨ ਹੈ, ਜਿਸ ਤਰ੍ਹਾਂ ਨਕਸ਼ਾ ਤਾਲਿਬ ਬੁਖਾਰੀ ਨੇ ਬਣਾਇਆ, ਉਹਨੂੰ ਬਾਹਰ ਕੱਢਿਆ ਜਾਏ ਤਾਂ ਕਿ ਜਿਹੜਾ ਸਦੀਆਂ ਦਾ ਝੂਠ ਹੈ ਨਿੱਤਰ ਕੇ ਸਾਹਮਣੇ ਆਏਗਾ। ਔਰ ਇਨਸ਼ਾਅੱਲਾ ਅਸੀਂ ਲਿਆ ਕੇ ਛੱਡਾਂਗੇ। ਵਾਹ ਜੀ ਵਾਹ। ਹਾਂਜੀ, ਇਹ ਲਿਖਿਆ ਗੋਲ ਮਸਜਿਦ ਤੇ ਇਹ ਜਨਾਬ ਹੀਰ ਦਾ ਹਮਾਮ। ਇਹ ਵੀ ਮੈਂ ਨਾਲ ਉਹਨਾਂ ਨੂੰ ਨਾ ਲਿਖ ਕੇ ਭੇਜਿਆ ਤੇ ਜਨਾਬ ਇਹ ਸਬੂਤ ਨੇ ਤਾਲਿਬ ਬੁਖਾਰੀ ਦੇ, ਮਤਲਬ ਉਹਦੇ ਮਕਾਲੇ ਦੇ ਵਿੱਚੋਂ ਸਾਡੇ ਕੋਲ ਮੌਜੂਦ ਨੇ। ਔਰ ਇਹ ਚੀਜ਼ ਹੈ ਤੇ ਇਹਨੂੰ ਮਤਲਬ ਹੈ ਕਿ ਤੁਸੀਂ ਇਹਦੇ ਤੇ PhD ਹੋਈ ਹੈ। ਔਰ ਇਸ PhD ਦੇ ਮੁਤਾਬਕ ਇੱਥੋਂ ਹੀਰ ਤੇ ਰਾਂਝੇ ਦੀ ਕਬਰ ਜਿਹੜੀ ਥੱਲਿਓਂ ਉਹਦੀ ਦੀਵਾਰ ਉਖੇਰ ਕੇ ਤੇ ਉੱਥੋਂ ਕੱਢੋ ਤਾਂ ਕਿ ਇਹ ਸਦੀਆਂ ਦਾ ਜਿਹੜਾ ਲੁਕਿਆ ਹੋਇਆ ਇਹ ਇੱਕ ਰਾਜ਼ ਹੈ, ਇਹਨੂੰ ਖੋਲਿਆ ਜਾ ਸਕੇ। ਅੱਛਾ ਭਾਈ ਸਾਹਿਬ, ਜਿਹੜੀ ਕਿਤਾਬ ਤੁਹਾਡੀ ਸੱਚ ਬਾਣੀ, ਇਹਦੇ 2 ਐਡੀਸ਼ਨ ਆ ਚੁੱਕੇ ਨੇ। ਜੇ ਸਾਡੇ ਦੋਸਤ ਕੋ ਪੜ੍ਹਨਾ ਚਾਹੁੰਦੇ ਹੋਣ ਤੇ ਉਹਨਾਂ ਨੂੰ ਦੱਸਿਓ ਕਿੱਥੇ ਮਿਲੇਗੀ। ਤੀਸਰਾ ਐਡੀਸ਼ਨ ਕਦੋਂ ਆ ਰਿਹਾ? ਹਾਂਜੀ, ਇਹਨੂੰ ਛਾਪਿਆ ਜਨਾਬ ਤਾਹਾ ਰਹੀਮ ਪਬਲੀਕੇਸ਼ਨ, ਇਹ ਉਰਦੂ ਬਾਜ਼ਾਰ ਦੇ ਵਿੱਚ। ਇਹ ਜਿਹੜਾ ਉਰਦੂ ਬਾਜ਼ਾਰ ਦੇ ਵਿੱਚ ਨਾ ਹੱਕ ਸਟਰੀਟ ਇੱਕ, ਉਹਦੇ ਅਖੀਰ ਤੇ ਨਾ, ਯਾਨੀ GC ਯੂਨੀਵਰਸਿਟੀ ਵਾਲੇ ਪਾਸੇ ਜਿੱਥੇ ਮੁੱਕਦੀ ਹੈ ਉਹ ਗਲੀ, ਉੱਥੇ ਮਕਤਬਾ ਆਇਸ਼ਾ ਤੇ ਹੱਕ ਤਾਹਾ ਰਹੀਮ ਪਬਲੀਕੇਸ਼ਨ, ਉਹ ਇੱਕੋ ਇਦਾਰੇ ਦਾ ਨਾਂ ਹੈ, ਉਹਨਾਂ ਛਾਪਿਆ ਜੀ। ਮੇਰੀ ਰਾਠ ਬਾਣੀ ਮਿਰਜ਼ਾ ਸਾਹਿਬਾਂ ਦਾ ਕਿੱਸਾ ਵੀ ਉਹਨਾਂ ਛਾਪਿਆ ਤੇ ਇਹ ਸੱਚ ਬਾਣੀ ਦਾ ਕਿੱਸਾ ਵੀ ਦੂਸਰਾ ਐਡੀਸ਼ਨ ਉਹਨਾਂ ਛਾਪਿਆ ਜੀ। ਹਾਂਜੀ, ਠੀਕ। ਤੇ ਤੀਸਰਾ ਬਹੁਤ ਜਲਦ ਆ ਰਿਹਾ। ਹਾਂਜੀ, ਤੀਸਰਾ ਜਿਹੜਾ ਦਿੱਲੀ ਤੋਂ ਗੁਰਮੁਖੀ ਚ, ਮੈਂ ਉਹਨੂੰ ਗੁਰਮੁਖੀ ਚ ਆਪ ਕਰਕੇ ਤੇ ਉਹਨੂੰ ਭੇਜਿਆ ਸੀ ਬਲਬੀਰ ਸਿੰਘ ਨੂੰ, ਜਿਹੜਾ ਮਨਪ੍ਰੀਤ ਪ੍ਰਕਾਸ਼ਨ ਦਾ ਮਾਲਕ ਹੈ, ਗੀਤਾ ਕਾਲੋਨੀ ਦਿੱਲੀ। ਔਰ ਉਥੋਂ ਉਹ ਛਪ ਗਿਆ ਬਿਲਕੁਲ, ਸਮਝੋ ਉਹਦਾ ਪ੍ਰਿੰਟ ਹੋ ਗਿਆ ਸਭ ਕੁਝ। ਟਾਈਟਲ ਟੂਟਲ ਛਪਣ ਵਾਲਾ ਰਹਿੰਦਾ ਸੀ ਤੇ ਅੱਗੋਂ ਆ ਕਰੋਨੇ ਦੀ ਬਿਮਾਰੀ ਪੈ ਗਈ। ਹਾਂਜੀ, ਚਲੋ ਰੱਬ ਕੀ ਕਹੇ ਜਲਦ ਮੁੱਕੇ, ਤੁਹਾਡੀ ਕਿਤਾਬ ਦੀ ਮਾਰਕੀਟ ਚ ਆਵੇ। ਭਾਈ ਸਾਹਿਬ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਟਾਈਮ ਦਿੱਤਾ। ਟਾਈਮ ਵਾਵਾ ਹੋ ਗਿਆ, ਤੁਹਾਨੂੰ ਨੀਂਦ ਇਸ ਵੇਲੇ ਆਉਣਾ ਵੀ ਨਹੀਂ ਹੁੰਦੀ। ਹਾਂ, ਬੜੀ ਮਿਹਰਬਾਨੀ ਤੁਹਾਡੀ, ਅੱਲਾ ਤੁਹਾਡਾ ਭਲਾ ਕਰੇ। ਤੇ ਮੇਰਾ ਇਹ ਸੌਣ ਦਾ ਟਾਈਮ ਹੋਇਆ, ਮੈਂ ਪੱਖਾ ਵੀ ਬੰਦ ਕੀਤਾ ਸੀ ਵੀ ਆਵਾਜ਼ ਦੀ ਖਰਾਬੀ ਨਾ ਹੋਏ ਤਾਂ ਕਿ ਮੈਂ ਗਰਮੀ 'ਚ ਬੈਠਾ। ਚਲੋ ਮੌਸਮ ਥੋੜਾ ਜਿਹਾ ਠੰਡਾ, ਮੈਂ ਇਧਰੋਂ ਬਾਰੀਆਂ ਬੂਹੇ ਖੋਲੇ ਨੇ, ਉਧਰੋਂ ਵੀ, ਤੇ ਤੁਹਾਡੀ ਬੜੀ ਮਿਹਰਬਾਨੀ। ਚਲੋ ਫੇਰ ਕਿਤੇ ਤੁਹਾਨੂੰ ਜ਼ਹਿਮਤ ਦੇਵਾਂਗੇ, ਇਜਾਜ਼ਤ ਚਾਹੁੰਦੇ ਭਾਈ ਸਾਹਿਬ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਜੇ ਸਾਡਾ ਸੈਸ਼ਨ ਕਿੱਸਾ ਹੀਰ ਦਾ ਜੋ ਬਾਜਵਾ ਸਾਹਿਬ ਦੀ ਜ਼ੁਬਾਨੀ ਤੋਂ ਸੁਣਿਆ, ਜੇ ਵਧੀਆ ਲੱਗਾ ਤੇ ਵੀਡੀਓ ਨੂੰ ਸ਼ੇਅਰ ਸਾਰੇ ਜ਼ਰੂਰ ਕਰ ਦਿਓ ਆਪੋ ਆਪਣੀ ਵਾਲ ਤੇ। ਬਾਜਵਾ ਸਾਹਿਬ ਦਾ ਚੈਨਲ ਆ YouTube ਤੇ ਉਹਨੂੰ ਵੀ ਜ਼ਰੂਰ ਸਾਰੇ ਸਬਸਕ੍ਰਾਈਬ ਕਰਿਓ। ਉੱਥੇ ਵੀ ਬਹੁਤ ਵਧੀਆ ਵੀਡੀਓਜ਼ ਬਾਜਵਾ ਸਾਹਿਬ ਸ਼ੇਅਰ ਕਰਦੇ ਨੇ
ਇਹ ਕਿਸੇ ਜਿਹੜੇ ਜੋ ਕੁਛ ਜਿੱਤੇ ਰਿਸਰਚ ਕਰਦੇ ਨੇ ਸਾਰੀਆਂ ਸਟੋਰੀਜ਼ ਜਿਹੜੀਆਂ ਨੇ ਉੱਤੇ ਸ਼ੇਅਰ ਕਰਦੇ ਨੇ। ਚੈਨਲ ਨੂੰ ਸਬਸਕ੍ਰਾਈਬ ਕਰਿਓ। ਬਾਬਾ ਸਾਹਿਬ ਚੈਨਲ ਦਾ ਕੀ ਨਾਮ ਜੀ? ਬਾਬਾ ਬਾਜਵਾ। ਬਾਬਾ ਬਾਜਵਾ ਜੀ। ਬਾਬਾ ਬਾਜਵਾ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜੀ। ਭੁੱਲੇ ਹੀ ਨਾ। ਹਾਂਜੀ ਠੀਕ ਹੈ ਜੀ ਬਾਬਾ ਸਾਹਿਬ, ਰੱਬ ਰੱਖਾ। ਫਿਰ ਮਿਲਾਂਗੇ ਜੀ। ਜਿਉਂਦੇ ਰਹੋ। ਵਾਹ, ਜਿਉਂਦੇ ਰਹੋ। ਸਲਾਮ ਅਲੈਕੁਮ।